जी दोस्तों, पंजाब साहित्य अकादमी ਵੱਲੋਂ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਸਵਾਗਤ। ਅੱਜ ਇਸ ਪ੍ਰੋਗਰਾਮ ਦਾ ਆਪਾਂ ਆਗਾਜ਼ ਕਰ ਰਹੇ ਹਾਂ। ਇਹ ਸਾਡੀ ਖੇਤੀ ਅਰਥਚਾਰੇ ਦੇ ਸੰਕਟਾਂ ਬਾਰੇ ਹੈ। ਕਦੇ ਇਹ ਕਿਹਾ ਜਾਂਦਾ ਸੀ ਕਿ ਰੱਬਾ ਰੱਬਾ ਮੀਂਹ ਬਰਸਾ ਸਾਡੀ ਕੋਠੀ ਦਾਣੇ ਪਾ। ਇਸ ਲਾਈਨ ਨੂੰ ਅੱਗੇ ਡਿਵੈਲਪ ਕਰਕੇ ਕੋਈ ਕਵੀ ਕਹਿੰਦਾ ਕਿ ਦਾਣਾ ਦਾਣਾ ਜੁੜ ਕੇ ਬਣਦੀ ਦੋ ਡੰਗ ਦੀ ਰੋਟੀ ਹੋਏ, ਪਰ ਰੋਟੀ ਨਾ ਜੁੜਦੀ ਸਾਨੂੰ ਕਿੰਨੀ ਕਿਸਮਤ ਖੋਟੀ ਹੋਏ। ਅਸੀਂ ਦੱਸ ਕਿਉਂ ਭੁੱਖੇ ਰਹਿ ਗਏ, ਕਿਹੜੀ ਸਾਨੂੰ ਮਿਲੀ ਸਜ਼ਾ। ਰੱਬਾ ਰੱਬਾ ਮੀਂਹ ਬਰਸਾ ਸਾਡੀ ਕੋਠੀ ਦਾਣੇ ਪਾ। ਇਹ ਦਾਣੇ ਜਦ ਧਰਤ ਚ ਪਾਈਏ ਸੁਪਨੇ ਬਣ ਬਣ ਉਗਦੇ ਨੇ। ਇਹ ਦਾਣੇ ਜਦ ਵੇਚਣ ਜਾਈਏ ਝੋਲੀ ਵਿੱਚੋਂ ਉੱਡਦੇ ਨੇ। ਕਿਉਂ ਦਾਣਿਆਂ ਨੂੰ ਮੰਡੀ ਵਾਲੇ ਕਰਕੇ ਲੈ ਜਾਂਦੇ ਅਗਵਾ। ਰੱਬਾ ਰੱਬਾ ਮੀਂਹ ਬਰਸਾ ਸਾਡੀ ਕੋਠੀ ਦਾਣੇ। बहुत अच्छे ਜੀ ਦੋਸਤੋ, ਕੁਝ ਜਿਹੜਾ ਦੇਸ਼ ਦਾ ਅੰਨਦਾਤਾ ਹੈ ਉਹ ਅੱਜ ਦੇ ਦੌਰ ਦੇ ਵਿੱਚ ਸਭ ਤੋਂ ਵੱਡੇ ਸੰਕਟ ਦੇ ਵਿੱਚ ਹੈ। ਕਿਸਾਨ ਤੇ ਮਜ਼ਦੂਰ, ਕਿਰਤੀ ਬੰਦੇ ਜਿਨ੍ਹਾਂ ਨੇ ਇਸ ਦੁਨੀਆ ਦਾ ਮੂੰਹ ਮੱਥਾ ਸ਼ਿੰਗਾਰਨਾ ਹੈ, ਮੂੰਹ ਮੱਥਾ ਨਿਖਾਰਨਾ, ਸਾਡਾ ਪੇਟ ਭਰਨਾ ਹੈ, ਸਾਨੂੰ ਜਿਉਣ ਜੋਗੇ ਕਰਨਾ ਹੈ, ਉਹ ਖੁਦ ਮਰਨ ਜੋਗਾ ਹੋਇਆ ਪਿਆ ਹੈ। ਸੋ ਇਹਨਾਂ ਸਾਰੇ ਸੰਕਟਾਂ ਤੇ ਗੱਲ ਕਰਨ ਲਈ ਅੱਜ ਸੰਕਟ ਕਾਲ ਤੇ ਅਸੀਂ ਦੀ 17ਵੀਂ ਲੜੀ ਦੇ ਵਿੱਚ ਸਾਡੇ ਨਾਲ ਜੋ ਅੱਜ ਦੇ ਮੁੱਖ ਵਕਤਾ ਨੇ ਉਹਨੇ ਡਾਕਟਰ ਗਿਆਨ ਸਿੰਘ ਜੀ, ਤੇ ਜਿਹੜੇ ਅੱਜ ਦੇ ਸ਼ਾਇਰ ਨੇ ਉਹਨੇ ਕੁਲਵਿੰਦਰ ਬਚੋਆਣਾ। ਮੈਂ ਆਪਣੇ ਵੱਲੋਂ ਇਹਨਾਂ ਦੋਨਾਂ ਦਾ ਬਹੁਤ-ਬਹੁਤ ਸਵਾਗਤ ਕਰਦਾ ਪੰਜਾਬ ਸਾਹਿਤ ਅਕਾਦਮੀ ਵੱਲੋਂ। ਇਹਨਾਂ ਬਾਰੇ ਮੈਂ ਇੰਟਰੋਡਕਸ਼ਨ ਕਰਾਉਣਾ ਬਾਅਦ ਦੇ ਵਿੱਚ। ਇਸ ਤੋਂ ਪਹਿਲਾਂ ਮੈਂ ਡਾਕਟਰ ਸਰਬਜੀਤ ਕੌਰ ਸੋਹਲ ਹੋਰਾਂ ਨੂੰ, ਜਿਨ੍ਹਾਂ ਦੀ ਅਗਵਾਈ ਦੇ ਵਿੱਚ ਇਹ ਪ੍ਰੋਗਰਾਮ ਚੱਲ ਰਿਹਾ ਹੈ, ਉਹਨਾਂ ਨੂੰ ਬੇਨਤੀ ਕਰੂੰਗਾ ਕਿ ਉਹ ਸਾਡੇ ਇਹਨਾਂ ਦੋਨਾਂ ਮਹਿਮਾਨਾਂ ਦਾ ਸਵਾਗਤ ਕਰਨਗੇ। ਡਾਕਟਰ ਸਰਬਜੀਤ ਕੌਰ ਸੋਹਲ। बहुत शुक्रिया डॉक्टर कुलदीप दीप जी। साडे पंजाब साहित्य अकेडमी ਦੇ ਮੰਚ ਤੋਂ ਸੰਕਟ ਕਾਲ ਅਤੇ ਸਾਹਿਤ ਦੇ ਵੱਖਰੇ ਵੱਖਰੇ ਪੜਾਵਾਂ ਦੇ ਵਿੱਚ ਜਿੱਥੇ ਅਸੀਂ ਸਾਹਿਤ ਅਤੇ ਸਮਾਜ ਨੂੰ ਉਹਦੀ ਸਹਿ ਹੋਂਦ ਦੇ ਨਾਲ ਲੈ ਕੇ ਤੁਰੇ ਹਾਂ, ਤਾਂ ਉਸ ਦੇ ਵਿੱਚ ਅੱਜ ਦਾ ਜਿਹੜਾ ਸਾਡਾ ਪ੍ਰੋਗਰਾਮ ਹੈ ਇਹ ਸਭ ਤੋਂ ਜ਼ਿਆਦਾ ਮੈਨੂੰ ਲੱਗਦਾ ਹੈ ਕਿ ਮਹੱਤਵਪੂਰਨ ਆ, ਕਿਉਂਕਿ ਪੰਜਾਬ ਖੇਤੀ ਆਧਾਰਿਤ ਸੂਬਾ ਹੈ। ਤੇ ਇਹਦੇ ਵਿੱਚ ਇਸ ਵੇਲੇ ਜਿਹੜੀ ਮੈਨੂੰ ਲੱਗਦਾ ਹੈ ਕਿ ਜਦੋਂ ਅਸੀਂ ਬਹੁਤ ਜ਼ਿਆਦਾ ਅਸੀਂ ਕਿਹਾ ਸੀਗਾ ਕਿ ਵਿਸ਼ਵੀਕਰਨ ਹੈ ਜੀ ਸਾਡਾ, ਬਹੁਤ ਸਾਰੀਆਂ ਵਸਤਾਂ ਦੀ ਸਾਨੂੰ ਲੋੜ ਸੀ, ਪਰ ਹੁਣ ਜਿਹੜਾ ਇਸ ਸੰਕਟ ਕਾਲ ਦੇ ਸਮੇਂ ਦੇ ਵਿੱਚ ਵੇਖਿਆ ਗਿਆ ਹੈ ਕਿ ਇਸ ਵੇਲੇ ਸਭ ਤੋਂ ਵੱਡੀ ਲੋੜ ਤੰਦਰੁਸਤ ਰਹਿਣਾ ਤੇ ਰੋਟੀ ਖਾਣਾ। ਸੋ ਮੈਨੂੰ ਲੱਗਦਾ ਹੈ ਕਿ ਜਿੱਥੇ ਅਸੀਂ ਬਹੁਤ ਵੱਡੇ ਕ੍ਰਾਈਸਿਸ ਚੋਂ ਵੀ ਲੰਘੇ ਹਾਂ, ਸਾਨੂੰ ਵਸਤਾਂ ਦੇ ਭਾਅ, ਅਨਾਜ ਦੇ ਭਾਅ ਸਹੀ ਨਹੀਂ ਮਿਲਦੇ, ਅਨਾਜ ਦੇ ਵਿੱਚ ਜਿਹੜੀ ਆ ਗੋਦਾਮਾਂ ਦੇ ਵਿੱਚ ਖਰਾਬ ਹੋ ਜਾਂਦਾ, ਭੁੱਖੇ ਦੇ ਮੂੰਹ 'ਚ ਨਹੀਂ ਪਹੁੰਚਦਾ। ਸੋ ਬਹੁਤ ਸਾਰੀਆਂ ਸਰਕਾਰੀ ਨੀਤੀਆਂ ਵੀ ਨੇ, ਬਹੁਤ ਸਾਰੀਆਂ ਹੋਰ ਗੱਲਾਂ ਵੀ ਨੇ। ਪਰ ਮੈਂ ਕਿਤੇ ਪੜ੍ਹ ਰਹੀ ਸੀ ਕਿ ਆਉਣ ਵਾਲੇ ਸਮੇਂ ਦੇ ਵਿੱਚ ਕਾਰਪੋਰੇਟਸ ਨੇ ਸਾਡੀਆਂ ਜ਼ਮੀਨਾਂ ਤੇ ਵੀ ਕਬਜ਼ਾ ਕਰ ਲੈਣਾ ਤੇ ਸਾਡੇ ਪਾਣੀਆਂ ਤੇ ਵੀ ਕਬਜ਼ਾ ਕਰ ਲੈਣਾ। ਸਾਡੀ ਜ਼ਮੀਨ ਤੋਂ ਉੱਗਿਆ ਅੰਨ ਸਾਨੂੰ ਮਹਿੰਗੇ ਭਾਅ ਮਿਲੂਗਾ ਤੇ ਸਾਡੇ ਪਾਣੀਆਂ ਜਿਹੜੇ ਨੇ ਉਹੋ ਹੀ ਸਾਨੂੰ ਵੇਚੇ ਜਾਣਗੇ। ਸੋ ਆਉਣ ਵਾਲੇ ਸਮੇਂ ਦਾ ਇਹ ਵੀ ਇੱਕ ਸੰਕਟ ਹੈ। ਤੇ ਇਸ ਵੇਲੇ ਜੇਕਰ ਮੈਨੂੰ ਲੱਗਦਾ ਹੁੰਦਾ ਕਿ ਜੇ ਅਸੀਂ ਇਹ ਸੋਚੀਏ ਕਿ ਜੇ ਪੰਜਾਬ ਦੇ ਕੋਲੇ ਸੋਹਣੀ ਜ਼ਮੀਨ ਹੈ, ਪਾਣੀ ਵੀ ਹੈਗੇ ਨੇ, ਅਸੀਂ ਰਾਜਸਥਾਨ ਤੋਂ ਬਹੁਤ ਚੰਗੇ ਆ, ਨਹਿਰਾਂ ਨੇ ਸਾਡੇ ਕੋਲੇ, ਥੱਲੇ ਵੀ ਪਾਣੀ ਆ, ਭਾਵੇਂ ਕਿ ਉਹ ਅੱਗੇ ਨਾਲੋਂ ਬਹੁਤ ਘਟ ਗਿਆ, ਪਰ ਕੋਈ ਇਹੋ ਜਿਹੀ ਹੋ ਸਕਦੀ ਹੈ, ਕੋਈ ਇਹੋ ਜਿਹਾ ਜੁਗਾੜ ਕਿ ਅਸੀਂ ਆਪਣੇ ਅਨਾਜ ਨੂੰ ਆਪਣੇ ਕਹਿ ਲਓ ਕਿ ਮੁੱਲਾਂ ਤੇ ਆਪਣੇ ਤਰੀਕੇ ਨਾਲ ਕੁਛ ਏਦਾਂ ਦਾ ਕਰ ਸਕੀਏ। ਉਹਦੇ ਲਈ ਕੁਝ ਵੀ ਇਹੋ ਜਿਹਾ ਯਾਨੀ ਜਿਹਦੇ ਨਾਲ ਸਾਡੇ ਪੰਜਾਬ ਦੇ ਕਿਸਾਨਾਂ ਦਾ ਭਵਿੱਖ ਵਧੀਆ ਹੋ ਜਾਏ। ਮੈਨੂੰ ਲੱਗਦਾ ਹੈ ਕਿ ਜੇ ਅੱਜ ਆਪਾਂ ਇਸ ਤਰ੍ਹਾਂ ਨਾਲ ਕੁਝ ਇਸ ਗੱਲ ਨੂੰ ਅੱਗੇ ਤੋਰ ਸਕਾਂਗੇ ਤੇ ਮੈਨੂੰ ਬਹੁਤ ਚੰਗਾ ਲੱਗੂਗਾ। ਸੋ ਪੰਜਾਬ ਸਾਹਿਤ ਅਕੈਡਮੀ ਦੇ ਇਸ ਮੰਚ ਤੇ ਡਾਕਟਰ ਗਿਆਨ ਸਿੰਘ ਜੀ, ਤੁਹਾਡੇ ਤੋਂ ਸਾਨੂੰ ਬਹੁਤ ਜ਼ਿਆਦਾ ਅਸੀਂ ਤੁਹਾਡੇ ਬਾਰੇ ਸੁਣਿਆ ਹੋਇਆ ਔਰ ਤੁਸੀਂ ਇਹਨਾਂ ਮਸਲਿਆਂ ਨੂੰ ਬਹੁਤ ਚੰਗੀ ਤਰ੍ਹਾਂ ਸਮਝਦੇ ਹੋ, ਜ਼ਰੂਰ ਸਾਨੂੰ ਕੋਈ ਸੇਧ ਮਿਲੂਗੀ। ਤੇ ਕੁਲਵਿੰਦਰ ਬਚੋਆਣਾ ਜੀ, ਤੁਹਾਡਾ ਵੀ ਬਹੁਤ ਬਹੁਤ ਸਵਾਗਤ ਹੈ। ਬਹੁਤ ਸੋਹਣੀ ਤੁਸੀਂ ਕਵਿਤਾ ਗਜ਼ਲ ਲਿਖਦੇ ਹੋ। ਏਕਮ ਸਾਹਿਤਕ ਮੰਚ ਵੱਲੋਂ ਤੁਹਾਨੂੰ ਸਨਮਾਨ ਵੀ ਮਿਲਿਆ ਹੈ। ਔਰ ਬਮਲਜੀਤ ਮਾਨ ਜੀ ਇਹ ਵੀ ਮੇਰੇ ਸਾਹਮਣੇ ਦਿਸ ਰਹੇ ਨੇ। ਸਤਿ ਸ਼੍ਰੀ ਅਕਾਲ ਮਾਨ ਮੈਡਮ। ਤੇ ਹੋਰ ਵੀ ਜਿੰਨੇ ਸਾਡੇ ਦਰਸ਼ਕ, ਸਾਡੇ ਸਰੋਤੇ। ਤੁਹਾਡਾ ਮਾਈਕ ਬੰਦ ਹੋ ਗਿਆ ਮੈਮ।
ਜੀ ਜਿੰਨੇ ਵੀ ਦਰਸ਼ਕ ਸਰੋਤੇ ਸਾਡੇ ਨਾਲ ਦੇਸ਼ ਵਿਦੇਸ਼ ਤੋਂ ਜੁੜੇ ਹੋਏ ਨੇ, ਉਹਨਾਂ ਸਭ ਦਾ ਪੰਜਾਬ ਸਾਹਿਤ ਅਕੈਡਮੀ ਦੇ ਇਸ ਮੰਚ ਤੇ ਨਿੱਘਾ ਸਵਾਗਤ ਹੈ। ਕਹਿੰਦੇ ਹੁੰਦੇ ਆ ਕਿ ਬੂੰਦ ਬੂੰਦ ਨਾਲ ਘੜਾ ਭਰ ਜਾਂਦਾ ਹੈ, ਸਾਗਰ ਵੀ ਭਰ ਜਾਂਦਾ, ਤੇ ਕੁਛ ਨਾ ਕੁਛ ਜ਼ਰੂਰ ਅਸੀਂ ਇਹ ਸਾਰੇ ਜਿਹੜੇ ਚਿੰਤਨ ਤੇ ਮਨਨ ਕਰ ਰਹੇ ਹਾਂ, ਅਸੀਂ ਸਾਹਿਤ ਦੇ ਜ਼ਰੀਏ ਆਪਣੇ ਸਰੋਤਿਆਂ ਨਾਲ ਜੁੜ ਕੇ, ਆਪਣੇ ਦਰਸ਼ਕਾਂ ਨਾਲ, ਆਪਣੇ ਲੇਖਕਾਂ ਨਾਲ, ਸੋ ਜ਼ਰੂਰ ਕੁਝ ਨਾ ਕੁਝ ਅਸੀਂ ਪੋਜ਼ਿਟਿਵ ਵਾਲੇ ਪਾਸੇ ਜ਼ਰੂਰ ਤੁਰਾਂਗੇ। ਸੋ ਇਹਨਾਂ ਸ਼ਬਦਾਂ ਦੇ ਨਾਲ ਮੈਂ ਅੱਜ ਪੰਜਾਬ ਸਾਹਿਤ ਅਕੈਡਮੀ ਦੇ ਇਸ ਮੰਚ ਤੋਂ ਡਾਕਟਰ ਗਿਆਨ ਸਿੰਘ ਜੀ, ਕੁਲਵਿੰਦਰ ਬਚਿਆਣਾ ਜੀ, ਡਾਕਟਰ ਕੁਲਦੀਪ ਜੀ ਔਰ ਸਾਡੇ ਬਹੁਤ ਸਾਰੇ ਜਿਹੜੇ ਦਰਸ਼ਕ ਇਸ ਵੇਲੇ ਆਨਲਾਈਨ ਨੇ, ਸੁਣ ਰਹੇ ਨੇ। ਅਸੀਂ ਦੂਸਰੇ ਫੋਨ ਤੇ ਮੈਂ ਉਹਨਾਂ ਦੇ ਵਿਊਜ਼ ਵੇਖ ਰਹੀ ਹੁੰਨੀ ਆ, ਕਈ ਵਾਰੀ ਉਹ ਤੁਸੀਂ ਰਿਸਪੌਂਸ ਕਰ ਪਾਉਂਦੇ ਹੋ ਪਰ ਕਈ ਵਾਰੀ ਨਹੀਂ, ਪਰ ਤੁਹਾਡਾ ਸਾਰਿਆਂ ਦਾ ਬਹੁਤ ਧੰਨਵਾਦ ਕਿ ਤੁਸੀਂ ਸਾਡੇ ਨਾਲ ਜੁੜਦੇ ਹੋ, ਤੇ ਤੁਹਾਡੇ ਇਹ ਜਿਹੜੇ ਕਮੈਂਟਸ ਨੇ ਉਹ ਸਾਡੀ ਹੌਸਲਾ ਅਫਜ਼ਾਈ ਕਰਦੇ ਨੇ। ਸੋ ਅੱਜ ਦੇ ਇਸ ਪ੍ਰੋਗਰਾਮ ਦੇ ਲਈ ਜੀ ਬਹੁਤ ਬਹੁਤ ਧੰਨਵਾਦ ਸੋਲ ਮੈਮ। ਤੇ ਤੁਸੀਂ ਦੇਖ ਰਹੇ ਹੋ ਸਾਡੀ ਇਸ ਸਕਰੀਨ ਤੇ ਡਾਕਟਰ ਗਿਆਨ ਸਿੰਘ ਹੋਰਾਂ ਨੂੰ। ਡਾਕਟਰ ਗਿਆਨ ਸਿੰਘ ਜੀ, ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ। ਸ਼ੁਕਰੀਆ ਡਾਕਟਰ ਦੀਪ ਜੀ। ਜੀ ਡਾਕਟਰ ਗਿਆਨ ਸਿੰਘ ਇੱਕ ਪਾਸੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਵਿੱਚ ਪ੍ਰੋਫੈਸਰ ਨੇ, ਸਾਬਕਾ ਪ੍ਰੋਫੈਸਰ, ਪਰ ਇਹਨਾਂ ਦਾ ਪ੍ਰੋਫੈਸਰ ਹੋਣਾ ਵੱਡੀ ਗੱਲ ਨਹੀਂ। ਵੱਡੀ ਗੱਲ ਇਹ ਹੈ ਕਿ ਉਸ ਸਮਾਜਿਕ ਸਰੋਕਾਰਾਂ ਦੇ ਨਾਲ ਜੁੜਿਆ ਹੋਣਾ, ਜਿਨ੍ਹਾਂ ਦੇ ਆਧਾਰ ਤੇ ਇਹ ਸਮਾਜ ਜਿਹੜਾ ਹੈਗਾ ਉਹ ਸੋਹਣਾ ਬਣਨਾ, ਜਿਨ੍ਹਾਂ ਦੇ ਆਧਾਰ ਤੇ ਭਵਿੱਖ ਦਾ ਸਮਾਜ ਸਿਰਜਿਆ ਜਾਣਾ ਹੈ। ਜੇ ਅਕਾਦਮਿਕ ਤੌਰ ਤੇ ਇਹਨਾਂ ਦੀਆਂ ਪ੍ਰਾਪਤੀਆਂ ਦੇਖੀਏ ਤਾਂ ਬਹੁਤ ਲੰਮੀ ਚੌੜੀ ਲਿਸਟ ਹੈ ਮੇਰੇ ਸਾਹਮਣੇ। 90 ਦੇ ਕਰੀਬ ਰਿਸਰਚ ਪੇਪਰ ਇਹਨਾਂ ਦੇ ਅੰਗਰੇਜ਼ੀ ਦੇ ਵਿੱਚ ਛਪੇ ਨੇ, ਤੇ 8 ਕਿਤਾਬਾਂ ਇਹਨਾਂ ਦੀਆਂ ਅੰਗਰੇਜ਼ੀ ਦੇ ਵਿੱਚ ਆਈਆਂ ਨੇ, 9 ਕਿਤਾਬਾਂ ਇਹਨਾਂ ਦੀਆਂ ਪੰਜਾਬੀ ਦੇ ਵਿੱਚ ਆਈਆਂ ਨੇ, ਤੇ 450 ਦੇ ਕਰੀਬ ਆਰਟੀਕਲ ਇਹਨਾਂ ਦੇ ਵੱਖ-ਵੱਖ ਅਖਬਾਰਾਂ ਦੇ ਵਿੱਚ ਲੱਗੇ ਨੇ। ਸੋ ਰੋਜ਼ ਲਗਭਗ ਕਿਸੇ ਨਾ ਕਿਸੇ ਅਖਬਾਰ ਦੇ ਵਿੱਚ ਡਾਕਟਰ ਗਿਆਨ ਸਿੰਘ ਹੋਰਾਂ ਦਾ ਕੋਈ ਵਿਦਵਤਾ ਭਰਪੂਰ ਆਰਟੀਕਲ ਲਿਖਿਆ ਹੁੰਦਾ ਹੈ, ਤੇ ਉਹਦੇ ਵਿੱਚ ਉਹਨਾਂ ਨੇ ਕਿਸਾਨਾਂ ਦੇ, ਖੇਤ ਮਜ਼ਦੂਰਾਂ ਦੇ, ਸਾਡੀ ਖੇਤੀ ਆਧਾਰਿਤ ਆਰਥਿਕਤਾ ਦੇ ਵੱਖ-ਵੱਖ ਪਹਿਲੂਆਂ ਤੇ ਬਹੁਤ ਖੂਬਸੂਰਤ ਚਰਚਾ ਕੀਤੀ ਹੁੰਦੀ ਹੈ। ਸੋ ਅਸੀਂ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਡਾਕਟਰ ਗਿਆਨ ਸਿੰਘ ਹੋਰਾਂ ਨੂੰ ਪੰਜਾਬ ਸਾਹਿਤ ਅਕੈਡਮੀ ਵੱਲੋਂ ਜੀ ਆਇਆਂ। ਸ਼ੁਕਰੀਆ ਡਾਕਟਰ ਸਾਹਿਬ। ਦੂਜੇ ਜੋ ਸਾਡੇ ਨਾਲ ਦੋਸਤ ਨੇ ਸਿਰਜਣਾ ਦੇ ਪਲ ਦੇ ਰੂਪ ਦੇ ਵਿੱਚ, ਉਹਨੇ ਕੁਲਵਿੰਦਰ ਬਚਵਾਣਾ ਜੀ। ਕੁਲਵਿੰਦਰ ਬਚਵਾਣਾ, ਤੁਹਾਡਾ ਸਵਾਗਤ ਹੈ ਜੀ। ਬਹੁਤ 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 ਸ਼ੁਕਰੀਆ ਡਾਕਟਰ ਸਾਹਿਬ, ਧੰਨਵਾਦ। ਕੁਲਵਿੰਦਰ ਬਚਵਾਣਾ ਬਹੁਤ ਅਹਿਸਾਸਮੰਦ ਸ਼ਾਇਰ ਹੈ ਪੰਜਾਬੀ ਦਾ, ਬਹੁਤ ਅੱਛੀਆਂ ਗਜ਼ਲਾਂ ਲਿਖਦਾ ਹੈ, ਜ਼ਮੀਨ ਨਾਲ ਜੁੜੇ ਹੋਏ ਭਾਵ ਨੇ ਇਹਦੀਆਂ ਗਜ਼ਲਾਂ ਦੇ ਵਿੱਚ। ਤੇ ਮੈਂ ਜਦੋਂ ਇਹਨਾਂ ਦੀਆਂ ਗਜ਼ਲਾਂ ਨੂੰ ਪੜ੍ਹਦਾ ਤਾਂ ਮੈਂ ਉਹਨਾਂ ਅਹਿਸਾਸਾਂ ਨੂੰ ਮਾਣਦਾ। ਇਹਨਾਂ ਦੇ ਕੁਝ ਸ਼ੇਰ ਮੈਂ ਤੁਹਾਡੇ ਨਾਲ ਇੱਕ ਦੋ ਸਾਂਝੇ ਕਰਦਾ। ਇੱਕ ਬਹੁਤ ਖੂਬਸੂਰਤ ਸ਼ੇਰ ਜਿਹੜਾ ਮੈਨੂੰ ਅਕਸਰ ਬਹੁਤ ਚੰਗਾ ਲੱਗਦਾ ਹੁੰਦਾ ਹੈ, ਉਹ ਹੈ ਕਿ ਮੇਰੀ ਐਲਬਮ ਦੀਆਂ ਤਸਵੀਰਾਂ ਵਿੱਚ ਵੀ ਮੈਂ ਨਹੀਂ ਹਾਂ ਹੁਣ, ਮੇਰੇ ਸਾਹਮਣੇ ਖੜਾ ਸ਼ੀਸ਼ੇ 'ਚ ਵੀ ਕੋਈ ਓਪਰਾ ਹੁੰਦਾ ਹੈ, ਮੈਂ ਤੈਨੂੰ ਯਾਦ ਕਰਕੇ ਲਾਏ ਸਨ ਵਿਹੜੇ 'ਚ ਕੁਝ ਬੂਟੇ, ਤੇ ਹੁਣ ਜੋ ਫੁੱਲ ਖਿੜਦਾ ਹੈ ਹੂਬਹੂ ਤੇਰੇ ਜਿਹਾ ਹੁੰਦਾ ਹੈ। ਤੋ ਬਹੁਤ ਹੀ ਅਹਿਸਾਸਾਂ ਦੀ ਸ਼ਾਇਰੀ ਹੈ। ਜਿਹੜਾ ਮਿੱਟੀ 'ਚ ਹੀ ਰੱਖੀ ਚੁਗਿਰਦੇ ਨਾਲ ਵਾਹ ਰੱਖੀ, ਬੜੇ ਤੂਫਾਨ ਝੁੱਲਣਗੇ ਡਰੀ ਨਾ ਹੌਸਲਾ ਰੱਖੀ, ਵਹਾ ਨੂੰ ਬਦਲ ਦੇਵੇਂਗਾ ਜਦੋਂ ਤੂੰ ਕਾਫਲਾ ਬਣਿਆ, ਇਰਾਦਾ ਪਰਵਤਾ ਵਾਂਗੂ ਲਹੂ ਨੂੰ ਖੌਲਦਾ ਰੱਖੀ। ਇਹਨਾਂ ਦੀ ਕਿਤਾਬ ਵਕਤ ਜੋ ਸਾਡਾ ਨਹੀਂ ਗਜ਼ਲਾਂ ਦੀ ਕਿਤਾਬ ਹੈ, ਤੇ ਭਵਿੱਖ ਦੀ ਇੱਕ ਹੋਰ ਕਿਤਾਬ ਦੀ ਤਿਆਰੀ ਕਰ ਰਹੇ ਨੇ। ਸੋ ਅਸੀਂ ਇਸ ਤੋਂ ਪਹਿਲਾਂ ਕਿ ਡਾਕਟਰ ਗਿਆਨ ਸਿੰਘ ਹੋਰਾਂ ਨੂੰ ਸੁਣੀਏ ਤੇ ਮਾਣੀਏ ਤੇ ਉਹਨਾਂ ਨਾਲ ਚਰਚਾ ਕਰੀਏ, ਪਹਿਲਾਂ ਆਪਾਂ ਮੰਨਦੇ ਹਾਂ ਕੁਲਵਿੰਦਰ ਬਚਵਾਣਾ ਨੂੰ। ਜੀ ਕੁਲਵਿੰਦਰ ਬਚਵਾਣਾ ਜੀ। ਸਭ ਤੋਂ ਪਹਿਲਾਂ ਬਹੁਤ ਸ਼ੁਕਰੀਆ ਡਾਕਟਰ ਸਾਹਿਬ। ਮੈਂ ਸਭ ਤੋਂ ਪਹਿਲਾਂ ਧੰਨਵਾਦ ਕਰਦਾ ਮੈਡਮ ਸਰਬਜੀਤ ਕੌਰ ਸੋਹਲ ਜੀ, ਪ੍ਰਧਾਨ ਪੰਜਾਬ ਕਲਾ ਪਰਿਸ਼ਦ, ਡਾਕਟਰ ਕੁਲਦੀਪ ਸਿੰਘ ਦੀਪ, ਜਿਨ੍ਹਾਂ ਦੇ ਯਤਨਾਂ ਸਦਕਾ ਇਹ ਅੱਜ ਪ੍ਰੋਗਰਾਮ ਸੰਭਵ ਹੋਇਆ। ਤੇ ਮੈਨੂੰ ਇਹ ਗੱਲ ਦੀ ਬੜੀ ਖੁਸ਼ੀ ਹੈ ਕਿ ਤੁਸੀਂ ਨੇ ਕਰੋਨਾ ਸੰਕਟ ਦੇ ਦੌਰ ਦੇ ਵਿੱਚ ਵੀ ਜਿਹੜਾ ਚਿੰਤਨ ਤੇ ਕਲਾ ਦੀ ਮਿਸਾਲ ਆ ਜਿਹੜੀ ਉਹ ਜਗਦੀ ਰੱਖ ਰਹੇ ਹੋ ਤੁਸੀਂ। ਇਹ ਕੋਈ ਛੋਟੀ ਗੱਲ ਨਹੀਂ, ਵੱਡੀ ਗੱਲ ਹੈ। ਇਹ ਗੱਲ ਮੈਨੂੰ ਬਹੁਤ ਚੰਗੀ ਲੱਗੀ ਹੈ, ਤੇ ਮੈਨੂੰ ਇਸ ਗੱਲ ਦਾ ਇਹ ਬਹੁਤ ਮਾਣ ਹੈ ਕਿ ਮੈਂ ਡਾਕਟਰ ਗਿਆਨ ਸਿੰਘ ਹੋਰਾਂ ਦੇ ਨਾਲ ਇਸ ਪ੍ਰੋਗਰਾਮ ਦੇ ਵਿੱਚ ਸ਼ਾਮਲ ਹੋਇਆ। ਡਾਕਟਰ ਗਿਆਨ ਸਿੰਘ ਜਿਹੜੇ ਅਕਸਰ ਖੇਤੀ ਦੇ ਬਾਰੇ, ਖੇਤੀ ਸੰਕਟ ਬਾਰੇ, ਕਿਸਾਨੀ ਸਮੱਸਿਆਵਾਂ ਬਾਰੇ ਉਹਨਾਂ ਦੇ ਲੇਖ ਅਸੀਂ ਅਖਬਾਰਾਂ 'ਚ ਪੜ੍ਹਦੇ ਰਹਿੰਦੇ ਹਾਂ। ਖੇਤੀ ਸੰਕਟ ਦੇ, ਕਿਸਾਨੀ ਅਰਥਚਾਰੇ ਦੇ ਉਹ ਚਿੰਤਕ ਵੀ ਨੇ ਤੇ ਉਹਦੇ ਬਾਰੇ ਚਿੰਤਤ ਵੀ ਨੇ। ਇਹ ਲਗਾਤਾਰ ਕਿਸਾਨੀ ਸੰਕਟ ਨੂੰ ਹੱਲ ਕਰਨ ਲਈ ਲਗਾਤਾਰ ਚੱਲਦੀ ਹੈ, ਤੇ ਪੰਜਾਬ ਦੇ ਮੁੱਖ ਸੰਕਟਾਂ 'ਚੋਂ ਇਹ ਵੀ ਇੱਕ ਹੈ ਜੀ।
ਸੋ ਇਹਨਾਂ ਸਾਰੀਆਂ ਗੱਲਾਂ ਦਾ ਮੈਨੂੰ ਬਹੁਤ ਮਾਣ ਹੈ। ਮੈਂ ਬਹੁਤ ਖੁਸ਼ਕਿਸਮਤ ਹਾਂ ਤੇ ਗੱਲਾਂ ਜਾਂ ਚਿੰਤਨ ਦਾ ਜਿਹੜਾ ਖੇਤਰ ਹੈ ਉਹ ਡਾਕਟਰ ਸਾਹਿਬ ਦਾ ਇਹ ਕਰਨਗੇ ਉਹਦੇ ਬਾਰੇ ਗੱਲਾਂ। ਮੈਂ ਕਿਉਂਕਿ ਇੱਕ ਸ਼ਾਇਰ ਵਜੋਂ ਸ਼ਾਮਿਲ ਹੋਇਆ ਤੇ ਮੈਂ ਕੁਝ ਸ਼ਾਇਰੀ ਤੁਹਾਡੇ ਸਾਰਿਆਂ ਨਾਲ ਸਾਂਝੀ ਕਰੂੰਗਾ। ਡਾਕਟਰ ਸਾਹਿਬ ਕਰੀਏ ਜੀ ਸ਼ੁਰੂ? ਹਾਂ ਬਿਲਕੁਲ ਜੀ, ਬਿਲਕੁਲ। ਹਾਂਜੀ ਹਾਂ, ਜਿਹੜੀ ਮੈਂ ਗਜ਼ਲ ਸਾਂਝੀ ਕਰ ਰਿਹਾ ਤੁਹਾਡੇ ਨਾਲ ਪਹਿਲਾਂ, ਉਹਦਾ ਦੀ ਫਸਲਾਂ ਹੈ, ਮਤਲਬ ਮੈਂ ਪ੍ਰਤੀਕ ਵਜੋਂ ਵੀ ਲਿਆ ਤੇ ਕਈ ਗੱਲਾਂ ਫਸਲਾਂ ਬਾਰੇ ਵੀ ਨੇ ਜੀ। ਝੱਖੜ ਹਜ਼ਾਰਾਂ ਸਹਿ ਕੇ ਹੁੰਦੀਆਂ ਜਵਾਨ ਫਸਲਾਂ। ਵਾਹ। ਝੱਖੜ ਹਜ਼ਾਰਾਂ ਸਹਿ ਕੇ ਹੁੰਦੀਆਂ ਜਵਾਨ ਫਸਲਾਂ, ਜੀਵਨ ਦਾ ਸਿਰਜਣਾ ਦਾ ਜਿੱਤ ਦਾ ਨਿਸ਼ਾਨ ਫਸਲਾਂ। ਝੱਖੜ ਹਜ਼ਾਰਾਂ ਸਹਿ ਕੇ। ਡਾਕਟਰ ਸਾਹਿਬ ਮਾਈਕ ਕੋਈ ਔਨ ਹੈ ਸ਼ਾਇਦ, ਉਧਰੋਂ ਆਵਾਜ਼ ਆ ਰਹੀ। ਕੋਈ ਨਹੀਂ, ਚਲੋ ਮਾੜਾ ਮੋਟਾ ਕਰ ਦੇਣਾ ਨਾਲ ਦੇ ਨਾਲ। ਹਾਂਜੀ ਹਾਂਜੀ। ਝੱਖੜ ਹਜ਼ਾਰਾਂ ਸਹਿ ਕੇ ਹੁੰਦੀਆਂ ਜਵਾਨ ਫਸਲਾਂ, ਜੀਵਨ ਦਾ ਸਿਰਜਣਾ ਦਾ ਜਿੱਤ ਦਾ ਨਿਸ਼ਾਨ ਫਸਲਾਂ। ਆਲੇ ਦੁਆਲੇ ਫਿਰਦੇ 100 ਤਰ੍ਹਾਂ ਦੇ ਕੀੜੇ। ਵਾਹ। ਆਲੇ ਦੁਆਲੇ ਫਿਰਦੇ 100 ਤਰ੍ਹਾਂ ਦੇ ਕੀੜੇ, ਹਰ ਦਮ ਨੇ ਖਤਰਿਆਂ ਵਿੱਚ ਕੱਲੀਆਂ ਜਵਾਨ ਫਸਲਾਂ। ਵਾਹ ਵਾਹ ਵਾਹ, ਬਹੁਤ ਅੱਛਾ, ਬਹੁਤ ਅੱਛਾ। ਆਲੇ ਦੁਆਲੇ ਫਿਰਦੇ, ਥੈਂਕ ਯੂ ਸਰ। ਆਲੇ ਦੁਆਲੇ ਫਿਰਦੇ 100 ਤਰ੍ਹਾਂ ਦੇ ਕੀੜੇ, ਹਰ ਦਮ ਨੇ ਖਤਰਿਆਂ ਵਿੱਚ ਕੱਲੀਆਂ ਜਵਾਨ ਫਸਲਾਂ। ਆਈਆਂ ਸੀ ਲੈ ਕੇ ਦਾਣੇ ਇਹ ਭੁੱਖੇ ਢਿੱਡਾਂ ਖਾਤਰ। ਆਈਆਂ ਸੀ ਲੈ ਕੇ ਦਾਣੇ ਇਹ ਭੁੱਖੇ ਢਿੱਡਾਂ ਖਾਤਰ, ਮੰਡੀ ਦੇ ਹੱਥੋਂ ਗਈਆਂ ਠੱਗੀਆਂ ਰਕਾਨ ਫਸਲਾਂ। ਵਾਹ ਵਾਹ, ਬਹੁਤ ਅੱਛਾ ਮੈਟਾਫਰ ਹੈ ਜੀ। ਆਈਆਂ ਸੀ ਲੈ ਕੇ ਦਾਣੇ ਇਹ ਭੁੱਖੇ ਢਿੱਡਾਂ ਖਾਤਰ, ਮੰਡੀ ਦੇ ਹੱਥੋਂ ਗਈਆਂ ਠੱਗੀਆਂ ਰਕਾਨ ਫਸਲਾਂ। ਇਸ ਗਜ਼ਲ ਦਾ ਆਖਰੀ ਸ਼ੇਅਰ ਹੈ। ਖਬਰੇ ਕਦੋਂ ਆ ਧਮਕਣ ਖੇਤਾਂ ਨੂੰ ਖੋਹਣ ਵਾਲੇ। ਖਬਰੇ ਕਦੋਂ ਆ ਧਮਕਣ ਖੇਤਾਂ ਨੂੰ ਖੋਹਣ ਵਾਲੇ, ਹੁਣ ਜਿਉਂਦੀਆਂ ਨੇ ਲੈ ਕੇ ਮੁੱਠੀ 'ਚ ਜਾਨ ਫਸਲਾਂ। ਵਾਹ ਵਾਹ ਵਾਹ, ਬਹੁਤ ਅੱਛਾ। ਖਬਰੇ ਕਦੋਂ ਆ ਧਮਕਣ ਖੇਤਾਂ ਨੂੰ ਖੋਹਣ ਵਾਲੇ, ਹੁਣ ਜਿਉਂਦੀਆਂ ਨੇ ਲੈ ਕੇ ਮੁੱਠੀ 'ਚ ਜਾਨ ਫਸਲਾਂ। ਝੱਖੜ ਹਜ਼ਾਰਾਂ ਸਹਿ ਕੇ ਹੁੰਦੀਆਂ ਜਵਾਨ ਫਸਲਾਂ, ਜੀਵਨ ਦਾ ਸਿਰਜਣਾ ਦਾ ਜਿੱਤ ਦਾ ਨਿਸ਼ਾਨ ਫਸਲਾਂ। ਜੀ ਜੀ, ਬਹੁਤ ਅੱਛੇ, ਬਹੁਤ ਅੱਛੇ ਜੀ। ਕੁਝ ਹੋਰ ਸ਼ੇਅਰ ਮੈਂ ਸਾਂਝੇ ਕਰਦਾ ਤੁਹਾਡੇ ਨਾਲ ਜੀ। ਸ਼ੁਕਰੀਆ ਜੀ, ਸ਼ੁਕਰੀਆ। ਮੈਸੇਜ ਆ ਰਹੇ ਕੁਝ, ਬਹੁਤ ਸ਼ੁਕਰੀਆ ਸਾਰਿਆਂ ਦਾ, ਥੈਂਕ ਯੂ। ਜੀ ਜੀ, ਕੰਟੀਨਿਊ ਰੱਖੋ। ਨੇਰ ਦੀ ਛਾਤੀ ਤੇ ਸੂਹੀ ਲੀਕ ਪਾ ਕੇ ਦੇਖੀਏ। ਨੇਰ ਦੀ ਛਾਤੀ ਤੇ ਸੂਹੀ ਲੀਕ ਪਾ ਕੇ ਦੇਖੀਏ, ਆਓ ਅੱਧੀ ਰਾਤ ਨੂੰ ਸੂਰਜ ਚੜਾ ਕੇ ਦੇਖੀਏ। ਵਾਹ। ਨੇਰ ਦੀ ਛਾਤੀ ਤੇ ਸੂਹੀ ਲੀਕ ਪਾ ਕੇ ਦੇਖੀਏ, ਆਓ ਅੱਧੀ ਰਾਤ ਨੂੰ ਸੂਰਜ ਚੜਾ ਕੇ ਦੇਖੀਏ। ਕਿਸ਼ਤੀਆਂ ਲਹਿਰਾਂ ਡੂੰਘਾਈ ਦੀ ਤਾਂ ਚਰਚਾ ਖੂਬ ਹੈ। ਕਿਸ਼ਤੀਆਂ ਲਹਿਰਾਂ ਡੂੰਘਾਈ ਦੀ ਤਾਂ ਚਰਚਾ ਖੂਬ ਹੈ, ਹੁਣ ਸਮੁੰਦਰ ਦੇ ਅਸੀਂ ਵਿਚਕਾਰ ਜਾ ਕੇ ਦੇਖੀਏ। ਵਾਹ, ਕੀ ਬਾਤ ਹੈ, ਸਮੁੰਦਰ ਦੇ ਵਿਚਕਾਰ ਜਾਣਾ। ਗੁੱਡ, ਥੈਂਕ ਯੂ ਸਰ। ਕਿਸ਼ਤੀਆਂ ਲਹਿਰਾਂ ਡੂੰਘਾਈ ਦੀ ਤਾਂ ਚਰਚਾ ਖੂਬ ਹੈ, ਹੁਣ ਸਮੁੰਦਰ ਦੇ ਅਸੀਂ ਵਿਚਕਾਰ ਜਾ ਕੇ ਦੇਖੀਏ। ਦਰਦ ਦੀ ਕੋਈ ਦਵਾਈ ਵੀ ਨਹੀਂ ਜੇ ਕਾਰਗਰ। ਦਰਦ ਦੀ ਕੋਈ ਦਵਾਈ ਵੀ ਨਹੀਂ ਜੇ ਕਾਰਗਰ, ਦਰਦ ਨੂੰ ਹੀ ਸਿਰਜਣਾ ਕਿਉਂ ਨਾ ਬਣਾ ਕੇ ਦੇਖੀਏ। ਵਾਹ, ਬਹੁਤ ਵਧੀਆ। ਨੇਰ ਦੀ ਛਾਤੀ ਤੇ ਸੂਹੀ ਲੀਕ ਪਾ ਕੇ ਦੇਖੀਏ, ਆਓ ਅੱਧੀ ਰਾਤ ਨੂੰ ਸੂਰਜ ਚੜਾ ਕੇ ਦੇਖੀਏ। ਜੀ। 2-3 ਸ਼ੇਅਰ ਹੋਰ ਡਾਕਟਰ ਸਾਹਿਬ ਮੈਂ ਸਾਂਝੇ ਕਰਦਾ, ਉਸ ਤੋਂ ਬਾਅਦ ਡਾਕਟਰ ਸਾਹਿਬ ਦੀਆਂ ਜੀ ਸੁਣਾਂਗੇ, ਉਹਨਾਂ ਦੀਆਂ ਗੱਲਾਂ, ਸੰਵਾਦ ਉਹਨਾਂ ਦਾ ਸੁਣਾਂਗੇ। ਜਿਸ ਤਰ੍ਹਾਂ ਕਿਸਾਨੀ ਦਾ ਸੰਕਟ ਹੈ, ਉਸ ਤਰ੍ਹਾਂ ਹੀ ਕੁਝ ਹੋਰ ਸੰਕਟਾਂ ਦੇ ਨਾਲ ਵੀ ਜਿਵੇਂ ਜੂਝ ਰਿਹਾ ਪੰਜਾਬ, ਉਹਦੇ ਚ ਵੀ ਕੁਝ ਗੱਲਾਂ ਉਹ ਵੀ ਆਉਣਗੀਆਂ। ਮੈਂ ਸਿਰਫ ਤਿੰਨ ਸ਼ੇਅਰ ਤੁਹਾਡੇ ਨਾਲ, 3-4 ਸ਼ੇਅਰ ਹੀ ਸਾਂਝੇ ਕਰਦਾ। ਹਾਂਜੀ ਹਾਂਜੀ। ਤਿੜਕੇ ਬੂਹੇ ਬਿਰਦ ਦੀਵਾਰਾਂ ਨੂੰ ਕਾਹਦਾ ਤਰਵਾਸ। ਤਿੜਕੇ ਬੂਹੇ ਬਿਰਦ ਦੀਵਾਰਾਂ ਨੂੰ ਕਾਹਦਾ ਤਰਵਾਸ, ਘਰ ਦੀ ਰੌਣਕ ਸਨ ਜੋ ਕਰ ਗਏ ਉਮਰਾਂ ਲਈ ਪ੍ਰਵਾਸ। ਵਾਹ। ਮੇਰੇ ਪਿੰਡ ਵਿੱਚ ਰਹਿੰਦੇ ਕਿੰਨੇ ਹੀ ਅਣਗੌਲੇ ਰਾਮ। ਮੇਰੇ ਪਿੰਡ ਵਿੱਚ ਰਹਿੰਦੇ ਕਿੰਨੇ ਹੀ ਅਣਗੌਲੇ ਰਾਮ,
ਆਪਣੇ ਆਪਣੇ ਘਰ ਵਿੱਚ ਜਿਹੜੇ ਭੋਗ ਰਹੇ ਬਨਵਾਸ। वाह वाह, क्या बात है, क्या बात है। ਸ਼ੁਕਰੀਆ ਜੀ। ਆਪਾਂ ਤਾਂ ਖੇਤਾਂ ਵਿੱਚ ਬੀਜੇ ਸਨ ਸਦਰਾਂ ਦੇ ਬੀਜ। ਆਪਾਂ ਤਾਂ ਖੇਤਾਂ ਵਿੱਚ ਬੀਜੇ ਸਨ ਸਦਰਾਂ ਦੇ ਬੀਜ, ਜ਼ਹਿਰੀ ਰੁੱਤ ਕੀ ਕਰ ਗਈ ਖੋਰੇ, ਉੱਗ ਪਈ ਸਲਫਾਸ। वाह वाह, क्या बात है, क्या बात है। ਸ਼ੁਕਰੀਆ। ਆਪਾਂ ਤਾਂ ਖੇਤਾਂ ਵਿੱਚ ਬੀਜੇ ਸਨ ਸਦਰਾਂ ਦੇ ਬੀਜ, ਜ਼ਹਿਰੀ ਰੁੱਤ ਕੀ ਕਰ ਗਈ ਖੋਰੇ, ਉੱਗ ਪਈ ਸਲਫਾਸ। ਆਖਰੀ ਸ਼ੇਰ ਹੈ ਜੀ, ਉਸ ਤੋਂ ਬਾਅਦ ਮੈਂ ਵਿਦਾ ਲਊਂਗਾ। ਮਾਂ ਹੀ ਵਾਪਸ ਆ ਜਾਵੇ ਬਸ, ਕੀ ਕਰਨੀ ਆ ਚੋਗ। ਵਾਹ। ਮਾਂ ਹੀ ਵਾਪਸ ਆ ਜਾਵੇ ਬਸ, ਕੀ ਕਰਨੀ ਆ ਚੋਗ, ਵੈਸ਼ੀ ਰੁੱਤ ਚ ਕੀਤੀ ਕੰਬਦੇ ਵੋਟਾਂ ਨੇ ਅਰਦਾਸ। क्या बात है, क्या बात है। बहुत अच्छे। ਮਾਂ ਹੀ ਵਾਪਸ ਆ ਜਾਵੇ ਬਸ, ਕੀ ਕਰਨੀ ਆ ਚੋਗ, ਵੈਸ਼ੀ ਰੁੱਤ ਚ ਕੀਤੀ ਕੰਬਦੇ ਵੋਟਾਂ ਨੇ ਅਰਦਾਸ। ਤਿੜਕੇ ਬੂਹੇ ਬਿਰਦ ਦੀਵਾਰਾਂ ਨੂੰ ਕਾਦਾ ਧਰਵਾਸ, ਘਰ ਦੀ ਰੌਣਕ ਸਨ ਜੋ ਕਰ ਗਏ ਉਮਰਾਂ ਲਈ ਪ੍ਰਵਾਸ। ਬਹੁਤ ਵਧੀਆ ਕੁਲਵਿੰਦਰ, ਬਹੁਤ ਅੱਛੀਆਂ ਤੁਹਾਡੇ ਹਰ ਇੱਕ ਗਜ਼ਲ ਦਾ ਹਰ ਸ਼ੇਅਰ ਬਹੁਤ ਕੀਮਤੀ ਹੈ ਤੇ ਬਹੁਤ ਸੋਹਣੇ ਮੈਟਾਫਰ ਤੁਸੀਂ ਯੂਜ਼ ਕਰਦੇ ਹੋ। ਇਨਸ਼ਾਅੱਲਾ ਤੁਹਾਡੀ ਕਲਮ ਇਸੇ ਤਰ੍ਹਾਂ ਮਜ਼ਬੂਤ ਹੁੰਦੀ ਰਹੇ। ਬਹੁਤ ਬਹੁਤ ਸ਼ੁਕਰੀਆ ਡਾਕਟਰ ਸਾਹਿਬ, ਬਹੁਤ ਬਹੁਤ ਧੰਨਵਾਦ ਤੁਹਾਡਾ। ਹੁਣ ਅਸੀਂ ਹੌਟ ਸ਼ੀਟ ਤੇ ਲੈ ਰਹੇ ਹਾਂ ਡਾਕਟਰ ਗਿਆਨ ਸਿੰਘ ਹੋਰਾਂ ਨੂੰ। ਗਿਆਨ ਸਿੰਘ ਜੀ, ਤੁਹਾਡਾ ਇੱਕ ਵਾਰੀ ਫੇਰ ਬਹੁਤ ਬਹੁਤ ਸਵਾਗਤ ਹੈ ਤੇ ਆਪਾਂ ਸਵਾਲਾਂ ਜਵਾਬਾਂ ਦਾ ਸਿਲਸਿਲਾ ਸ਼ੁਰੂ ਕਰਦੇ ਹਾਂ। ਸ਼ੁਕਰੀਆ ਡਾਕਟਰ ਸਾਹਿਬ। ਜਿਹੜੀਆਂ ਗੱਲਾਂ ਦੀ ਕਣਸੋ ਕੁਲਵਿੰਦਰ ਬਚੂਆਣਾ ਦੇ ਸ਼ੇਰਾਂ ਦੇ ਵਿੱਚ ਮਿਲੀ ਹੈ, ਮੈਂ ਉੱਥੋਂ ਹੀ ਆਪਣੀ ਗੱਲ ਸ਼ੁਰੂ ਕਰੂੰਗਾ ਕਿ ਭਾਰਤ ਖੇਤੀ ਪ੍ਰਧਾਨ ਦੇਸ਼ ਹੈ ਤੇ ਇੱਥੋਂ ਦੀ ਆਰਥਿਕਤਾ ਦਾ ਧੁਰਾ ਪਿੰਡ ਰਹੇ ਨੇ, ਪਿੰਡ ਘੁੱਗ ਵਸਦੇ ਰਹੇ ਨੇ, ਖੇਤੀ ਆਧਾਰਿਤ ਸੀ। ਬਹੁਤ ਸਾਰੇ ਲੋਕ ਸਿੱਧੇ ਤੌਰ ਤੇ ਖੇਤੀ ਕਰਦੇ ਸੀ, ਬਹੁਤ ਸਾਰੇ ਲੋਕ ਅਸਿੱਧੇ ਤੌਰ ਤੇ ਉਹਦੇ ਵਿੱਚ ਸ਼ਾਮਲ ਸੀ। ਫਿਰ ਸਾਡੇ ਖੇਤਾਂ ਦੇ ਵਿੱਚ ਸੰਕਟ ਦੇ ਬੀਜ ਕਿਵੇਂ ਬੀਜੇ ਗਏ, ਕਿੱਥੋਂ ਆ ਗਏ ਸੰਕਟ ਦੇ ਬੀਜ, ਆਪਾਂ ਇੱਥੋਂ ਸ਼ੁਰੂ ਕਰੀਏ ਆਪਣੀ ਗੱਲ ਜੀ। ਡਾਕਟਰ ਸਾਹਿਬ, ਇੱਕ ਤਾਂ ਜਿਹੜਾ ਕਰੋਨਾ ਮਹਾਮਾਰੀ ਸੰਕਟ ਹੈ, ਉਹਨੇ ਸਾਰੀ ਦੁਨੀਆ ਦੇ ਸਾਹਮਣੇ ਇੱਕ ਸੱਚ ਨੂੰ ਸਿੱਧੇ ਤੌਰ ਤੇ ਇਹ ਉਜਾਗਰ ਕਰਤਾ ਹੈ ਕਿ ਸਾਡਾ ਕਾਰਾਂ, ਕੋਠੀਆਂ, ਜਹਾਜ਼ਾਂ, ਫੋਨਾਂ ਤੇ ਇਸ ਤਰ੍ਹਾਂ ਦੀਆਂ ਹੋਰ ਚੀਜ਼ਾਂ ਬਿਨਾਂ ਤਾਂ ਸਰ ਜੂਗਾ, ਪਰ ਸਾਡਾ ਰੋਟੀ ਬਿਨਾਂ ਨਹੀਂ ਸਰਨਾ। ਤੇ ਰੋਟੀ ਸਾਨੂੰ ਖੇਤੀਬਾੜੀ ਤੋਂ ਮਿਲਣੀ ਹੈ। ਜੇ ਮਨੁੱਖਤਾ ਦੀ ਜੀਵਨ ਰੇਖਾ ਚੱਲਦੀ ਰੱਖਣੀ ਹੈ ਤਾਂ ਸਾਨੂੰ ਖੇਤੀਬਾੜੀ ਨੂੰ ਚੱਲਦੇ ਰੱਖਣਾ ਪਊਗਾ ਤੇ ਖੇਤੀਬਾੜੀ ਕਰਨ ਵਾਲੇ ਵਰਗਾਂ ਨੂੰ ਜਿਉਂਦੇ ਰੱਖਣਾ ਪਊਗਾ। ਜਦੋਂ ਅਸੀਂ ਖੇਤੀਬਾੜੀ ਕਰਨ ਵਾਲਿਆਂ ਦੀ ਗੱਲ ਕਰਦੇ ਹਾਂ ਤਾਂ ਇਹਨਾਂ ਨੂੰ ਖੇਤੀਬਾੜੀ ਕੰਮ ਹੀ ਕਹਿੰਦੇ ਆ, ਜਿਨ੍ਹਾਂ 'ਚ ਕਿਸਾਨ, ਖੇਤ ਮਜ਼ਦੂਰ ਤੇ ਪਿੰਡੂ ਛੋਟੇ ਕਾਰੀਗਰ ਆਉਂਦੇ ਨੇ। ਤੇ ਜਿਹੜੀ ਗੱਲ ਤੁਸੀਂ ਸੰਕਟ ਦੀ ਕਰਦੇ ਹੋ, ਮੈਂ ਇੱਕ ਹਿੰਦੀ ਦੇ ਕਵੀ ਨੇ, ਉਹਨੇ ਕੁਝ ਸਤਰਾਂ ਬੋਲਦਾ ਜੇ ਠੀਕ ਬੋਲ ਸਕਾਂ। ਇਹ ਦੁਸ਼ਯੰਤ ਕੁਮਾਰ ਨੇ ਉਹਨਾਂ ਦਾ ਨਾਂ। ਇਹ ਸਾਰਾ ਜਿਸਮ ਬੋਝ ਨਾ ਝੁੱਕ ਕੇ ਦੂਰਾ ਹੋਇਆ ਹੋਏਗਾ, ਮੈਂ ਸਿਜਦੇ ਵਿੱਚ ਨਹੀਂ ਸੀ, ਤੁਹਾਨੂੰ ਧੋਖਾ ਲੱਗਿਆ ਹੋਏਗਾ, ਇੱਥੇ ਤੱਕ ਆਉਂਦੇ ਆਉਂਦੇ ਸੁੱਕ ਜਾਂਦੀਆਂ ਹਨ ਸਾਰੀਆਂ ਨਦੀਆਂ, ਮੈਨੂੰ ਪਤਾ ਪਾਣੀ ਕਿੱਥੇ ਰੁਕਿਆ ਹੋਏਗਾ। ਇਹ ਜੇ ਖੇਤੀਬਾੜੀ ਖੇਤਰ ਦੀ ਗੱਲ ਕਰਨੀ ਹੈ, ਇਹ ਖੇਤੀਬਾੜੀ ਖੇਤਰ ਦੇ ਸੰਕਟ ਦੀ ਗੱਲ ਕਰਨੀ ਹੈ, ਤਾਂ ਇਹ ਸੰਕਟ ਬਹੁਤ ਵੱਡਾ ਕਨਸੈਪਟ ਹੈਗਾ। ਇਹ 'ਚ ਖੇਤੀਬਾੜੀ ਕਰਨ ਵਾਲੇ ਸਾਰੇ ਵਰਗ, ਕਿਸਾਨ, ਖੇਤ ਮਜ਼ਦੂਰ, ਛੋਟੇ ਕਾਰੀਗਰ, ਧਰਤੀ ਹੇਠਲਾ ਪਾਣੀ, ਵਾਤਾਵਰਨ ਤੇ ਭੂਮੀ ਦੀ ਸਿਹਤ ਮੁੱਖ ਤੌਰ ਤੇ ਅਸੀਂ ਲੈ ਸਕਦੇ ਹਾਂ। ਜੇ ਖੇਤੀਬਾੜੀ ਸੰਕਟ ਦੀ ਅਸੀਂ ਗੱਲ ਕਰਾਂਗੇ ਪੂਰੇ ਭਾਰਤ ਦੀ, ਤੁਸੀਂ ਆਪ ਹੀ ਦੱਸਤਾ ਕਿ ਸਭ ਤੋਂ ਵੱਡਾ ਜਿਹੜਾ ਸਾਡਾ ਇਹ ਪੇਸ਼ਾ ਹੈਗਾ, 50% ਦੇ ਕਰੀਬ ਜਨਸੰਖਿਆ ਇਹਦੇ ਤੇ ਰੋਜੀ ਰੋਟੀ ਲਈ ਨਿਰਭਰ ਹੈ। ਇਹਦੇ ਲਈ ਮੈਨੂੰ ਲੱਗਦਾ ਖੇਤੀਬਾੜੀ ਸੰਕਟ ਹੈ ਜਿਹੜਾ, ਉਹਦੇ ਵਿੱਚ ਜੇ ਇਹਦੇ ਤਿੰਨੇ ਵਰਗ ਦੇਖੇ ਜਾਣ ਤਾਂ ਕਿਸਾਨ, ਖੇਤ ਮਜ਼ਦੂਰ ਤੇ ਪਿੰਡ ਛੋਟੇ ਕਾਰੀਗਰ, ਤਾਂ ਉਹਨਾਂ ਲਈ ਜਿਹੜਾ ਹੈਗਾ ਇਹ ਕਈ ਕਿਸਮ ਦੇ ਪ੍ਰਦੂਸ਼ਣ ਜ਼ਿੰਮੇਵਾਰ ਨੇ। ਪਹਿਲਾ ਆਰਥਿਕ ਪ੍ਰਦੂਸ਼ਣ ਹੈ, ਦੂਜਾ ਰਾਜਨੀਤਿਕ ਪ੍ਰਦੂਸ਼ਣ ਹੈ, ਤੀਜਾ ਸਮਾਜਿਕ ਸੱਭਿਆਚਾਰਕ ਪ੍ਰਦੂਸ਼ਣ ਹੈ, ਚੌਥਾ ਅਕਾਦਮਿਕ ਪ੍ਰਦੂਸ਼ਣ ਹੈ ਜਾਂ ਬੌਧਿਕ ਪ੍ਰਦੂਸ਼ਣ ਹੈ। ਆਰਥਿਕ ਪ੍ਰਦੂਸ਼ਣ ਕਿਵੇਂ ਹੈ? 50% ਦੇ ਕਰੀਬ ਜਨਸੰਖਿਆ ਖੇਤੀਬਾੜੀ ਤੇ ਨਿਰਭਰ ਹੈ। ਉਹਨਾਂ ਨੂੰ ਰਾਸ਼ਟਰੀ ਆਮਦਨ ਚੋਂ ਸਿਰਫ 14% ਦੇ ਨਜ਼ਦੀਕ ਦਿੱਤਾ ਜਾ ਰਿਹਾ ਹੈ। ਤੇ ਜੇ ਕਾਲੇ ਧਨ ਨੂੰ ਵਿਚਾਰ ਲਿਆ ਜਾਵੇ, ਪ੍ਰੋਫੈਸਰ ਅਰੁਣ ਕੁਮਾਰ ਦਾ ਅਧਿਐਨ ਜਿਹੜਾ ਬਹੁਤ ਵਧੀਆ ਮੰਨਿਆ ਗਿਆ, ਉਹਨੂੰ ਗਿਣ ਲਿਆ ਜਾਵੇ ਤਾਂ ਇਹਨਾਂ ਦਾ ਹਿੱਸਾ 8% ਰਹਿ ਜਾਂਦਾ ਹੈ। ਜੇ 50% ਲੋਕਾਂ ਨੂੰ ਅਸੀਂ 8% ਰਾਸ਼ਟਰੀ ਆਮਦਨ 'ਚ ਹਿੱਸਾ ਦੇਵਾਂਗੇ ਤਾਂ ਆਰਥਿਕ ਪ੍ਰਦੂਸ਼ਣ ਸੁਭਾਵਿਕ ਤੌਰ ਤੇ ਉਹਨਾਂ ਨੂੰ ਦੈੜੂਗਾ। ਤੇ ਇਸੇ ਕਰਕੇ ਅੱਜ ਇਹ ਪੂਰੇ ਦੇਸ਼ 'ਚ, ਪੰਜਾਬ ਦੇ ਵਿੱਚ ਵੀ ਕਿਸਾਨ, ਖੇਤ ਮਜ਼ਦੂਰ ਤੇ ਹੋਰ ਕੰਮ ਜਿਹੜੇ ਹੈਗੇ ਇਹ ਖੁਦਕਸ਼ੀਆਂ ਦੇ ਰਾਹ ਪਏ ਹੋਏ ਨੇ, ਜਾਂ ਤੰਗੀਆਂ ਤੁਰਸ਼ੀਆਂ ਵਾਲੀ ਮੌਤ ਮਾਰ ਰਹੇ ਜਾਂ ਖੁਦਕਸ਼ੀਆਂ ਕਰ ਰਹੇ ਨੇ। ਦੂਜਾ ਹੈਗਾ ਰਾਜਸੀ ਪ੍ਰਦੂਸ਼ਣ।
ਸਾਨੂੰ ਆਜ਼ਾਦ ਹੋਇਆਂ ਨੂੰ 7 ਦਹਾਕਿਆਂ ਤੋਂ ਉੱਪਰ ਹੋ ਗਏ। ਤੇ ਜਿਹੜੇ ਸਾਡੇ ਰਾਜਸੀ ਲੋਕ ਨੇ ਦਾਅਵੇ ਤੇ ਵਾਅਦੇ ਇੰਨੇ ਵਧੀਆ ਕਰਦੇ ਨੇ ਕਿ ਇਹ ਲੱਗਣ ਲੱਗ ਜਾਂਦਾ ਕਿ ਐਤਕੀ ਸਾਰੀਆਂ ਸਮੱਸਿਆਵਾਂ ਹੱਲ ਹੋ ਜਾਣਗੀਆਂ, ਪਰ ਉਹਨਾਂ ਦੇ ਦਾਅਵੇ ਤੇ ਵਾਅਦੇ ਉਹਨਾਂ ਦੀ ਇਸ ਸੋਚ ਨਾਲ ਇਹ ਉਰੇ ਪਰੇ ਹੋ ਜਾਂਦੇ ਨੇ ਕਿ ਲੋਕਾਂ ਦੀ ਯਾਦ ਸ਼ਕਤੀ ਬਹੁਤ ਛੋਟੀ ਹੁੰਦੀ ਹੈ। ਇਹ ਆਉਂਦੀ ਵਾਰੀ ਨਵੇਂ ਕਰਾਂਗੇ, ਨਵੇਂ ਕਰਕੇ ਫਿਰ ਲੋਕ ਪਿੱਛੇ ਲਾ ਲਾਂਗੇ। ਸੋ ਸਾਡੇ ਰਾਜਸੀ ਲੋਕ, ਸਾਡੇ ਹੁਕਮਰਾਨ ਕੁੱਲ ਮਿਲਾ ਕੇ ਜਿਹੜਾ ਹੈਗਾ ਰਾਜਨੀਤਿਕ ਪ੍ਰਦੂਸ਼ਣ ਵੀ ਫੈਲਾ ਰਿਹਾ ਹੈ। ਉਹ ਇਹਨਾਂ ਦੇ ਸਮੱਸਿਆ ਵੱਲ ਧਿਆਨ ਨਾ ਦੇ ਕੇ ਲਾਰੇ ਵਾਅਦੇ ਦਾਅਵਿਆਂ ਤੱਕ ਸੀਮਿਤ ਰੱਖ ਰਹੇ ਜੀ। ਇੱਕ ਹੈਗਾ ਫਿਰ ਸਮਾਜਿਕ ਤੇ ਸੱਭਿਆਚਾਰਕ ਪ੍ਰਦੂਸ਼ਣ। ਜੇ ਅਸੀਂ ਇਹਨਾਂ ਤਿੰਨਾਂ ਵਰਗਾਂ ਨੂੰ ਦੇਖੀਏ ਤਾਂ ਇਹ ਸੰਘਰਸ਼ ਕਰਨ ਵਾਲੇ ਵਰਗ ਸੀ। ਜਦੋਂ ਸਮੱਸਿਆਵਾਂ ਆਉਂਦੀਆਂ ਸੀ, ਸਮੱਸਿਆਵਾਂ ਨਾਲ ਜੂਝਦੇ ਸੀ ਤੇ ਉਹਨਾਂ ਲਈ ਸੰਘਰਸ਼ ਕਰਦੇ, ਸਮੱਸਿਆਵਾਂ ਹੱਲ ਕਰ ਰਹੇ ਸੀ। ਪਿਛਲੀ ਕਾਫੀ ਦੇਰ ਤੋਂ ਖਾਸ ਕਰਕੇ ਆਪਣੇ ਸੂਬੇ ਪੰਜਾਬ ਦੇ ਵਿੱਚ ਤੇ ਨਾਲ ਲੱਗਦੇ ਸੂਬੇ ਹਰਿਆਣਾ 'ਚ ਵੀ ਉਹ ਬਿਮਾਰੀ ਫੈਲ ਗਈ ਹੈ। ਅਸੀਂ ਸਮੱਸਿਆਵਾਂ ਨੂੰ ਸਮਝਣ, ਉਹਨਾਂ ਨਾਲ ਸੰਘਰਸ਼ ਕਰਨ ਦੀ ਬਜਾਏ ਉਹਨਾਂ ਤੋਂ ਬਚਾਅ ਦੀ ਨੀਤੀ ਕਰਨ ਲੱਗ ਗਏ ਜੀ ਕਿ ਇੱਧਰ ਉੱਧਰ ਦੀ ਹੋ ਕੇ ਨਿਕਲ ਜਾਈਏ। ਇਹ ਸਾਡਾ ਨੌਜਵਾਨ ਪੀੜ੍ਹੀ ਵੱਡੇ ਪੱਧਰ ਤੇ ਦੂਜੇ ਦੇਸ਼ਾਂ ਨੂੰ ਪ੍ਰਵਾਸ ਕਰਨ ਲੱਗੀ ਹੈ ਤੇ ਬਾਕੀ ਵੀ ਐਸਕੇਪਿਜ਼ਮ ਦੀ ਨੀਤੀ ਜਿਹੜੀ ਉਧਰ ਨੂੰ ਅਸੀਂ ਅਪਣਾ ਰਹੇ ਹਾਂ। ਹੁਣ ਆਖਰੀ ਆਈ ਗੱਲ, ਇਹ ਜਿਹੜੇ ਆਪਾਂ ਜ਼ਿਆਦਾ ਜੁੜੇ ਹੋਏ ਹਾਂ ਆਪਣੇ ਨਾਲ ਸੰਬੰਧਿਤ ਹੈ ਬੌਧਿਕ ਪ੍ਰਦੂਸ਼ਣ ਦੀ। ਇਹ ਸਾਡੇ ਚੋਂ ਵੀ ਬਹੁਤ ਸਾਰੇ ਲੋਕ ਨੇ ਇਹ ਜਿਹੜੇ ਬਹੁਤ ਇਮਾਨਦਾਰੀ ਨਾਲ ਆਮ ਲੋਕਾਂ ਦੀਆਂ ਸਮੱਸਿਆਵਾਂ ਨੂੰ ਪੜ੍ਹਦੇ ਆ, ਸਮਝਦੇ ਆ, ਉਹਨਾਂ ਬਾਰੇ ਲਿਖਦੇ ਆ, ਉਹਦੇ ਹੱਲ ਲਈ ਵੀ ਸੁਝਾਅ ਦਿੰਦੇ ਆ। ਪਰ ਕੁਝ ਲੋਕ ਸਾਡੇ ਵਿੱਚੋਂ ਸਰਕਾਰੀ ਦਰਬਾਰੀ ਤੇ ਜੁਗਾੜੀ ਹੋ ਗਏ ਨੇ। ਉਹ ਅੰਕੜਿਆਂ ਦਾ ਜਿਹੜਾ ਹੈਗਾ ਨਤੀਜਾ ਪ੍ਰਮੁੱਖ ਅਧਿਐਨ ਕਰਦੇ ਨੇ। ਅੰਕੜਿਆਂ ਦਾ ਅੰਕੜੇ ਕੋਲੋਂ ਬਣਾਉਂਦੇ ਨੇ 2 ਜਮਾ 2 ਨੂੰ 3 ਜਾਂ 5 ਜਾਂ ਉਸ ਤੋਂ ਵੀ ਕੋਈ ਹੋਰ ਅੰਕੜਾ ਬਣਾਉਣ ਦੀ ਮੁਹਾਰਤ ਵੱਲ ਨੂੰ ਭੱਜਦੇ ਨੇ ਤੇ ਨਿੱਕੀਆਂ ਨਿੱਕੀਆਂ ਬੇਲੋੜੀਆਂ ਰਿਆਇਤਾਂ ਲੈਣ ਲਈ, ਉਹਨਾਂ ਨੂੰ ਪੂਰਾ ਕਰਨ ਦੀ ਆਸ ਵਿੱਚ ਉਹ ਕੰਮ ਕਰਦੇ ਨੇ ਜਿਹੜੇ ਲੋਕ ਵਿਰੋਧੀ ਹੁੰਦੇ ਆ। ਉਹਨੂੰ ਮੈਂ ਬੌਧਿਕ ਪ੍ਰਦੂਸ਼ਣ ਕਹਿੰਦਾ। ਇਸ ਲਈ ਚਾਰੇ ਤਰ੍ਹਾਂ ਦੇ ਪ੍ਰਦੂਸ਼ਣ ਨੇ ਜਿਹੜੇ ਇਹਨਾਂ ਦੇ ਖੇਤੀਬਾੜੀ ਸੰਕਟ ਲਈ, ਖੇਤੀਬਾੜੀ ਕਾਮਿਆਂ ਦੇ ਸੰਕਟ ਲਈ ਜ਼ਿੰਮੇਵਾਰ ਨੇ। ਜੀ 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 ਡਾਕਟਰ ਸਾਹਿਬ। ਤੇ ਇਸ ਤੋਂ ਬਿਨਾਂ ਹਾਂਜੀ ਮੈਂ ਥੋੜਾ ਜਿਹਾ ਅੱਗੇ ਵੱਲ ਵਧਦੇ ਹਾਂ। ਡਾਕਟਰ ਸਾਹਿਬ, ਇੱਕ ਸਥਿਤੀ ਇਹ ਹੁੰਦੀ ਹੈ ਕਿ ਜੱਟ ਦੇ ਪੁੱਤ ਨੂੰ ਜ਼ਮੀਨ ਤੋਂ ਬਿਨਾਂ ਰਿਸ਼ਤਾ ਨਹੀਂ ਹੁੰਦਾ। ਇੱਕ ਸਥਿਤੀ ਇਹ ਹੈ ਕਿ ਘਰ ਦੇ ਵਿੱਚ ਧੀ ਫੁੱਲਾਂ ਦੀ ਫੁਲਕਾਰੀ ਕੱਢਦੀ ਹੈ ਪਰ ਉਹਦੇ ਵਿਆਹ ਦਾ ਸੰਕਟ ਹੈ। ਇੱਕ ਸਥਿਤੀ ਇਹ ਹੈ ਕਿ ਕਿਤੇ ਡੋਬਾ ਮਾਰ ਜਾਂਦਾ ਹੈ, ਕਿਤੇ ਸੋਕਾ ਮਾਰ ਜਾਂਦਾ ਹੈ, ਕਰਜ਼ਾ ਸਿਰ ਤੇ ਚੜ ਜਾਂਦਾ ਹੈ ਤੇ ਬੈਂਕ ਵਾਲੇ ਗੇੜੇ ਮਾਰਦੇ ਨੇ ਤੇ ਕੋਈ ਸ਼ਾਇਰ ਕਹਿੰਦਾ ਕਿ ਵਾਹ ਉਹ ਡਾਡੇ, ਵਾਹ ਉਹ ਹਾਕਮ, ਤੂੰ ਇੱਕ ਹੀ ਰੋਲ ਨਿਭਾਇਆ, ਨਾ ਜੂਆ ਖੇਡੇ ਨਾ ਲੰਕਾ ਢਾਹੀ, ਫਿਰ ਕਿਉਂ ਬਣਵਾਸ ਸੁਣਾਇਆ, ਚੋਗਾ ਚੁਗਦੇ ਬੋਟ ਵੀ ਸ਼ਾਮੀ ਬਲ ਆਲਣੇ ਆਉਂਦੇ, ਅਰੇ ਪੰਛੀ ਕੀਨੇ ਕਾਤੋਂ ਆਲਣੇ ਆਣ ਭਜਾਇਆ। ਤੁਹਾਨੂੰ ਕੀ ਲੱਗਦਾ ਹੈ ਕਿ ਇਹੋ ਜਿਹੀ ਸਥਿਤੀ ਕਿਸੇ ਬੰਦੇ ਦਾ ਜੀਣ ਨੂੰ ਜੀ ਕਰਦਾ ਹੈ? ਦੇਖੋ, ਇਹ ਸਮੱਸਿਆਵਾਂ ਤਾਂ ਆਉਂਦੀਆਂ ਨੇ, ਇਹ ਉਹ 'ਚ ਔਖ ਵੀ ਆਉਂਦੀ ਹੈ, ਪਰ ਸਾਨੂੰ ਸਾਰਿਆਂ ਨੂੰ ਇਹੀ ਜ਼ੋਰ ਲਾਉਣਾ ਚਾਹੀਦਾ ਹੈ ਕਿ ਹਰੇਕ ਸਮੱਸਿਆ 'ਚ ਸਾਡਾ ਜਿਉਣ ਲਈ ਜੀ ਕਰਨਾ ਚਾਹੀਦਾ ਹੈ। ਇਹ ਉਹਦੇ ਲਈ ਸਾਨੂੰ ਸੰਘਰਸ਼ ਵੱਲ ਉਹਨਾਂ ਨੂੰ ਪ੍ਰੇਰਨਾ ਚਾਹੀਦਾ ਕਿ ਸਮੱਸਿਆਵਾਂ ਨੂੰ ਸਮਝੀਏ, ਉਹਨਾਂ ਬਾਰੇ ਵਿਚਾਰ ਕਰੀਏ ਤੇ ਉਹਨਾਂ ਨੂੰ ਮੀਡੀਆ ਰਾਹੀਂ ਇਹ ਪੂਰੇ ਸਮਾਜ ਤੱਕ ਪਹੁੰਚਾਈਏ ਤੇ ਉਹਨਾਂ ਸਮੱਸਿਆਵਾਂ ਦੇ ਸੰਘਰਸ਼ ਲਈ ਹੱਲ ਕਰੀਏ। ਇਹ ਸਮੱਸਿਆਵਾਂ ਜ਼ਰੂਰ ਨੇ ਜਿਹੜੀਆਂ ਤੁਸੀਂ ਕਿਸਾਨ ਦੀਆਂ ਕਿਸੇ ਨੇ ਤੁਸੀਂ ਜੱਟ ਕਾਸਟ ਕਹਤੀ, ਮੈਂ ਤਾਂ ਕਿਸਾਨ ਕਹੂੰਗਾ, ਉਹ ਕਿਸੇ ਵੀ ਜਾਤ ਦਾ ਹੋ ਸਕਦਾ ਹੈ। ਇਹ ਸਮੱਸਿਆਵਾਂ ਉਹਦੇ ਵੀ ਨੇ। ਉਦੋਂ ਵੱਧ ਸਮੱਸਿਆਵਾਂ ਜਿਹੜੀ ਪੇਂਡੂ ਆਰਥਿਕਤਾ ਤੇ ਖਾਸ ਕਰਕੇ ਖੇਤੀਬਾੜੀ ਆਰਥਿਕਤਾ ਦੀ ਪੌੜੀ ਵਾਲੇ ਦੋ ਥੱਲੇ ਵਾਲੇ ਡੰਡੇ ਨੇ, ਖੇਤ ਮਜ਼ਦੂਰ ਤੇ ਪੇਂਡੂ ਛੋਟੇ ਕਾਰੀਗਰ, ਉਹ ਉਸ ਤੋਂ ਵੀ ਵੱਡੀਆਂ ਨੇ। ਕਿਉਂਕਿ ਉਹਨਾਂ ਕੋਲ ਤਾਂ ਆਪਣੀ ਫਸਲ ਵੇਚਣ ਲਈ ਤਾਂ ਕਿੱਥੋਂ ਹੋਣਾ ਹੈ, ਕਿਉਂਕਿ ਉਹਨਾਂ ਨੂੰ ਜ਼ਮੀਨ ਹੈ ਨਹੀਂ। ਉਹਨਾਂ ਕੋਲ ਤਾਂ ਆਪਣੀ ਮਜ਼ਦੂਰੀ ਵੇਚਣ ਤੋਂ ਸਿਵਾਏ ਹੋਰ ਕੁਝ ਨਹੀਂ ਹੁੰਦਾ। ਜੇ ਮੈਂ ਖੇਤ ਮਜ਼ਦੂਰਾਂ ਦੀ ਗੱਲ ਕਰਾਂ, ਇਹਦੇ ਵਿੱਚੋਂ ਵੀ ਇਹ 2 ਵਰਗ ਹੋਰ ਨੇ। ਇਹ ਇੱਕ ਤਾਂ ਜਿਹੜੇ ਮਰਦ ਮਜ਼ਦੂਰ ਹੈ, ਇਹਨਾਂ ਤੋਂ ਬਿਨਾਂ 2 ਵਰਗ ਹੋਰ ਨੇ, ਔਰਤਾਂ ਤੇ ਬਾਲ ਮਜ਼ਦੂਰ। ਉਹ ਹਰ ਤਰ੍ਹਾਂ ਦੇ ਨਿਪੀੜਨ ਦੇ ਸ਼ਿਕਾਰ ਨੇ, ਹੈ ਨਾ ਜੀ। ਤੇ ਇਸ ਤਰ੍ਹਾਂ ਜਿਹੜੇ ਪੇਂਡੂ ਛੋਟੇ ਕਾਰੀਗਰ ਹੈ, ਉਹਨੂੰ ਅਸੀਂ ਦਰਕਾਰ ਰਹੇ ਹਾਂ, ਉਜਾੜ ਰਹੇ ਹਾਂ, ਉਹਨੂੰ ਮਤਲਬ ਮਜਬੂਰ ਕਰਕੇ ਇਹ ਆਮ ਮਜ਼ਦੂਰ ਬਣਾਉਣ ਦੀ ਕੋਸ਼ਿਸ਼ ਕਰ ਰਹੇ ਹੈਗੇ। ਇਹ ਸਾਰਾ ਕੁਝ ਜਿਹੜਾ ਹੈਗਾ ਉਹਨਾਂ ਨੂੰ ਅਸੀਂ ਦਰਕਾਰ ਰਹੇ ਹਾਂ। ਪਰ ਇਹਨਾਂ ਦੇ ਵਿੱਚ ਇਹ ਨਿਰਾਸ਼ਤਾ ਵੱਲ ਆਉਣਾ, ਪਿੱਛੇ ਵੱਲ ਦੇਖਣਾ, ਇਹ ਡਾਕਟਰ ਦੀ ਮੈਨੂੰ ਕੋਈ ਹੱਲ ਨਹੀਂ ਲੱਗਦਾ। ਗੱਲ ਤਾਂ ਇਹ ਹੈ ਕਿ ਸਮੱਸਿਆਵਾਂ ਨੂੰ ਸਮਝ ਕੇ ਉਹਨਾਂ ਲਈ ਸੰਘਰਸ਼ ਕਰਨਾ ਹੀ ਸਮੱਸਿਆਵਾਂ ਦਾ ਠੀਕ ਨਿਪਟਾਰਾ ਕਰਨ ਵੱਲ ਨੂੰ ਸਾਡਾ ਉਪਾਅ ਹੈ। ਗੱਲ ਇਹ ਹੈ ਕਿ ਮੈਂ ਇਸੇ ਪੁਆਇੰਟ ਤੇ ਆ ਰਿਹਾ ਸੀ ਕਿ ਪੰਜਾਬ ਨੇ ਦੁਨੀਆ ਨੂੰ ਸੰਘਰਸ਼ ਦਾ ਇੱਕ ਮਾਡਲ ਦਿੱਤਾ
ਉਹ ਚਾਹੇ ਗੁਰੂ ਨਾਨਕ ਦੇਵ ਦਾ ਬਾਬਰ ਨੂੰ ਲਲਕਾਰਨਾ ਸੀ ਤੇ ਚਾਹੇ ਗੁਰੂ ਗੋਬਿੰਦ ਸਿੰਘ ਦਾ ਲਲਕਾਰਨਾ ਸੀ ਸਮੇਂ ਦੇ ਹਾਕਮਾਂ ਨੂੰ, ਚਾਹੇ ਦੁੱਲਾ ਸੀ, ਚਾਹੇ ਜੰਬਲ ਫੱਤਾ ਸੀ। ਸਾਡੇ ਕੋਲ ਇੱਕ ਪਰੰਪਰਾ ਸੀ ਸੰਘਰਸ਼ ਦੀ। ਪਰ ਇਹ ਕੀ ਕਾਰਨ ਹੈ ਕਿ ਸਾਡੇ ਅੱਜ ਦੇ ਦੌਰ ਦੇ ਵਿੱਚ ਸਾਡਾ ਕਿਸਾਨ, ਖੇਤ ਮਜ਼ਦੂਰ ਸੰਘਰਸ਼ ਕਰਨ ਦੀ ਬਜਾਏ ਦੁੱਲਾ ਜੱਟ ਪੰਜਾਬ ਦਾ ਪੈ ਗਿਆ ਖੁਦਕੁਸ਼ੀਆਂ ਦੇ ਰਾਹ? ਇਹਦੇ ਕਾਰਨ ਤੁਹਾਨੂੰ ਕਿੱਥੇ ਲੱਗਦੇ ਨੇ ਕਿ ਨਿਰਾਸ਼ਾ ਦਾ ਆਲਮ ਕਿਉਂ ਫੈਲ ਗਿਆ ਸੰਘਰਸ਼ ਦੀ ਥਾਂ ਤੇ? ਇਹ ਅਸੀਂ ਜਦੋਂ ਆਜ਼ਾਦ ਹੋਏ ਤਾਂ ਉਸ ਦਿਨ ਅਖਬਾਰਾਂ 'ਚ 15 ਅਗਸਤ 1947 ਨੂੰ 2 ਖਬਰਾਂ ਸੀ। ਸੁਭਾਵਿਕ ਤੌਰ ਤੇ ਪਹਿਲੀ ਵੱਡੀ ਖਬਰ ਦੇਸ਼ ਦੀ ਆਜ਼ਾਦੀ, ਦੂਜੀ ਭੁੱਖਮਰੀ ਦੀ ਸੀ। ਤੇ 1950 'ਚ ਅਸੀਂ ਯੋਜਨਾ ਕਮਿਸ਼ਨ ਬਣਾਇਆ ਸਾਡੀ ਸਰਕਾਰ ਨੇ। 1951 'ਚ ਪਹਿਲੀ 5 ਸਾਲਾ ਯੋਜਨਾ ਸ਼ੁਰੂ ਕੀਤੀ ਤੇ ਖੇਤੀਬਾੜੀ ਨੂੰ ਮੁੱਖ ਤਰਜੀਹ ਦਿੱਤੀ ਗਈ ਤੇ ਉਹਦੇ ਨਾਲ ਜਿਹੜੀ ਭੁੱਖਮਰੀ ਦੀ ਸਮੱਸਿਆ ਦੀ ਉਹ ਤੇ ਕਾਫੀ ਹੱਦ ਤੱਕ ਕਾਬੂ ਪਿਆ। ਪਰ ਦੂਜੀ 5 ਸਾਲਾ ਯੋਜਨਾ ਦੇ ਵਿੱਚ ਇਹ ਤਰਜੀਹ ਬਦਲ ਕੇ ਉਦਯੋਗਿਕ ਵਿਕਾਸ ਨੂੰ ਦਿੱਤੀ ਗਈ। ਮੁੜ ਕੇ ਸਾਡੇ ਫਿਰ ਜਿਹੜੀ ਹੈਗੀ ਅਨਾਜ ਪਦਾਰਥਾਂ ਦੀ ਥੋੜਾਈ 1964 ਤੋਂ ਲੈ ਕੇ 66 ਤੱਕ ਦੇਸ਼ ਦੇ ਜ਼ਿਆਦਾ ਭਾਗਾਂ 'ਚ ਸੋਕਾ ਪਿਆ 2 ਸਾਲਾਂ ਲਈ। ਉਹਨੇ ਇਸ ਸਮੱਸਿਆ ਨੂੰ ਹੋਰ ਵਧਾਇਆ ਤੇ ਇਹ ਸਮੱਸਿਆ ਨੂੰ ਹੋਰ ਵਧਣ ਦੇ ਨਾਲ ਇਹ ਹੋਇਆ ਕਿ ਕੇਂਦਰ ਸਰਕਾਰ ਦਾ ਬਾਹਰਲੇ ਦੇਸ਼ਾਂ ਤੋਂ ਅਨਾਜ ਮੰਗਵਾਉਣ ਲਈ ਠੂਠਾ ਫੰਡ ਵਰਗੀ ਨੌਬਤ ਦਾ ਸਾਹਮਣਾ ਉਹਨੂੰ ਕਰਨਾ ਪਿਆ। ਤੇ ਅਖੀਰ ਤੇ ਜਾ ਕੇ ਅਮਰੀਕਾ ਤੋਂ PL 480 ਅਧੀਨ ਉਹਦੀਆਂ ਸ਼ਰਤਾਂ ਮੰਨਦੇ ਹੋਏ ਜਿਹੜਾ ਹੈਗਾ ਅਸੀਂ ਇਹ ਅਨਾਜ ਮੰਗਵਾਇਆ। ਪਰ ਇਸ ਸਮੱਸਿਆ ਤੇ ਕਾਬੂ ਪਾਉਣ ਲਈ ਕੇਂਦਰ ਸਰਕਾਰ ਨੇ ਖੇਤੀਬਾੜੀ ਦੀ ਨਵੀਂ ਜੁਗਤ ਨੂੰ ਅਪਣਾਉਣ ਦਾ ਫੈਸਲਾ ਕੀਤਾ। ਖੇਤੀਬਾੜੀ ਦੀ ਨਵੀਂ ਜੁਗਤ ਵੱਧ ਝਾੜ ਦੇਣ ਵਾਲੇ ਬੀਜਾਂ, ਯਕੀਨੀ ਸਿੰਚਾਈ, ਰਸਾਇਣਿਕ ਖਾਦਾਂ, ਕੀਟਨਾਸ਼ਕਾਂ, ਨਦੀਨਨਾਸ਼ਕਾਂ, ਉੱਲੀਨਾਸ਼ਕਾਂ, ਮਸ਼ੀਨਰੀ ਅਤੇ ਖੇਤੀਬਾੜੀ ਕਰਨ ਦੇ ਆਧੁਨਿਕ ਢੰਗਾਂ ਦਾ ਇੱਕ ਪੈਕੇਜ ਸੀ। ਤੇ ਇਹ ਜਿਹੜੀ ਕੁੱਲ ਮਿਲਾ ਕੇ ਜਿਹੜਾ ਇਹ ਪਲੰਦਾ ਸੀ ਇਹ ਖੇਤੀਬਾੜੀ ਜੁਗਤ ਦਾ, ਇਹ ਸੁਭਾਅ ਦੇ ਵਿੱਚ ਵਪਾਰਕ ਸੀ, ਜਿਹਨੂੰ ਅਸੀਂ ਕਮਰਸ਼ੀਅਲ ਕਹਿੰਦੇ, ਕਮਰਸ਼ੀਅਲ ਸੀ ਕਿ ਨਫਾ ਹੋ ਗਿਆ। ਜਦੋਂ ਅਸੀਂ ਖੇਤੀਬਾੜੀ ਦੀ ਨਵੀਂ ਜੁਗਤ ਦੇਤੀ, ਸਾਡਾ ਕਿਸਾਨ ਇਹ ਉਸ ਦੌੜ 'ਚ ਪੈ ਗਿਆ ਕਿ ਉਹਨੇ ਵੱਧ ਤੋਂ ਵੱਧ ਕਮਾਉਣਾ ਹੈ। ਜੇ ਤੁਸੀਂ 1960 ਦਾ ਜਦ ਇਹ ਖੇਤੀਬਾੜੀ ਦੀ ਨਵੀਂ ਜੁਗਤ ਅਪਣਾਉਣੇ ਅਖੀਰ ਤੇ ਜਾ ਕੇ, ਉਦੋਂ ਪਹਿਲਾਂ ਦੇਖੋ ਤਾਂ ਸਾਡਾ ਭਾਈਚਾਰਾ ਕਾਫੀ ਹੱਦ ਤੱਕ ਜਿਉਂਦਾ ਜਾਗਦਾ ਸੀ। ਲੋਕ ਸਮੱਸਿਆਵਾਂ ਨੂੰ ਦੇਖਦੇ ਸੀ, ਉਹਨਾਂ ਨਾਲ ਸੰਘਰਸ਼ ਕਰਦੇ ਸੀ। ਪਰ ਜਦ ਬੰਦੇ ਨੂੰ ਇਹ ਬਣਾਏ ਉੱਥੇ ਤੱਕ ਕਮਰਸ਼ੀਅਲ ਦਿੱਤਾ ਕਿ ਸਾਰਾ ਕੁਝ ਨਫਾ ਹੀ ਹੈ, ਤੇ ਫਿਰ ਉਹਦੀ ਦੌੜ ਉਧਰ ਨੂੰ ਹੋ ਗਈ, ਸੰਘਰਸ਼ ਵੱਲੋਂ ਉਹ ਨਿਕਲ ਗਿਆ। ਇੱਕ ਕਾਰਨ ਹੈ। ਇਸ ਤੋਂ ਬਿਨਾਂ ਹੋਰ ਬਹੁਤ ਸਾਰੇ ਕਾਰਨ ਸਾਡੇ ਸਾਹਮਣੇ ਨੇ ਕਿ ਜਿੰਨਾ ਕੁ ਅਸੀਂ ਆਪਣੇ ਆਪ ਨੂੰ ਖੋਲਿਆ, ਇਹ ਗਲੋਬਲ ਵਿਲੇਜ ਦੀ ਗੱਲ ਕਰਨ ਲੱਗ ਗਏ, ਜਿੰਨੀਆਂ ਕੁ ਉਡਾਣਾਂ ਜ਼ਿਆਦਾ ਭਰਨ ਲੱਗ ਗਏ, ਉੱਥੋਂ ਖਬਰਾਂ ਆਉਣ ਲੱਗ ਗਈਆਂ। ਇੱਕ ਸਾਡੇ ਭੈਣ ਭਾਈ ਜਿਹੜੇ ਪ੍ਰਵਾਸ ਕਰਕੇ ਗਏ ਨੇ, ਉਹਨਾਂ ਚੋਂ ਜਿਹੜੇ ਫੁਕਰਪੰਥੀ ਵਾਲੇ ਇੱਥੇ ਆ ਕੇ ਲੋਕਾਂ 'ਚ ਉਹਦਾ ਵਿਖਾਵਾ ਕਰਦੇ ਨੇ, ਉਹਦੇ ਨਾਲ ਵੀ ਸਾਡਾ ਜਿਹੜਾ ਹੈਗਾ ਐਸਕੇਪ ਕਰਨ ਦਾ ਰੂਟ ਵਧਿਆ ਕਿ ਉੱਥੇ ਸਮੱਸਿਆਵਾਂ ਹੱਲ ਹੋਣਗੀਆਂ। ਹੁਣ ਵੱਡੇ ਪੱਧਰ ਤੇ ਸਾਡਾ ਨੌਜਵਾਨ ਬੱਚਾ 12ਵੀਂ ਪਾਸ ਕਰਨ ਤੋਂ +2 ਪਾਸ ਕਰਨ ਤੋਂ ਬਾਅਦ ਬਾਹਰਲੇ ਦੇਸ਼ਾਂ 'ਚ ਜਾ ਰਿਹਾ ਹੈ। ਪਰ ਜਿਹੜੇ ਭੈਣ ਭਰਾ ਸਾਡੇ 'ਚੋਂ ਜਾ ਕੇ ਉੱਥੇ ਉਹਨਾਂ ਦੀ ਹਾਲਤ ਦੇਖਦੇ ਨੇ, ਉਹਦੀ ਹਾਲਤ ਵੀ ਉੱਥੇ ਬਹੁਤ ਹੀ ਮਾੜੀ ਹੈ। ਪੜ੍ਹਨ ਦਾ ਤਾਂ ਇੱਕ ਨਾਂ ਹੈ, ਉਹ ਤਾਂ PR ਲੈਣ ਦਾ ਇੱਕ ਬਹਾਨਾ ਹੈਗਾ। PR ਲੈਣ ਤੋਂ ਬਾਅਦ ਉਹੀ ਕੰਮ ਉਹ ਕਰਦੇ ਨੇ ਜਿਹੜਾ ਉੱਥੇ ਸਭ ਤੋਂ ਥੱਲੇ ਹੈਗਾ। ਉਹ ਐਸਕੇਪ ਕਰਕੇ ਵੀ ਮਤਲਬ ਕੋਈ ਬਹੁਤ ਵਧੀਆ ਜ਼ਿੰਦਗੀ ਨਹੀਂ ਜਿਉਂ ਰਹੇ, ਤੇ ਆਉਣ ਵਾਲੀ ਪੀੜ੍ਹੀ ਦੀ ਵੀ ਜ਼ਿੰਦਗੀ ਕੋਈ ਬਹੁਤ ਵਧੀਆ ਦਿਖਾਈ ਨਹੀਂ ਦਿੰਦੀ। ਇਸ ਲਈ ਬਚਾਅ ਦੀ ਨੀਤੀ ਵੱਲ ਆ ਗਏ, ਜਦੋਂ ਕਿ ਸਾਨੂੰ ਜਿਹੜਾ ਹੈਗਾ ਅਸੀਂ 1991 ਤੋਂ ਉਹ ਆਰਥਿਕ ਵਿਕਾਸ ਮਾਡਲ ਅਪਣਾ ਲਿਆ ਜਿਹੜਾ ਕਾਰਪੋਰੇਸ਼ਨਾਂ ਦੇ ਹੱਕ 'ਚ ਹੈ, ਸਰਮਾਏਦਾਰਾਂ ਦੇ ਹੱਕ 'ਚ ਹੈ, ਇਹ ਲੋਕਾਂ ਦੇ ਵਿਰੁੱਧ ਹੈਗਾ। ਤੇ ਉਹਦੇ ਵਿੱਚੋਂ ਇਹ ਸਮੱਸਿਆਵਾਂ ਮੇਰੇ ਖਿਆਲ 'ਚ ਉਪਜ ਰਹੀਆਂ ਨੇ। ਜੀ ਡਾਕਟਰ ਸਾਹਿਬ, ਆਪਾਂ ਖੁਦਕੁਸ਼ੀਆਂ ਬਾਰੇ ਗੱਲ ਥੋੜੀ ਜਿਹੀ ਹੋਰ ਕਰਦੇ ਹਾਂ, ਕਿਉਂਕਿ ਇਸ ਵੇਲੇ ਬਹੁਤ ਪ੍ਰੋਮੀਨੈਂਟ ਸਬਜੈਕਟ ਹੈ ਇਹ। ਖੁਦਕੁਸ਼ੀਆਂ ਦੇ ਮਾਮਲੇ ਜਿਹੜੀ ਸਟੱਡੀ ਹੈ ਡਾਕਟਰ ਸਾਹਿਬ, ਉਹ ਇਹ ਹੈ ਕਿ ਕਿਸਾਨ ਵੀ ਖੁਦਕੁਸ਼ੀਆਂ ਕਰ ਰਹੇ ਨੇ, ਨੌਜਵਾਨ ਵੀ ਕਰ ਰਹੇ ਨੇ, ਖੇਤ ਮਜ਼ਦੂਰ ਵੀ ਕਰ ਰਹੇ ਨੇ। ਪਰ ਜੇ ਆਪਾਂ ਖੇਤ ਮਜ਼ਦੂਰਾਂ ਦੇ ਕੰਪੈਰੀਟਿਵਲੀ ਦੇਖੀਏ ਤਾਂ ਕਿਸਾਨ ਖੁਦਕੁਸ਼ੀ ਵੱਧ ਕਰ ਰਿਹਾ ਹੈ, ਜਦੋਂ ਕਿ ਰਿਸੋਰਸਲੈਸ ਮਜ਼ਦੂਰ ਵੱਧ ਹੈ। ਤੁਹਾਨੂੰ ਕੀ ਲੱਗਦਾ ਹੈ ਕਿ ਕਿਸਾਨ ਦੀ ਖੁਦਕੁਸ਼ੀ ਦਾ ਕਾਰਨ ਖੇਤ ਮਜ਼ਦੂਰ ਦੇ ਮੁਕਾਬਲੇ ਜ਼ਿਆਦਾ ਹੋਣਾ ਇਹ ਕੋਈ ਸੱਭਿਆਚਾਰਕ ਸੰਕਟ ਹੈ ਨਾਲ ਜਾਂ ਕਿ ਇਹਦੀਆਂ ਤੰਦਾਂ ਕਿੱਥੇ ਨੇ? ਇੰਨਾ ਜ਼ਿਆਦਾ ਕਿਉਂ ਨਿਰਾਸ਼ਾ ਦਾ ਆਲਮ ਹੈ ਖੇਤ ਮਜ਼ਦੂਰ ਦੇ ਮੁਕਾਬਲੇ ਵੀ ਕਿਸਾਨ ਦੇ ਵਿੱਚ? ਇਹ ਮੇਰੇ ਖਿਆਲ ਨਾਲ ਤੁਸੀਂ ਪੰਜਾਬ ਦੀ ਗੱਲ ਕਰ ਰਹੇ ਹੋ। ਪੰਜਾਬ ਦਾ ਜਿਹੜਾ ਪੰਜਾਬ ਸਰਕਾਰ ਨੇ ਪੰਜਾਬ ਦੀਆਂ 3 ਯੂਨੀਵਰਸਿਟੀਆਂ, ਪੰਜਾਬੀ ਯੂਨੀਵਰਸਿਟੀ ਪਟਿਆਲਾ, ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਤੇ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਲੁਧਿਆਣਾ ਤੋਂ ਸਰਵੇ ਕਰਾਇਆ ਸੀ। ਉਹ 'ਚ ਜਿਹੜੀ ਗੱਲ ਸਾਹਮਣੇ ਆਈ ਹੈ ਉਹ ਹੈ ਕਿ 60% ਦੇ ਨਜ਼ਦੀਕ ਕਿਸਾਨ ਖੁਦਕੁਸ਼ੀਆਂ ਕਰ ਰਹੇ ਨੇ, 40% ਦੇ ਨਜ਼ਦੀਕ ਹੈ ਜਿਹੜਾ ਸਾਡਾ ਖੇਤ ਮਜ਼ਦੂਰ ਖੁਦਕੁਸ਼ੀਆਂ ਕਰ ਰਹੇ ਨੇ। ਤੇ ਜਿਹੜੇ 60% ਕਿਸਾਨ ਨੇ ਉਹਦੇ ਵਿੱਚੋਂ ਵੱਡੀ ਗਿਣਤੀ 5 ਏਕੜ ਤੱਕ ਵਾਲੇ ਕਿਸਾਨਾਂ ਦੀ ਹੈ, ਜਿਹ 'ਚ 2.5 ਏਕੜ ਤੱਕ ਵਾਲੇ ਸਮਾਨਤ ਕਿਸਾਨ, 2.5 ਤੋਂ ਵੱਧ 5 ਵਾਲੇ
ਛੋਟੇ ਕਿਸਾਨ ਜ਼ਿਆਦਾ ਨੇ। ਜੀ ਜੇ ਇਹਨਾਂ ਦੀ ਖੁਦਕਸ਼ੀਆਂ ਦੇ ਕਾਰਨ ਦੇਖੀਏ, ਖੁਦਕਸ਼ੀਆਂ ਦੇ ਕਾਰਨ ਤਾਂ ਅਨੇਕਾਂ ਹੀ ਹੋ ਸਕਦੇ ਨੇ, ਪਰ ਇਹਦੇ ਖੁਦਕਸ਼ੀਆਂ ਦੇ ਵੱਡੇ ਕਾਰਨ ਜਿਹੜੇ ਹੈਗੇ, ਇਹਨਾਂ ਸਿਰ ਕਰਜ਼ਾ ਤੇ ਘੋਰ ਗਰੀਬੀ ਮੁੱਖ ਤੌਰ ਤੇ ਸਾਹਮਣੇ ਆਉਂਦੇ ਨੇ। ਇਹ ਕੁਝ ਲੋਕ ਇਹ ਮਨੋਵਿਗਿਆਨਕ ਕਾਰਨ ਕਹਿੰਦੇ ਨੇ। ਜਦੋਂ ਕੋਈ ਵੀ ਖੁਦਕਸ਼ੀ ਹੁੰਦੀ ਹੈ, ਉਹਦਾ ਮਨੋਵਿਗਿਆਨਕ ਤੌਰ ਤੇ ਬੰਦਾ ਟੁੱਟਿਆ ਹੁੰਦਾ ਹੈ, ਤਾਂ ਹੀ ਉਹ ਖੁਦਕਸ਼ੀ ਵੱਲ ਆਉਂਦਾ ਹੈਗਾ। ਮੈਂ ਇਹ ਨਹੀਂ ਕਹਿੰਦਾ ਕਿ ਸਿਰਫ ਤੇ ਸਿਰਫ ਇਹ ਕਾਰਨ ਨੇ, ਇਹਦੇ ਨਾਲ ਰਿਲੇਟਡ ਦੂਜੇ ਕਾਰਨ ਹੈਗੇ। ਮੈਨੂੰ ਇਹ ਲੱਗਦਾ ਹੈ ਕਿ ਰੂਟ ਕਾਜ਼ ਜਿਹੜਾ ਹੈਗਾ ਖੁਦਕਸ਼ੀਆਂ ਦਾ, ਇਹਨਾਂ ਦੋਨਾਂ ਵਰਗਾਂ ਦੇ ਵਿੱਚ ਇਹਨਾਂ ਦਾ ਕਰਜ਼ਾ ਹੈਗਾ। ਇੱਕ ਮੈਂ ਤੇ ਮੇਰੇ ਸਹਿਯੋਗੀਆਂ ਨੇ ICSSR ਲਈ ਸਰਵੇ ਕੀਤਾ ਸੀ, ਜਿੱਦੋਂ ਇਹ ਗੱਲ ਸਾਹਮਣੇ ਆਈ ਹੈ ਕਿ 15 ਏਕੜ ਤੋਂ ਉੱਪਰ ਵਾਲੇ ਕਿਸਾਨਾਂ ਨੂੰ ਛੱਡ ਕੇ ਸਾਰੇ ਕਿਸਾਨ ਅਤੇ ਖੇਤ ਮਜ਼ਦੂਰ ਇੰਨੇ ਕਰਜ਼ੇ ਥੱਲੇ ਆ ਕਿ ਉਹ 2 ਡੰਗ ਦੀ ਰੋਟੀ ਪਕਾਉਣ ਲਈ ਵੀ ਕਰਜ਼ਾ ਲੈਂਦੇ ਨੇ। ਕਰਜ਼ੇ ਉੱਪਰਲਾ ਵਿਆਜ ਨਹੀਂ ਮੋੜ ਸਕਦੇ, ਕਰਜ਼ਾ ਮੋੜਨ ਤਾਂ ਦੂਰ ਦੀ ਗੱਲ ਰਹੀ। ਜਿਹੜੇ ਖੇਤ ਮਜ਼ਦੂਰ ਨੇ ਉਹਨਾਂ ਜੁੰਮੇ ਭਾਵੇਂ ਜਿਹੜਾ ਕਰਜ਼ਾ ਹੈ ਉਹ ਕੁਛ ਇੱਕ ਹਜ਼ਾਰਾਂ 'ਚ ਹੈਗਾ, ਇਹ ਲੱਖ ਤੋਂ ਘੱਟ ਹੈ, ਪਰ ਉਹ ਕਰਜ਼ਾ ਉਹਨਾਂ ਲਈ ਇਹ ਵੱਡੀ ਸਮੱਸਿਆ ਹੈਗੀ ਕਿ ਜੇ ਉਹ ਆਪਦੇ ਬੱਚਿਆਂ ਨੂੰ ਦੁੱਧ ਪਿਆਉਣ ਲਈ ਕਿਸੇ ਦੀ ਕੱਟੀ ਬੱਚੀ ਆਧਾਰੇ ਤੇ ਲੈ ਲੈਂਦੇ ਆ, ਤਾਂ ਜਦੋਂ ਉਹ ਬੈੜੀ ਜਾਂ ਝੋਟੀ ਬਣਦੀ ਹੈ ਤਾਂ ਉਹਦਾ ਮੁੱਲ ਪੈ ਕੇ ਉਹ ਆਧਾਰੇ ਦਾ ਜਿਹੜਾ ਨੌਮ ਹੈ ਉਹ ਉਹਨਾਂ ਨੂੰ ਮਿਲ ਜਾਂਦਾ ਹੈ, ਤੇ ਮੁੜ ਕੇ ਉਹ ਝੋਟੀ ਬੈੜੀ ਫਿਰ ਮਾਲਕ ਕੋਲ ਚੱਲ ਜਾਂਦੀ ਹੈਗੀ। ਅਤੇ ਉਸ ਤੋਂ ਬਿਨਾਂ ਉਹ ਕਰਜ਼ੇ 'ਚ ਉਹਨਾਂ ਨੂੰ ਜਲੀਲ ਇੰਨਾ ਕੀਤਾ ਜਾਂਦਾ ਹੈ, ਔਰਤਾਂ ਤੱਕ ਦੀ ਬੇਇੱਜ਼ਤੀ, ਔਰਤਾਂ ਤੱਕ ਦਾ ਸਰੀਰਕ ਨਿਪੀੜਨ, ਉਹਨਾਂ ਤੋਂ ਬੰਦੇ ਮਜ਼ਦੂਰਾਂ ਦੀ ਤਰ੍ਹਾਂ ਕੰਮ, ਅਤੇ ਬਾਰ-ਬਾਰ ਉਹਨਾਂ ਨੂੰ ਪੈਸੇ ਲਈ ਅਕਾਉਣਾ ਤੇ ਬਾਰ-ਬਾਰ ਪੈਸੇ ਲਈ ਉਹਨਾਂ ਨੂੰ ਜਲੀਲ ਕਰਨਾ, ਇਹ ਵੀ ਉਹਨਾਂ ਦੇ ਖੁਦਕਸ਼ੀਆਂ ਦੇ ਕਾਰਨ ਬਣਦੇ ਨੇ। ਜੀ ਜੀ ਹਾਂਜੀ ਡਾਕਟਰ ਸਾਹਿਬ, ਇੱਕ ਹੋਰ ਗੱਲ ਆਪਾਂ ਕਰਦੇ ਹਾਂ ਕਿ ਇੱਕ ਪੰਜਾਬੀ ਦੀ ਅਖਾਣ ਹੈ ਕਿ ਬਾਣੀਆਂ ਥੜੇ ਤੇ ਨਹੀਂ ਚੜਨ ਦਿੰਦਾ ਤੇ ਗਾਹ ਕਹਿੰਦਾ ਪੂਰਾ ਤੋਲ। ਅਸੀਂ ਕਹਿੰਦੇ ਕਿ ਸਵਾਮੀਨਾਥਨ ਕਮਿਸ਼ਨ ਦੀਆਂ ਰਿਪੋਰਟਾਂ ਲਾਗੂ ਹੋ ਜਾਣ, ਪਰ ਸੱਤਾ ਕਹਿੰਦੀ ਹੈ ਕਿ ਅਸੀਂ ਕਾਰਪੋਰੇਟ ਸੈਕਟਰ ਨੂੰ ਲੈ ਕੇ ਆ ਰਹੇ ਹਾਂ, ਤੁਸੀਂ ਭੱਜੋ ਇੱਥੋਂ। ਇਹ ਜਿਹੜੇ 3 ਨਵੇਂ ਆਰਡੀਨੈਂਸ ਆਏ ਨੇ, ਇਹ ਵੀ ਇਸ ਪਾਸੇ ਵੱਲ ਹੀ ਵਧ ਰਹੇ ਹਾਂ ਅਸੀਂ। ਤੁਹਾਨੂੰ ਇਸ ਸਥਿਤੀ ਬਾਰੇ ਕੀ ਤੁਹਾਡਾ ਐਨਾਲਿਸਿਸ ਹੈ ਹੁਣ? ਡਾਕਟਰ ਦੀਪ, ਗੱਲ ਇਹ ਹੈ ਕਿ ਜਿਹੜੀ ਸਵਾਮੀਨਾਥਨ ਕਮਿਸ਼ਨ ਦੀ ਰਿਪੋਰਟ ਦੀ ਵੱਖ-ਵੱਖ ਕਿਸਾਨ ਜਥੇਬੰਦੀਆਂ, ਕੁਝ ਰਾਜਸੀ ਪਾਰਟੀਆਂ ਵੀ ਬੜੇ ਜ਼ੋਰ ਸ਼ੋਰ ਨਾਲ ਕਰਦੀਆਂ, ਤੇ ਕੇਂਦਰ ਸਰਕਾਰ ਨੇ ਤਾਂ ਇਹ ਵੀ ਕਹਿਤਾ ਕਿ ਅਸੀਂ ਤਾਂ ਉਹ ਲਾਗੂ ਕਰਤੀ ਹੈ, ਜਿਹੜੀ ਕਿ ਲਾਗੂ ਨਹੀਂ ਹੋਈ ਹੈਗੀ। ਪਰ ਜੇ ਸਵਾਮੀਨਾਥਨ ਕਮਿਸ਼ਨ ਦੀ ਰਿਪੋਰਟ ਸਹੀ ਮਾਨੇ 'ਚ ਲਾਗੂ ਵੀ ਹੋ ਜਾਵੇ, ਤਾਂ ਵੀ ਕਿਸਾਨਾਂ, ਖੇਤ ਮਜ਼ਦੂਰਾਂ, ਪਿੰਡ ਛੋਟੇ ਘਰਾਂ ਦੀਆਂ ਸਾਰੀਆਂ ਸਮੱਸਿਆਵਾਂ ਹੱਲ ਨਹੀਂ ਹੋਣੀਆਂ। ਉਹਦਾ ਕਾਰਨ ਕੀ ਹੈ? ਮੰਨ ਲਓ ਕਿ ਜਿਹੜੀ ਔਸਤਨ ਕਾਸਟ ਆਫ ਪ੍ਰੋਡਕਸ਼ਨ ਹੈ ਉਹ 1 ਲੱਖ ਰੁਪਈਆ ਹੈ। ਜੇ 1 ਲੱਖ ਰੁਪਏ 50,000 ਦਾ ਨਫਾ ਮਿਲੂਗਾ ਉਹਨਾਂ ਨੂੰ, ਜੇ 50,000 ਦਾ ਨਫਾ 1 ਸਾਲ ਦਾ ਹੋਊਗਾ, ਮਹੀਨੇ ਦਾ 4250 ਰੁਪਏ ਹੋਊਗਾ, 5 ਜੀਆਂ ਦਾ ਪਰਿਵਾਰ ਆ, 800 ਕੁਛ ਰੁਪਏ ਮਿਲਣਗੇ ਇੱਕ ਜੀ ਨੂੰ, 30 ਰੁਪਏ ਤੋਂ ਰੋਜ਼ਾਨਾ ਘੱਟ, ਤਾਂ ਉਹਦੇ ਨਾਲ ਸਮੱਸਿਆਵਾਂ ਕਿਵੇਂ ਹੱਲ ਹੋਣਗੀਆਂ? ਜਿਹੜੇ ਖੇਤ ਮਜ਼ਦੂਰ ਤੇ ਛੋਟੇ ਕਾਰੀਗਰ ਹੈ, ਉਹਨਾਂ ਕੋਲ ਤਾਂ ਵੇਚਣ ਲਈ ਕੁਛ ਨਹੀਂ, ਤੇ ਕੁਝ ਕਿਸਾਨ ਵੀ ਹੈ ਜਿਨ੍ਹਾਂ ਕੋਲ ਵੇਚਣ ਲਈ ਬਹੁਤ ਘੱਟ ਹੈ, ਤੇ ਉਹਨਾਂ ਨੂੰ ਸਵਾਮੀਨਾਥਨ ਕਮਿਸ਼ਨ ਦੀ ਰਿਪੋਰਟ ਕੀ ਕਰੂਗੀ? ਹਾਂ, ਇਹ ਜ਼ਰੂਰ ਹੈ, ਜੇ ਸਵਾਮੀਨਾਥਨ ਕਮਿਸ਼ਨ ਦੀ ਰਿਪੋਰਟ ਲਾਗੂ ਹੋ ਜਾਵੇ, ਹੁਣ ਵਾਲੀ ਘਾਟੇ ਵਾਲੀ ਖੇਤੀ ਨਫੇ ਵਾਲੀ ਖੇਤੀ ਹੋ ਜਾਊਗੀ, ਪਰ ਉਸ ਤੋਂ ਬਿਨਾਂ ਹੋਰ ਕਰਨ ਦੀ ਬਹੁਤ ਲੋੜ ਹੈਗੀ। ਪਰ ਜਿਹੜੀ ਗੱਲ ਤੁਸੀਂ ਹੁਣੇ ਪੁੱਛੀ ਹੈ, ਕੇਂਦਰ ਸਰਕਾਰ ਨੇ ਕਿਸਾਨਾਂ ਦੇ ਭਲੇ ਦੇ ਨਾਂ ਉੱਤੇ 3 ਆਰਡੀਨੈਂਸ ਜਾਰੀ ਕੀਤੇ ਆ। ਜਿਹੜੇ ਆਰਡੀਨੈਂਸ ਜਾਰੀ ਹੋਏ ਆ, ਇਹਨਾਂ ਚੋਂ ਪਹਿਲੀ ਗੱਲ ਤਾਂ ਇਤਰਾਜ਼ ਵਾਲੀ ਇਹ ਹੈ ਕਿ ਇਹ ਸੰਘੀ ਢਾਂਚੇ ਦੀ ਸੰਘੀ ਘੁੱਟ ਰਹੇ ਨੇ। ਇਹਦੇ ਜਿਹੜੇ ਹੈਗੇ ਜੀ ਸਟੇਕ ਹੋਲਡਰਸ, ਸੂਬੇ, ਕਿਸਾਨ, ਖੇਤ ਮਜ਼ਦੂਰ, ਪਿੰਡੂ ਛੋਟੇ ਕਾਰੀਗਰ, ਇਹਨਾਂ ਨਾਲ ਗੱਲ ਕਰਨੀ ਬਣਦੀ ਸੀ, ਤੇ ਇਹਨੂੰ ਪਾਰਲੀਮੈਂਟ 'ਚ ਜਾਣਾ ਬਣਦਾ ਜੇ ਕੋਈ ਸਰਕਾਰ ਸਮਝੇ। ਤੇ ਇਹ ਜਿਹੜੇ ਆਰਡੀਨੈਂਸ ਜਾਰੀ ਹੁੰਦੇ ਨੇ, ਅੱਤ ਦੀ ਲੋੜ 'ਚ ਹੁੰਦੇ ਨੇ। ਅੱਤ ਦੀ ਲੋੜ ਕੋਈ ਵੀ ਨਹੀਂ ਦਿਖਦੀ ਹੈਗੀ, ਕਿਉਂਕਿ ਪਹਿਲੀ ਫਸਲ ਵਿਕ ਚੁੱਕੀ ਹੈ, ਦੂਜੀ ਫਸਲ ਦੀ ਲਵਾਈ ਹੋ ਗਈ, ਤੇ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਸੀ। ਜਿਹੜੇ 3 ਆਰਡੀਨੈਂਸ ਹੈ, ਉਹਦੇ ਵਿੱਚ ਪਹਿਲਾ ਆਰਡੀਨੈਂਸ ਜਿਹੜਾ ਹੈਗਾ ਉਹ ਗੱਲ ਕਰਦਾ ਹੈ ਕਿ ਕਿਸਾਨ ਆਪਦੀ ਫਸਲ ਨੂੰ ਆਪ ਪ੍ਰਾਈਵੇਟ ਮੰਡੀ ਵਿੱਚ ਵੇਚ ਸਕੇ, ਪ੍ਰਾਈਵੇਟ ਮੰਡੀਆਂ ਸਥਾਪਿਤ ਕਰਨ ਬਾਰੇ ਹੈਗਾ ਜੀ। ਤੇ ਉਹ 'ਚ ਇਹ ਕਿਹਾ ਗਿਆ ਕਿ ਕਿਸਾਨਾਂ ਦੇ ਭਲੇ ਲਈ ਕਿਸਾਨ APMC ਵਾਲੀ ਮੰਡੀ ਤੋਂ ਬਾਹਰ ਜਾ ਕੇ ਕਿਸੇ ਵੀ ਮੰਡੀ 'ਚ ਆਪਦਾ ਅਨਾਜ ਵੇਚ ਸਕੂਗਾ। ਜੇ ਸਾਡੇ ਦੇਖਣ ਵਾਲੇ ਜਾਂ ਸੁਣਨ ਵਾਲੇ ਜਿਹੜੇ, ਉਹਨਾਂ ਨੂੰ ਵਰਲਡ ਟ੍ਰੇਡ ਆਰਗੇਨਾਈਜੇਸ਼ਨ ਦੀ ਹਿਸਟਰੀ ਦਾ ਪਤਾ ਹੋਵੇ, 1995 'ਚ ਵੀ ਇਹੀ ਕਿਹਾ ਗਿਆ ਸੀ ਕਿ ਭਾਰਤ ਦੇ ਕਿਸਾਨ ਆਪਦੀ ਫਸਲ ਨੂੰ ਜਾ ਕੇ ਦੂਜੇ ਦੇਸ਼ਾਂ 'ਚ ਵੇਚਿਆ ਕਰਨਗੇ ਤੇ ਮਾਲਾ ਮਾਲ ਹੋਣਗੇ। ਉਹ ਸਾਰਿਆਂ ਨੂੰ ਪਤਾ ਲੱਗ ਗਿਆ ਕਿ ਉੱਥੇ ਦਾ ਕਾਰਪੋਰੇਸ਼ਨਾਂ ਨੇ, ਕਾਰਪੋਰੇਸ਼ਨ ਤੋਂ ਵੀ ਅੱਗੇ ਕਾਰਟਲ ਨੇ ਜਿਹੜੇ ਇਹ ਕੰਮ ਕਰਦੇ ਨੇ। ਛੋਟਾ ਕਿਸਾਨ ਤਾਂ ਆਪਦੀ ਫਸਲ ਹੈ ਜਿਹੜੀ ਪਿੰਡ ਤੋਂ ਉਹਨੂੰ ਸ਼ਹਿਰ ਤੱਕ ਲਿਆਉਣ ਲਈ ਵੀ ਜਿਹੜੀ ਟਰਾਲੀ ਆ ਉਹ ਕਿਰਾਏ ਵਾਲੇ ਵੱਲ ਦੇਖਦਾ ਹੈ, ਕੋਈ ਕਿਰਾਏ ਤੇ ਟਰਾਲੀ 'ਚ ਉਹਦਾ ਮਨ ਛੱਡਿਆ ਹੋਵੇ। ਜੇ ਕਿਸੇ ਮੰਡੀ, ਨਿੱਜੀ ਮੰਡੀ 'ਚ ਬਹੁਤ ਜ਼ਿਆਦਾ ਕੀਮਤ ਮਿਲਦੀ ਵੀ ਹੋ, ਜਿਹੜਾ ਕਿ ਇਲੂਜਨ ਹੈ,
ਤਾਂ ਉੱਥੇ ਉਹ ਫਸਲ ਕਿਵੇਂ ਜਾਊ? ਉਹਦਾ ਨੇੜੇ ਵਾਲੀ ਮੰਡੀ 'ਚ ਵੀ ਫਸਲ ਜਾਣ ਲਈ ਕਿਰਾਏ ਦੀ ਟਰਾਲੀ ਲੱਭਦਾ ਹੈਗਾ। ਜਿਹੜੀਆਂ ਪ੍ਰਾਈਵੇਟ ਮੰਡੀਆਂ ਨੇ ਇਹ ਤਾਂ ਇਸ ਲਈ ਨਿੱਜੀ ਮੰਡੀਆਂ ਤਾਂ ਇਸ ਲਈ ਬਣਾਈ ਜਾ ਰਹੀਆਂ ਨੇ, ਇੱਕ ਵਾਰੀ ਇਹਨਾਂ 'ਚ ਝਲਕ ਜੀ ਦਿੱਤੀ ਜਾਊਗੀ ਕਿ APMC ਦੀ ਮੰਡੀਆਂ ਨਾਲੋਂ ਵੱਧ ਪੈਸਾ ਮਿਲਦਾ ਹੈ, ਕਿਉਂਕਿ ਜਿਹੜਾ ਉਧਰ ਕਮਿਸ਼ਨ ਦਾ ਪੈਸਾ ਲਗਭਗ 200 ਰੁਪਏ ਤੋਂ ਥੋੜਾ ਘੱਟ ਹੈ। ਉਹ ਜੋ ਕੁਝ ਹਿੱਸਾ ਜੇ ਕਿਸਾਨਾਂ ਦੇ ਜਾਣਗੇ ਤਾਂ ਉਹਦੀ ਸਿੱਧੀ ਜੀ ਇੰਪਲੀਕੇਸ਼ਨ ਹੈ, ਜਿਹੜਾ ਸ਼ਾਂਤਾ ਕੁਮਾਰ ਕਮੇਟੀ ਕਹਿੰਦੀ ਹੈ ਕਿ ਨਾ MSP ਦੀ ਲੋੜ ਹੈ, ਨਾ ਫੂਡ ਕਾਰਪੋਰੇਸ਼ਨ ਆਫ ਇੰਡੀਆ ਦੀ ਲੋੜ ਹੈ। ਜਦ ਬਾਹਰਲੀਆਂ ਮੰਡੀਆਂ 'ਚ ਥੋੜਾ ਬਹੁਤੇ ਟਾਈਮ ਲਈ ਥੋੜਾ ਜਿਹਾ ਵੱਧ ਦਿੱਤਾ ਜਾਊਗਾ ਤਾਂ ਉਹ ਮੰਡੀਆਂ ਬੰਦ ਹੋ ਜਾਣਗੀਆਂ। ਜਿਵੇਂ ਪੰਜਾਬ ਦੀ ਐਗਜ਼ਾਮਪਲ ਲਈਏ, ਪੰਜਾਬ 'ਚ ਐਗਰੀਕਲਚਰ ਮਾਰਕੀਟਿੰਗ ਬੋਰਡ ਨੂੰ 2020-21 ਚ 3900 ਕਰੋੜ ਰੁਪਏ ਦੀ ਆਮਦਨ ਦਾ ਅੰਦਾਜ਼ਾ ਹੈ। ਇਹ ਸਾਰਾ ਹੀ ਪੈਸਾ ਜਾਂ ਤਾਂ ਮੰਡੀਆਂ ਤੇ ਲੱਗਦਾ ਹੈ, ਜ਼ਿਆਦਾ ਹਿੱਸਾ ਪਿੰਡਾਂ ਦੇ ਵਿਕਾਸ ਤੇ ਲੱਗਦਾ ਹੈ। ਲਿੰਕ ਰੋਡ, ਲਛਮਣ ਸਿੰਘ ਗਿੱਲ ਬਹੁਤ ਘੱਟ ਟਾਈਮ ਲਈ ਸਾਡੇ ਚੀਫ ਮਿਨਿਸਟਰ ਬਣੇ ਸੀ, ਪਰ ਉਹਨਾਂ ਨੇ ਉਸ ਮੌਕੇ ਦੇ ਵੱਡੇ ਵਿਦਵਾਨ ਡਾਕਟਰ MS ਰੰਧਾਵਾ ਤੋਂ ਰਾਏ ਲਈ ਸੀ ਕਿ ਮੈਂ ਜਿਸ ਤਰ੍ਹਾਂ ਦੀ ਵੀ ਚੀਫ ਮਿਨਿਸਟਰੀ ਲਈ ਹੈ, ਮੈਨੂੰ ਕੋਈ ਕੰਮ ਦੱਸੋ ਤਾਂ ਕਿ ਲੋਕ ਮੈਨੂੰ ਚੰਗਾ ਕਹਿਣ। ਉਹਨਾਂ ਨੇ ਕਿਹਾ ਤੇ ਇੱਕ ਤਾਂ ਪੰਜਾਬੀ ਭਾਸ਼ਾ ਨੂੰ ਦਫ਼ਤਰੀ ਭਾਸ਼ਾ ਬਣਾ ਦਿਓ, ਦੂਜਾ ਹਰੇਕ ਪਿੰਡ ਨੂੰ ਲਿੰਕ ਰੋਡ ਨਾਲ ਮੇਨ ਰੋਡ ਨਾਲ ਜੋੜ ਦਿਓ ਤਾਂ ਕਿ ਮੰਡੀਆਂ ਤੱਕ ਕਿਸਾਨ ਆਉਣ ਜੋਗਾ ਹੋ ਜਾਵੇ। ਉਹ ਲਿੰਕ ਰੋਡ ਨੇ ਉਹਦੀ ਮੇਨਟੇਨੈਂਸ ਹੈ ਜਿਹੜੀ ਉਹ ਵੀ ਐਗਰੀਕਲਚਰ ਮਾਰਕੀਟਿੰਗ ਬੋਰਡ ਕਰਦਾ ਹੈ। ਪਿੰਡਾਂ ਦੇ ਗਲੀਆਂ ਨਾਲੀਆਂ ਤੇ ਹੋਰ ਵਿਕਾਸ ਤੇ ਵੀ ਪੈਸਾ ਲਾਉਂਦਾ ਹੈ। ਜਿਹੜੇ ਮੰਡੀਆਂ ਦੇ ਸ਼ੈੱਡ ਨੇ, ਫੜ ਨੇ, ਉੱਥੇ ਪੀਣ ਵਾਲੇ ਪਾਣੀ ਦਾ ਇੰਤਜ਼ਾਮ ਹੈ, ਉੱਥੇ ਲੱਖਾਂ ਮਜ਼ਦੂਰਾਂ ਦੇ ਰੁਜ਼ਗਾਰ ਦਾ ਰੌਲਾ ਹੈਗਾ, ਉਹ ਵੀ ਉੱਥੋਂ ਹੁੰਦਾ ਹੈਗਾ। ਜੇ ਪ੍ਰਾਈਵੇਟ ਨਿੱਜੀ ਮੰਡੀਆਂ ਵੱਲ ਆਊਗਾ ਉਹਨਾਂ ਸਾਰਿਆਂ ਦੇ ਢਿੱਡ 'ਚ ਲੱਤ ਮਾਰਨ ਵਾਲੀ ਗੱਲ ਹੋਊਗੀ। ਤੇ ਦੂਜੀ ਗੱਲ, ਦੂਜਾ ਆਰਡੀਨੈਂਸ ਹੈ ਉਹ ਐਗਰੀਕਲਚਰ ਪ੍ਰੋਡਿਊਸ ਪ੍ਰਾਈਸ ਇੰਸ਼ੋਰੈਂਸ ਬਾਰੇ ਗੱਲ ਕਰਦਾ ਹੈ ਕਿ ਭਾਵ ਕਿ ਕਿਸਾਨਾਂ ਨੂੰ ਉਹਨਾਂ ਦੀ ਫਸਲ ਦੀ ਕੀਮਤ ਦੀ ਪਹਿਲਾਂ ਯਕੀਨ ਦਿਵਾ ਦਿੱਤਾ ਜਾਵੇ ਇੰਨੀ ਮਿਲੂਗੀ। ਉਹ ਕੁਝ ਵੀ ਨਹੀਂ, ਉਹ ਇਕਰਾਰਨਾਮਿਆਂ ਦੀ ਖੇਤੀ ਹੈ, ਕੰਟਰੈਕਟ ਫਾਰਮਿੰਗ ਦੀ ਗੱਲ ਹੈਗੀ। ਦੱਸਿਆ ਇਹ ਗਿਆ ਕਿ ਇਹ ਬਿਲਕੁਲ ਨਵਾਂ ਕਦਮ ਹੈ ਜਿਹਦੇ ਨਾਲ ਕਿਸਾਨ ਆਪਦੀ ਫਸਲ ਦੀ ਕੀਮਤ ਬਾਰੇ ਪਹਿਲਾਂ ਹੀ ਮਤਲਬ ਉਹਨਾਂ ਨੂੰ ਪਤਾ ਹੋਊਗਾ ਤੇ ਉਹ ਨਫਾ ਕਮਾ ਸਕਣਗੇ। ਸਾਡੇ ਕੋਲ ਇਕਰਾਰਨਾਮੇ ਦੀ ਖੇਤੀ ਦਾ ਪੰਜਾਬ 'ਚ ਤੇ ਬਾਕੀ ਦੇਸ਼ ਦੇ ਭਾਗਾਂ 'ਚ ਵੀ ਪਹਿਲਾਂ ਇਹ ਪੈਪਸੀਕੋ ਆਲੂ ਭਿਜਵਾਉਂਦਾ ਹੁੰਦਾ ਸੀ। ਜਿਹੜੇ ਸਾਲ ਆਲੂ ਜ਼ਿਆਦਾ ਹੋ ਜਾਂਦਾ ਸੀ, ਕੀਮਤਾਂ ਘਟ ਜਾਂਦੀਆਂ ਸੀ, ਉਸ ਸਾਲ ਸ਼ੂਗਰ ਦਾ ਬਹਾਨਾ ਲਾ ਕੇ ਕਿ ਇਹਦੇ 'ਚ ਸ਼ੂਗਰ ਜ਼ਿਆਦਾ ਹੈ ਜਾਂ ਇਹਦਾ ਸਾਈਜ਼ ਛੋਟਾ ਛੱਡ ਜਾਂਦੇ ਸੀ। ਜਿਹੜੇ ਸਾਲ ਆਲੂ ਦੀ ਉਪਜ ਘੱਟ ਹੁੰਦੀ ਸੀ ਤੇ ਕੀਮਤਾਂ ਅਸਮਾਨ ਨੂੰ ਲੱਗਦੀਆਂ ਸੀ, ਉਹ ਸਾਲ ਆਪਦੀ ਸਿਕਿਉਰਿਟੀ ਵਾਲੇ ਬੰਦੇ ਖੜਾ ਕੇ ਉੱਥੋਂ ਧੱਕੇ ਨਾਲ ਸਾਰਾ ਕੱਲਾ ਦਾਣਾ ਲੈ ਜਾਂਦੇ ਸੀ। ਇਸ ਤਰ੍ਹਾਂ ਬਾਸਮਤੀ ਦੇ ਵੀ ਜਿਹੜੇ ਕੰਟਰੈਕਟ ਹੋਏ, ਜਦੋਂ ਕੀਮਤਾਂ ਘਟ ਗਈਆਂ ਤਾਂ ਉਹ 'ਚ ਨਮੀ ਦਾ ਬਹਾਨਾ, ਉਹਦੇ ਬਦਰੰਗ ਹੋਣ ਦਾ ਬਹਾਨਾ, ਜਦੋਂ ਕੀਮਤਾਂ ਵਧੀਆਂ ਕੱਲਾ ਦਾਣਾ ਲੈ ਗਏ। ਇਸ ਲਈ ਇਕਰਾਰਨਾਮੇ ਦੇ ਲਿਖਣ ਬਾਰੇ ਗੱਲ ਕੀਤੀ ਗਈ ਹੈ। ਇਕਰਾਰਨਾਮੇ ਦਾ ਪਹਿਲਾਂ ਵੀ ਲਿਖਤੀ ਸੀ, ਪਰ ਇਕਰਾਰਨਾਮੇ ਬਰਾਬਰ ਦੇ ਹੁੰਦੇ, ਸ਼ੇਰ ਤੇ ਬੱਕਰੀ 'ਚ ਇਕਰਾਰਨਾਮੇ ਨਹੀਂ ਹੁੰਦੇ ਹੈਗੇ। ਬਹੁਤ ਅੱਛੇ। ਜਿਹੜੀ ਗੱਲ ਹੈਗੀ ਇਕਰਾਰਨਾਮਿਆਂ ਦੀ, ਤੇ ਹੁਣ ਸਾਨੂੰ ਜਿਹੜਾ ਕੁਝ ਦੱਸਿਆ ਜਾ ਰਿਹਾ ਹੈ ਉਹ ਸਾਰਾ ਝੂਠ ਹੈਗਾ ਇਕਰਾਰਨਾਮਿਆਂ 'ਚ। ਇਹ ਇਕਰਾਰਨਾਮਾ ਤਾਂ ਸਭ ਤੋਂ ਵਧੀਆ ਮਿਨੀਮਮ ਸਪੋਰਟ ਪ੍ਰਾਈਸ 'ਚ ਹੈਗਾ। ਜੇ ਮਿਨੀਮਮ ਸਪੋਰਟ ਪ੍ਰਾਈਸ ਹੈ, ਇਹ ਉਹਨੂੰ ਲਾਹੇਵੰਦ ਬਣਾ ਕੇ ਹੋਰ ਗੱਲਾਂ ਕੀਤੀਆਂ ਜਾਣ ਜਿਨ੍ਹਾਂ ਨਾਲ ਇਹਨਾਂ ਤਿੰਨੇ ਵਰਗਾਂ ਦੀਆਂ ਮੁੱਢਲੀਆਂ ਜ਼ਿੰਦਗੀ ਦੀਆਂ ਮੁੱਢਲੀਆਂ 7 ਲੋੜਾਂ ਪੂਰੀਆਂ ਹੋ ਸਕਣ। ਪਰ ਜਿਹੜੇ ਇਕਰਾਰਨਾਮੇ ਦੀ ਗੱਲ ਹੈ, ਜੇ ਇਕਰਾਰਨਾਮੇ 'ਚ ਕੋਈ ਪ੍ਰੋਬਲਮ ਆਊਗੀ ਤਾਂ ਉਹਦਾ ਨਿਬੇੜਾ ਮੁੱਖ ਤੌਰ ਤੇ ਡਿਸਟ੍ਰਿਕਟ ਜਾਊਗਾ, SDM ਜਾਂ DC ਦੇ ਲੈਵਲ ਤੇ। ਜੇ ਅਸੀਂ ਕੁੱਲ ਮਿਲਾ ਕੇ ਸਾਡੀ ਬਿਊਰੋਕ੍ਰੇਸੀ ਦਾ ਕੰਮ ਕਰਨ ਦਾ ਵਰਤਾਰਾ ਦੇਖੀਏ, ਇਹ ਨੇ ਇਹ ਸਰਕਾਰੀ ਦਵਾ ਥੱਲੇ ਜਾਂ ਆਪਦੇ ਕਾਰਨਾਂ ਕਰਕੇ ਵੀ ਇਹ ਵੱਡਿਆਂ ਦੇ ਹੱਥ 'ਚ ਭੁਗਤਦੇ ਨੇ। ਜਦੋਂ ਇੱਕ ਪਾਸੇ ਕਾਰਪੋਰੇਸ਼ਨ ਹੋਣਗੀਆਂ, ਵੱਡੀਆਂ ਕੰਪਨੀਆਂ ਹੋਣਗੀਆਂ, ਵੱਡੇ ਅਦਾਰੇ ਹੋਣਗੇ, ਦੂਜੇ ਪਾਸੇ ਵਿਚਾਰਾ ਕਿਸਾਨ ਹੋਊਗਾ, ਤਾਂ ਇਹ ਕਿਹਦੇ ਹੱਕ 'ਚ ਭੁਗਤਣਗੇ? ਬਿਲਕੁਲ। ਆਪਾਂ ਥੋੜਾ ਜਿਹਾ ਹੋਰ ਸਮਾਂ ਘੱਟ ਹੈ ਤੇ ਸਵਾਲ ਮੈਂ ਤੁਹਾਡਾ ਲਾਹਾ ਬਹੁਤ ਲੈਣਾ ਚਾਹੁੰਦਾ। ਸਵਾਲ ਇਹ ਹੈ ਕਿ ਕਿਸਾਨ ਜਥੇਬੰਦੀਆਂ ਲਗਾਤਾਰ ਸੰਘਰਸ਼ ਕਰਦੀਆਂ ਨੇ, ਉਹਨਾਂ ਦੇ ਸੰਘਰਸ਼ ਨੂੰ ਅਸੀਂ ਸਲੂਟ ਕਰਦੇ ਹਾਂ ਬਿਨਾਂ ਸ਼ੱਕ, ਪਰ ਉਹਨਾਂ ਦੀ ਜਿਹੜੀ ਬਹੁਤੀ ਭੂਮਿਕਾ ਨਾ ਉਹ ਕੁਰਕੀਆਂ ਨੂੰ ਰੁਕਵਾਉਣ ਜਾਂ ਤਤਕਾਲੀ ਹਮਲੇ ਜਿਹੜੇ ਸਰਕਾਰ ਵੱਲੋਂ ਹੁੰਦੇ ਨੇ ਉਹਨਾਂ ਨੂੰ ਰੋਕਣ ਤੱਕ ਰਹਿ ਜਾਂਦੀ ਹੈ। ਕੋਈ ਮਾਡਲ ਨਹੀਂ ਸਾਹਮਣੇ ਆ ਰਿਹਾ ਖੇਤੀ ਦਾ ਕਿ ਆਹ ਮਾਡਲ ਹੈ ਸਾਡੇ ਕੋਲ ਜਿਹਨੂੰ ਅਸੀਂ ਫਾਲੋ ਕਰ ਸਕੀਏ। ਤੁਹਾਨੂੰ ਕੀ ਲੱਗਦਾ ਕਿ ਇਸ ਵੇਲੇ ਕਿਹੜਾ ਮਾਡਲ ਹੋ ਸਕਦਾ ਸਾਡੇ ਕੋਲ ਖੇਤੀ ਦਾ? ਮੈਂ ਇੱਧਰ ਨੂੰ ਆ ਰਿਹਾ, ਸਿਰਫ ਮੈਂ ਇੱਕ ਗੱਲ ਕਹਿ ਦੇਣਾ ਤੀਜੇ ਇਕਰਾਰਨਾਮੇ ਬਾਰੇ। ਉਹ 1955 ਦਾ ਐਸੈਂਸ਼ੀਅਲ ਕਮੋਡਿਟੀਜ਼ ਐਕਟ ਨੂੰ ਬਹੁਤ ਨਰਮ ਕਰਨ ਦੀ ਗੱਲ ਹੈ। ਉਹਦਾ ਜਿਹੜਾ ਭੁਗਤ ਰਿਹਾ, ਅੱਜ ਹੀ ਖਬਰਾਂ ਆ ਰਹੀਆਂ ਨੇ ਕਿ ਟਮਾਟਰਾਂ ਦੀ ਕੀਮਤ ਜਿਹੜਾ ਉਹਦੇ ਵਿੱਚ ਹੈ ਤੇ ਨਾਲ ਆਲੂ ਦੀ ਕੀਮਤ ਅਸਮਾਨ ਨੂੰ ਲੱਗ ਗਈ ਹੈ। ਇਹ ਆਲੂ ਦੀ ਕੀਮਤ ਦਾ ਇਹ ਨਹੀਂ ਕਿ ਟਮਾਟਰ ਦੀ ਫਸਲ ਦਾ ਠੀਕ ਹੈ ਕਿ ਮੀਂਹ ਕਰਕੇ ਮਰ ਗਈ, ਆਲੂ ਦਾ ਸਟੋਰਾਂ 'ਚ ਪਿਆ ਹੈਗਾ। ਉਹ ਐਸੈਂਸ਼ੀਅਲ ਕਮੋਡਿਟੀ ਨੂੰ ਜਿਹੜਾ
ਐਕਟ ਹੈ 1955 ਉਹਨੂੰ ਨਰਮ ਕਰਨ ਦੀ ਗੱਲ ਹੈਗੀ। ਦੂਜੀ ਸਾਡੀ ਤੁਸੀਂ ਕਿਸਾਨ ਜਥੇਬੰਦੀਆਂ ਦੀ ਗੱਲ ਕੀਤੀ ਹੈਗੀ। ਸਾਡੀਆਂ ਬਹੁਤੀਆਂ ਕਿਸਾਨ ਜਥੇਬੰਦੀਆਂ ਉਹ ਚੋਂ ਇੱਕ ਆਗੂ ਦੀ ਲੀਡਰਸ਼ਿਪ ਥੱਲੇ ਨੇ। ਉਹ ਆਗੂ ਆਮ ਤੌਰ ਤੇ ਇਹ ਮਿਨਿਸਟਰ ਬਣਨਾ ਚਾਹੁੰਦਾ ਹੈ, MP ਬਣਨਾ ਚਾਹੁੰਦਾ ਹੈ, ਆਪਦੇ ਨਿੱਜੀ ਕਾਰਨਾਂ ਕਰਕੇ ਆਪਣੇ ਆਪ ਨੂੰ ਲਗਾਤਾਰ ਵੇਚਦਾ ਰਹਿੰਦਾ ਹੈ। ਉਹ ਕਿਸਾਨ ਵੀ ਹੁੰਦਾ ਹੈ, ਉਹ ਕਈ ਵਾਰੀ ਕਿਸਾਨ ਵੀ ਨਹੀਂ ਹੁੰਦਾ, ਕਿਸਾਨ ਨੇਤਾ ਹੁੰਦਾ ਹੈ, ਤੇ ਉਹ ਕੋਈ ਨਾ ਕੋਈ ਮਿਨਿਸਟਰੀ ਦੇ ਬਰਾਬਰ ਦਾ ਰੈਂਕ, ਐਗਰੀਕਲਚਰ ਮਾਰਕੀਟਿੰਗ ਬੋਰਡ ਦਾ ਚੇਅਰਮੈਨ ਬਣ ਗਿਆ, MP ਬਣ ਗਿਆ, ਜਾਂ ਮਿਨਿਸਟਰ ਦੇ ਬਰਾਬਰ ਦਾ ਰੁਤਬਾ ਲੈ ਕੇ ਕਿਸੇ ਹੋਰ ਬੋਰਡ ਦਾ ਚੇਅਰਮੈਨ ਬਣ ਗਿਆ। ਉੱਥੇ ਫਿਰ ਉਹ ਜਥੇਬੰਦੀਆਂ ਦੇ ਜਿਹੜੇ ਕਾਡਰ ਹੈ ਉਹਨਾਂ ਦੇ ਹੱਕਾਂ ਨੂੰ ਵੇਚਦਾ ਰਹਿੰਦਾ ਹੈਗਾ। ਲੋੜ ਤਾਂ ਹੈਗੀ, ਜਿਸ ਤਰ੍ਹਾਂ ਇਹ ਲੌਂਗ ਮਾਰਚ ਹੋਇਆ ਸੀ ਨਾਸਿਕ ਤੋਂ ਲੈ ਕੇ ਮੁੰਬਈ ਤੱਕ, ਇਹ ਕਿਸਾਨ ਦੇਸ਼ ਭਰ ਦੇ ਕਿਸਾਨ ਜਥੇਬੰਦੀਆਂ ਨੇ ਇਹ ਕੀਤਾ ਸੀ ਕਿ ਕਿਸਾਨਾਂ ਦੀਆਂ ਮੰਗਾਂ ਨੂੰ ਪੂਰੇ ਦੇਸ਼ 'ਚ ਸੁਸਾਇਟੀ ਅੱਗੇ ਲਿਆਉਣ ਲਈ ਉਹ ਤੁਰੇ ਸੀ। ਬੱਚਿਆਂ ਦੇ ਇਮਤਿਹਾਨ ਹੁੰਦੇ ਸੀ, ਦਿਨ ਨੂੰ ਉਹ ਸੌਂ ਜਾਂਦੇ ਸੀ, ਰਾਤ ਨੂੰ ਜਦੋਂ ਲੋਕ ਸੌਂ ਜਾਂਦੇ ਸੀ ਤਾਂ ਤੁਰਦੇ ਸੀ। ਪਰ ਜਦੋਂ ਮੁੰਬਈ ਪਹੁੰਚੇ ਸੀ, ਲੋਕਾਂ ਨੇ ਉਹਨਾਂ ਦੇ ਪੈਰ ਚੁੰਮੇ ਸੀ ਕਿ ਤੁਸੀਂ ਤੁਹਾਨੂੰ ਜਿਹੜਾ ਇੰਨਾ ਕੰਮ ਕਰਦੇ ਹੋ, ਤੇ ਉਹਦੀਆਂ ਸਮੱਸਿਆਵਾਂ ਨਾਲ ਆਪਣੀ ਸਹਿਮਤੀ ਵੀ ਜ਼ਾਹਰ ਕੀਤੀ ਸੀ। ਸਾਨੂੰ ਲੋੜ ਹੈ ਕਿਸਾਨ ਜਥੇਬੰਦੀਆਂ ਦੀ, ਉਹਨਾਂ ਦੀ ਜਿਹੜੇ ਲੋਕਾਂ ਦੀ ਗੱਲ ਕਰਨ, ਕੁਦਰਤ ਪੱਖੀ ਖੇਤੀ ਦੀ ਗੱਲ ਕਰਨ, ਲੋਕ ਪੱਖੀ ਖੇਤੀ ਦੀ ਗੱਲ ਕਰਨ। ਹੁਣ ਤੁਸੀਂ ਪੁੱਛਿਆ ਕਿ ਸਾਡੇ ਕੋਲ ਮਾਡਲ 1991 ਤੋਂ ਲਗਾਤਾਰ ਸਾਰੀਆਂ ਸਰਕਾਰਾਂ ਨੇ, ਅੱਜ ਵਾਲੀ ਸਰਕਾਰ ਦਾ ਬਲਡੋਜ਼ਰ ਵੱਡਾ ਹੈ, ਸਾਰੀਆਂ ਸਰਕਾਰਾਂ ਨੇ ਸਾਨੂੰ ਕਾਰਪੋਰੇਟ ਖੇਤੀ ਵੱਲ ਨੂੰ ਧੱਕਿਆ ਹੈਗਾ। ਤੇ ਜੇ ਅਸੀਂ ਕਰਨਾ ਹੈ ਕਿ ਸਾਡੇ ਕੋਲ ਖੇਤੀ ਦਾ ਕਿਹੜਾ ਮਾਡਲ ਆਵੇ ਜਿਹਦੇ ਨਾਲ ਅਸੀਂ ਜਿਉਂਦੇ ਰਹਿ ਸਕੀਏ, ਪਹਿਲੀ ਗੱਲ ਤਾਂ ਸਾਨੂੰ 1960 ਵਾਲਿਆਂ ਦੇ ਇਹ ਜਿਹੜਾ ਵਪਾਰੀਕਰਨ ਦਾ ਮਾਡਲ ਆ ਉਹ ਤੋਂ ਵਾਪਸ ਮੁੜਨਾ ਪਊਗਾ। ਪਰ ਪੰਜਾਬ 'ਚ ਸਾਨੂੰ ਦਲਿਤ ਮਜ਼ਦੂਰਾਂ ਨੇ ਇੱਕ ਰਾਹ ਦਿਖਾਇਆ ਹੈ ਜਿਹੜਾ ਬਹੁਤ ਇੱਕ ਕਮਾਲ ਦਾ ਰਾਹ ਹੈ, ਉਹ ਸਹਿਕਾਰੀ ਖੇਤੀ ਦਾ ਰਾਹ ਦਿਖਾਇਆ ਹੈਗਾ। ਉਹਨਾਂ ਨੇ ਇਸ ਖੇਤੀ ਨਾਲ ਸਾਨੂੰ ਇਹ ਦੱਸਦਾ ਹੈ ਕਿ ਮੁੜ ਕੇ ਸਾਡਾ ਭਾਈਚਾਰਾ ਜਿਉਂਦਾ ਰਹੂਗਾ, ਅਸੀਂ ਇੱਕ ਦੂਜੇ ਦੀ ਮਦਦ ਕਰਾਂਗੇ ਤੇ ਇੱਕ ਦੂਜੇ ਦੇ ਦੁੱਖ ਸੁੱਖ 'ਚ ਸ਼ਾਮਲ ਹੋਵਾਂਗੇ। ਉਹਦੇ ਨਾਲ ਨਾ ਖੁਦਕਸ਼ੀਆਂ ਦੀ ਲੋੜ ਰਹਿਣੀ ਹੈ, ਨਾ ਹੋਰ ਦੁੱਖਾਂ ਦੀ ਲੋੜ ਰਹਿਣੀ ਹੈ, ਦੁੱਖਾਂ ਨੂੰ ਚਿੰਤਾ ਕਰਨ ਦੀ ਲੋੜ ਰਹਿਣੀ ਹੈ। ਸਗੋਂ ਉਹਦੇ ਨਾਲ ਤਾਂ ਹੋਰ ਅੱਗੇ ਵਧਿਆ ਜਾ ਸਕਦਾ ਹੈਗਾ, ਹੋਰ ਕੰਮ ਕੀਤੇ ਜਾ ਸਕਦੇ ਨੇ। ਸਿਰਫ ਖੇਤੀਬਾੜੀ ਨਹੀਂ, ਖੇਤੀਬਾੜੀ ਤੋਂ ਬਿਨਾਂ ਡੇਅਰੀ ਫਾਰਮਿੰਗ ਹੈ, ਹੋਰ ਅਲਾਈਡ ਐਕਟੀਵਿਟੀਜ਼ ਨੇ, ਉਧਰ ਵੀ ਅਸੀਂ ਵੱਧ ਸਕਦੇ ਹੈਗੇ। ਸਾਡੇ ਕੋਲ ਕੋਆਪਰੇਟਿਵ ਫਾਰਮਿੰਗ ਦਾ ਇੱਕ ਹੱਲ ਹੈ, ਪਰ ਅਫਸੋਸ ਕਿ ਪੰਜਾਬ ਸਰਕਾਰ ਤਾਂ ਜਿਹੜੀ ਪੰਚਾਇਤੀ ਜ਼ਮੀਨਾਂ ਨੇ ਉਹਨਾਂ ਨੂੰ ਵੀ ਉਦਯੋਗਿਕ ਪਾਰਕਾਂ ਦੇ ਨਾਂ ਤੇ ਲੈ ਕੇ ਉੱਥੋਂ ਲੋਕਾਂ ਨੂੰ ਉਜਾੜ ਰਹੀ ਹੈ, ਜਿਨ੍ਹਾਂ 'ਚ 1/3 ਜ਼ਮੀਨ ਜਿਹੜੀ ਹੈਗੀ ਉਹ ਦਲਿਤ ਮਜ਼ਦੂਰਾਂ ਲਈ ਹੈਗੀ, ਦਲਿਤਾਂ ਲਈ ਹੈਗੀ। ਸਾਨੂੰ ਲੋੜ ਹੈਗੀ ਕਿ ਇਹਨਾਂ ਜ਼ਮੀਨਾਂ ਨੂੰ ਅਸੀਂ ਦਲਿਤ ਮਜ਼ਦੂਰਾਂ ਨੂੰ, ਇਹ ਔਰਤਾਂ ਦੇ ਸੰਗਠਨਾਂ ਨੂੰ ਤੇ ਨਿਮਨ ਕਿਸਾਨਾਂ ਨੂੰ ਦਈਏ ਤਾਂ ਕਿ ਇਹ ਆਪਦੇ ਰੁਜ਼ਗਾਰ ਵਧਾ ਸਕਣ। ਤੇ ਸਹਿਕਾਰੀ ਖੇਤੀ ਦਾ ਮਾਡਲ ਮੈਨੂੰ ਲੱਗਦਾ ਹੈ ਕਿ ਸਾਡਾ ਇੱਕ ਹੱਲ ਹੋ ਸਕਦਾ ਹੈ। ਪਰ ਕੁੱਲ ਮਿਲਾ ਕੇ ਕੁੱਲ ਹੱਲ ਤਾਂ ਸਾਡਾ ਦੇਸ਼ ਦੇ ਆਰਥਿਕ ਮਾਡਲ ਦੇ ਵਿੱਚੋਂ ਹੈ ਕਿ ਅਸੀਂ ਕਾਰਪੋਰੇਟ ਵਿਕਾਸ ਪੱਖੀ ਰੱਖਣਾ ਹੈ ਜਾਂ ਲੋਕ ਪੱਖੀ ਤੇ ਕੁਦਰਤ ਪੱਖੀ ਰੱਖਣਾ। ਬਿਲਕੁਲ ਬਿਲਕੁਲ। ਡਾਕਟਰ ਸਾਹਿਬ, ਸੰਤਰਾ ਮੁਦਾਸੀ ਕਹਿੰਦੇ ਕਿ ਗਲ ਲੱਗ ਕੇ ਸੀਰੀ ਤੇ ਜੱਟ ਰੋਵੇ, ਬੋਲਾਂ ਵਿੱਚੋਂ ਨੀਰ ਵਗਿਆ। ਪਰ ਅਸੀਂ ਅਕਸਰ ਸੁਣਦੇ ਹਾਂ ਕਿ ਪਿੰਡਾਂ ਦੇ ਵਿੱਚ ਬਹੁਤ ਥਾਵਾਂ ਤੇ ਦਲਿਤਾਂ ਦੇ ਬਾਈਕਾਟ ਕਰਤੇ ਜਾਂਦੇ ਨੇ ਕਿਸਾਨਾਂ ਵੱਲੋਂ, ਅਨਾਜ ਫੈਮਲੀਆਂ ਵੱਲੋਂ, ਤੇ ਪਿੰਡਾਂ ਦੀ ਜਿਹੜੀ ਸਾਂਝ ਹੈ ਉਹ ਅਕਸਰ ਤਿੜਕਦੀ ਹੈ। ਤੇ ਪਿਛਲੇ ਸੰਕਟ ਦੇ ਦੌਰ ਦੇ ਵਿੱਚ ਵੀ, ਇਸ ਸੰਕਟ ਦੇ ਦੌਰ ਦੇ ਵਿੱਚ ਵੀ ਇਸ ਕਿਸਮ ਦੇ ਕਣਸੂਆਂ ਸੁਣਨ ਨੂੰ ਮਿਲੀਆਂ। ਤੁਹਾਨੂੰ ਕੀ ਲੱਗਦਾ ਕਿ ਇਹ ਕਿਉਂ ਵਾਪਰਦਾ ਤੇ ਕਿਉਂ ਨਹੀਂ ਵਾਪਰਨਾ ਚਾਹੀਦਾ? ਇੱਕ ਤਾਂ ਤੁਸੀਂ ਸ਼ਬਦ ਵਰਤਿਆ ਸੀਰੀ, ਜਾਂ ਕਈ ਜਗ੍ਹਾ ਪੰਜਾਬ 'ਚ ਸਾਂਝੀ ਵੀ ਵਰਤ ਹੁੰਦਾ ਹੈਗਾ, ਹੈਨਾ। ਇਹ ਜਿਹੜੀ ਸੀਰੀ ਜਾਂ ਸਾਂਝੀ ਸੀ, ਇਹ ਜਦੋਂ ਤੋਂ ਅਸੀਂ ਖੇਤੀਬਾੜੀ ਦੀ ਨਵੀਂ ਯੁਗਤ ਅਪਣਾਈ ਹੈ ਇਹ ਅਲੋਪ ਹੋ ਗਏ, ਕਿਉਂਕਿ ਸਾਰ ਤੇ ਜਿਹੜੀ ਸੀਰ ਤੇ ਸਾਂਝ ਸੀ ਉਹ ਜਦ ਹਿੱਸਾ ਹੁੰਦਾ ਸੀ, ਭਾਵੇਂ ਉਹ ਬਰਾਬਰ ਦਾ ਸੀ ਹੈਗਾ, ਉੱਥੇ ਵੀ ਬੇਇਨਸਾਫੀ ਸੀ। ਪਰ ਹੁਣ ਤਾਂ ਜਿਹੜੀ ਸੀਰ ਤੇ ਸਾਂਝ ਹੈ ਉਹਦੀ ਜਗ੍ਹਾ ਨੌਕਰ ਆ ਗਿਆ। ਨੌਕਰ ਵੀ ਸਾਲ ਵਾਲਾ ਨਹੀਂ ਹੈਗਾ, ਬਹੁਤੀ ਜਗ੍ਹਾ ਦਿਹਾੜੀ ਵਾਲਾ ਹੈਗਾ, ਜੋਤੇ ਵਾਲਾ ਹੈਗਾ, ਦਿਹਾੜੀ ਦੇ ਪਿਆ ਵਾਲਾ ਹੋ ਗਿਆ। ਸੀਰ ਸਾਂਝ ਤਾਂ ਅਸੀਂ ਜਿਹੜੀ ਹੈਗੀ ਖਤਮ ਕਰਤੀ। ਇਹ ਗੱਲ ਤਾਂ ਹੁਣ ਹੈਗੀ ਕਿ ਜਿਹੜਾ ਕੁਛ ਬਾਈਕਾਟ ਹੋ ਰਿਹਾ ਜਾਂ ਐਤਕੀ ਪ੍ਰੋਬਲਮ ਆਈ ਹੈ, ਇੱਕ ਤਾਂ ਪੰਜਾਬ ਦੇ ਸਿਰ ਧਾਨ ਦੀ ਮੜੀ ਗਈ ਫਸਲ ਕਿ ਉਹ ਕੇਂਦਰੀ ਅਨਾਜ ਭੰਡਾਰ ਦੀਆਂ ਲੋੜਾਂ ਨੂੰ ਪੂਰਾ ਕਰਨ ਲਈ ਮੜੀ ਹੋਈ ਹੈ, ਹਾਲ ਤੱਕ MSP ਦੇ ਥਰੂ ਮੜੀ ਹੋਈ ਹੈ। ਕਿ ਸਾਡੇ ਕੋਲ ਜਿਹੜੀ ਇਹ ਪ੍ਰੋਬਲਮ ਆਈ ਹੈ ਇਹ ਪੈਡੀ ਪਲਾਂਟੇਸ਼ਨ ਕਰਕੇ ਆਈ ਹੈ। ਕਰੋਨਾ ਮਹਾਮਾਰੀ ਕਰਕੇ ਉਹ ਪ੍ਰਵਾਸੀ ਮਜ਼ਦੂਰ ਚਲੇ ਗਏ ਸੀ, ਲੋਕਲ ਮਜ਼ਦੂਰਾਂ ਨੇ ਥੋੜਾ ਰੇਟ ਵੱਧ ਮੰਗਿਆ ਕਿਉਂਕਿ ਉਹਦੇ ਪੀਪੇ ਖਾਲੀ ਖੜਕਦੇ ਨੇ ਤੇ ਕਿਸਾਨ ਕਮਜ਼ੋਰ ਹੈ ਤੇ ਕੁਝ ਦੇਣਾ ਵੀ ਨਹੀਂ ਸੀ ਚਾਹੁੰਦਾ, ਉਹ ਜੋ ਸਮੱਸਿਆਵਾਂ ਉਪਜੀਆਂ ਨੇ। ਤੇ ਉਹਦੇ ਵਿੱਚ ਜਿਹੜਾ ਇਹ ਸੰਕਟ ਆਇਆ ਇਹ ਥੋੜੇ ਪਿੰਡਾਂ ਸੀ, ਬਹੁਤੇ ਜ਼ਿਆਦਾ ਦਾ ਨਹੀਂ ਹੈਗਾ ਸੀ। ਪਰ ਕੁਝ ਜਿਹੜਾ ਗੂੜ ਮਾਲਵਾ ਹੈ ਉਹਦੀਆਂ ਕਿਸਾਨ ਤੇ ਮਜ਼ਦੂਰ ਜਥੇਬੰਦੀਆਂ ਨੇ
ਆਪਦੀ ਸਿਆਣਪ ਨਾਲ ਇਹਨੂੰ ਸੁਲਝਾਇਆ ਵੀ ਹੈਗਾ। ਪਰ ਇਹਦਾ ਹੱਲ ਤਾਂ ਇਹ ਸੀ ਕਿ ਕਰੋਨਾ ਮਹਾਮਾਰੀ ਕਰਕੇ ਜਿਹੜਾ ਕਿਸਾਨੀ ਦਾ ਲੱਕ ਟੁੱਟਿਆ ਜਾਂ ਖੇਤ ਮਜ਼ਦੂਰਾਂ ਦੇ ਪਿੰਡੂ ਕਾਰੀਗਰਾਂ ਦਾ ਵੱਧ ਲੱਕ ਟੁੱਟਿਆ ਥੱਲੇ ਵਾਲੇ ਡੰਡੇ ਹੋਣ ਕਰਕੇ, ਇਹ ਉਹਨਾਂ ਦੀ ਸਰਕਾਰ ਪੈਸੇ ਨਾਲ ਮਦਦ ਕਰਦੀ ਤੇ ਬਾਕੀ ਜਿਹੜੇ ਉਹ ਮਜ਼ਦੂਰ ਨੇ ਉਹਨਾਂ ਨੂੰ MG ਨਰੇਗਾ ਥੱਲੇ ਰੁਜ਼ਗਾਰ ਦਿੰਦੀ ਤੇ ਉਹਨਾਂ ਨੂੰ ਉਸ ਮੌਕੇ ਪੈਡੀ ਪਲਾਂਟੇਸ਼ਨ 'ਚ ਵੀ ਲਾਉਂਦੀ। ਜਿਹੜੀ ਉਹ ਘੜਤਨ ਆਈ ਹੈ ਉਹਦਾ ਹੱਲ ਮੈਨੂੰ ਤਾਂ ਸਿਰਫ ਇੱਕੋ ਹੀ ਲੱਗਦਾ ਹੈ, ਉਹ ਹੈ ਸਹਿਕਾਰੀ ਖੇਤੀ। ਸਹਿਕਾਰੀ ਖੇਤੀ ਦੇ ਵਿੱਚ ਜਦੋਂ ਤਿੰਨੇ ਤਰ੍ਹਾਂ ਇਹ ਕਿਸਾਨ ਦੇ ਤੌਰ ਤੇ ਸ਼ਾਮਲ ਹੋ ਜਾਣਗੀਆਂ, ਉਹਦੇ ਵਿੱਚ ਤਾਂ ਫਿਰ ਇਹ ਰੌਲਾ ਹੀ ਰਹਿਣਾ ਕੌਣ ਮਜ਼ਦੂਰ ਹੈ ਕੌਣ ਕਿਸਾਨ ਹੈ, ਸਾਰੇ ਮਾਲਕ ਹੋਣਗੇ, ਸਾਰੇ ਕੰਮ ਕਰਨਗੇ, ਸਾਰੇ ਰੱਜ ਕੇ ਖਾਣਗੇ ਤੇ ਭੈਣ ਭਾਈਆਂ ਦੀ ਤਰ੍ਹਾਂ ਰਹਿਣਗੇ। ਤੇ ਦਲ ਔਰਤ ਮਜ਼ਦੂਰਾਂ ਤਾਂ ਇਹ ਵੀ ਸਿੱਧ ਕਰਤਾ ਹੈ ਕਿ ਕਿਸੇ ਦੇ ਕਿਹੜੀਆਂ ਨਹੀਂ ਸਾਗ ਤੋੜਦੀ। ਇਹ ਉਹ ਗੱਲਾਂ ਵੀ ਨਹੀਂ ਝੱਲਣੀਆਂ ਪੈਣਗੀਆਂ ਕਿ ਸਾਗ ਸਬਜ਼ੀਆਂ ਵੀ ਉਹਨਾਂ ਨੇ ਇਸ ਤਰ੍ਹਾਂ ਕਰਤੀਆਂ ਨੇ ਕਿ ਜਿਹਨੂੰ ਜਿੰਨੀ ਲੋੜ ਹੈ ਲੈ ਜਾਓ, ਤੇ ਜਿਹੜੇ ਹਰੇ ਪੱਠੇ ਦੀਆਂ ਲੋੜਾਂ ਸੀ, ਉਹ ਸੁੱਕੇ ਚਾਰੇ ਦੀਆਂ ਲੋੜਾਂ ਸੀ, ਦਾਣੇ ਦੀਆਂ ਲੋੜਾਂ ਸੀ, ਉਹ ਵੀ ਸਹਿਕਾਰੀ ਖੇਤੀ ਜੋ ਪੂਰੀਆਂ ਕਰ ਲਿਆ। ਇਹ ਜਲਾਲਤ ਵੀ ਉਹਦੇ ਨਾਲ ਸਾਡੀ ਦੂਰ ਚਲ ਜਾਓ। ਜੀ ਡਾਕਟਰ ਸਾਹਿਬ, ਮੇਰੇ ਵੱਲੋਂ ਆਖਰੀ ਸਵਾਲ, ਉਸ ਤੋਂ ਬਾਅਦ ਆਪਾਂ ਕੁਝ ਇੱਕ ਦੋ ਸਵਾਲ ਆਡੀਅנס ਵੱਲੋਂ ਲਵਾਂਗੇ। ਉਹ ਸਵਾਲ ਇਹ ਹੈ ਕਿ ਇਸ ਵੇਲੇ ਖੇਤੀ ਸੈਕਟਰ ਜਦੋਂ ਬਹੁਤ ਕਮਜ਼ੋਰ ਹੈ ਤੇ ਨਾਲ ਇੰਡਸਟਰੀਅਲ ਸੈਕਟਰ ਨੂੰ ਬਹੁਤ ਜ਼ਿਆਦਾ ਤਵੱਜੋ ਦਿੱਤੀ ਜਾ ਰਹੀ ਹੈ, ਤੇ ਪਿੰਡਾਂ ਦੇ ਵਿੱਚ ਪਹਿਲਾਂ ਤੋਂ ਹੀ ਜਿਹੜੀ ਦਲਿਤ ਮਜ਼ਦੂਰ ਸੀ ਉਹ ਵਿਹੜਿਆਂ ਵਾਲੇ ਸੀ, ਉਹ ਇਕਸਾਰਤਾ ਦੀ ਜ਼ਿੰਦਗੀ ਨਹੀਂ ਚਾਹੁੰਦੇ ਸੀ, ਤਾਂ ਹੁਣ ਪਹਿਲਾਂ ਉਹਨਾਂ ਦੀ ਖੇਤੀ ਤੇ ਸੀ ਬਹੁਤ ਜ਼ਿਆਦਾ। ਹੁਣ ਜਦੋਂ ਖੇਤੀ ਸੈਕਟਰ ਆਪ ਹੀ ਖਤਮ ਹੋਣ ਵੱਲ ਵਧ ਰਿਹਾ ਤਾਂ ਉਹ ਖੇਤ ਮਜ਼ਦੂਰ ਜਿਹੜੇ ਪਿੰਡਾਂ ਦੇ ਦਲਿਤ ਸੀ ਉਹਨਾਂ ਦੀਆਂ ਹੋਰ ਨਵੀਆਂ ਦਿਸ਼ਾਵਾਂ ਕੀ ਹੋ ਸਕਦੀਆਂ ਨੇ ਕਿ ਖੇਤੀ ਤੋਂ ਜੇ ਨਿਰਭਰ ਨਾ ਹੋਣ ਤਾਂ ਹੋਰ ਕੀ ਉਹਨਾਂ ਦੀਆਂ ਡਾਈਮੈਂਸ਼ਨਸ ਨੇ ਕੰਮ ਦੀਆਂ? ਦੇਖੋ, ਇੱਕ ਤਾਂ ਕਰੋਨਾ ਮਹਾਮਾਰੀ ਨੇ ਬਿਲਕੁਲ ਸਪਸ਼ਟ ਕਰਤਾ ਹੈ, ਜਿਹੜਾ ਪਹਿਲਾਂ ਵੀ ਬਹੁਤ ਵਧੀਆ ਤਰੀਕੇ ਨਾਲ ਆਮ ਲੋਕਾਂ ਨੂੰ ਪਤਾ ਹੈ ਕਿ ਭਾਰਤ ਵਰਗੇ ਦੇਸ਼ 'ਚ ਜ਼ਿਆਦਾ ਲੋਕਾਂ ਨੂੰ ਰੁਜ਼ਗਾਰ ਖੇਤੀਬਾੜੀ ਦਿੰਦੀ ਹੈ। ਇੱਥੇ ਰੁੱਖੀ ਸੁੱਕੀ ਰੋਟੀ ਮਿਲ ਰਹੀ ਹੈ 2 ਡੰਗ ਦੀ, ਹੈ ਨਾ, ਘੱਟ ਮਿਲ ਰਹੀ ਹੈ ਵੱਧ ਮਿਲ ਰਹੀ ਹੈ। ਪਰ ਕਰੋਨਾ ਮਹਾਮਾਰੀ ਨੇ ਇਹ ਸਿੱਧ ਕਰਤਾ ਕਿ ਸ਼ਹਿਰਾਂ ਵਾਲੇ ਜਿਹੜੇ ਵੱਡੇ ਉਦਯੋਗਾਂ ਵਾਲੇ ਨੇ ਉਹ ਜਾਂ ਸੇਵਾਵਾਂ ਵਾਲੇ ਨੇ ਉਹ ਤਾਂ 15 ਦਿਨ ਵੀ ਉਹਨਾਂ ਨੂੰ ਰੋਟੀ ਦੇ ਸਕੇ। ਉਹ 1000 ਕਿਲੋਮੀਟਰ ਤੋਂ ਲੈ ਕੇ 1500 ਕਿਲੋਮੀਟਰ ਤੱਕ ਦੁੱਖ ਝੱਲਦੇ ਹੋਏ ਉਹਦੇ ਪਿੰਡਾਂ ਤੱਕ ਪਹੁੰਚੇ ਨੇ। ਇਸ ਲਈ ਜਿਹੜੇ ਸਾਡੇ ਇਹ ਜ਼ਮੀਨ ਵੀ ਹੋਣੇ ਇਹ ਕਾਮੇ ਨੇ ਖੇਤੀਬਾੜੀ ਵਾਲੇ, ਖੇਤ ਮਜ਼ਦੂਰ ਦੇ ਪਿੰਡ, ਛੋਟੇ ਕਾਰੀਗਰ, ਇਹਨਾਂ ਦਾ ਰੁਜ਼ਗਾਰ ਹਾਲ ਦੀ ਘੜੀ ਤਾਂ ਪਿੰਡਾਂ 'ਚ ਹੋਊਗਾ। ਅਕਸਰ ਸਾਨੂੰ ਸਰਕਾਰੀ ਦਰਬਾਰੀ ਜਗਾੜੀ ਅਰਥ ਵਿਗਿਆਨੀ ਇਹ ਕਹਿੰਦੇ ਨੇ ਕਿ ਬਾਹਰਲੇ ਦੇਸ਼ਾਂ ਦੀ ਤਰ੍ਹਾਂ ਇਹਨਾਂ ਨੂੰ ਅਸੀਂ ਉਦਯੋਗਾਂ 'ਚ ਲੈ ਜਾਈਏ। ਜਿਹੜੇ ਉਦਯੋਗਾਂ 'ਚ ਵੀ ਲੈ ਕੇ ਗਏ ਸੀ ਉੱਥੇ ਸੋਸ਼ਲ ਸਿਕਿਉਰਿਟੀ ਸਿਸਟਮ ਠੀਕ ਸੀ ਤੇ ਸੈਕੰਡ ਵਰਲਡ ਤੇ ਥਰਡ ਵਰਲਡ ਕੰਟਰੀ ਦੀ ਜਿਹੜੀ ਇੰਟਰਨੈਸ਼ਨਲ ਟ੍ਰੇਡ ਦੇ ਥਰੂ ਉੱਥੋਂ ਨਫੇ ਕਮਾਉਣ ਸੀ, ਉਹਨਾਂ 'ਚ ਬਣਦੇ ਸੀ। ਪਰ ਉੱਥੇ ਵੀ 35-40 ਸਾਲਾਂ ਤੋਂ 1% ਤੇ 99% ਦੀਆਂ ਆਰਥਿਕ ਸਮਾਨਤਾਵਾਂ ਲਗਾਤਾਰ ਵੱਧ ਰਹੀਆਂ ਨੇ। ਇਸ ਲਈ ਖੇਤੀ ਉਹ ਸਾਡੇ ਲਈ ਉੱਤਮ ਹੈ, ਪਰ ਇਹਨਾਂ ਲਈ ਇਕੱਲਾ ਖੇਤੀ ਨਾਲ ਨਹੀਂ ਸਰਨਾ। ਸਾਨੂੰ ਖੇਤੀ ਆਧਾਰਿਤ ਉਦਯੋਗਾਂ ਨੂੰ ਪਿੰਡਾਂ 'ਚ ਅਪਣਾਉਣਾ ਪਊਗਾ, ਉਹਨਾਂ ਨੂੰ ਵਿਕਸਿਤ ਕਰਨਾ ਪਊਗਾ ਤੇ ਉਹਦੇ ਨਾਲ ਵੈਲਿਊ ਐਡੀਸ਼ਨ ਤੇ ਰੁਜ਼ਗਾਰ ਦੋਵੇਂ ਵਧਣਗੇ। ਪਰ ਇਹਦੇ ਨਾਲ ਇਹ MG ਨਰੇਗਾ ਜਿਹੜੀ ਉਹ ਸਿਰਫ 100 ਦਿਨ ਦੀ ਨਹੀਂ ਹੋਣੀ ਚਾਹੀਦੀ, ਉਹ 202 ਰੁਪਏ ਵਾਲੀ ਨਹੀਂ ਹੋਣੀ ਚਾਹੀਦੀ, ਉਹ ਮਾਰਕੀਟ ਦੀ ਚੱਲਦੀ ਦਿਹਾੜੀ ਦੇ ਬਰਾਬਰ ਹੋਣੀ ਚਾਹੀਦੀ ਹੈ, ਸਾਰਾ ਸਾਲ ਲਈ ਹੋਣੀ ਚਾਹੀਦੀ ਹੈ। ਇਸ ਤਰ੍ਹਾਂ ਰੁਜ਼ਗਾਰ ਦੇ ਹੋਰ ਬਹੁਤ ਸਾਰੇ ਮੌਕੇ ਸਰਕਾਰਾਂ ਨੂੰ ਪੈਦਾ ਕਰਨੇ ਪੈਣਗੇ ਪਿੰਡਾਂ ਵਿੱਚ ਹੀ। ਡਾਕਟਰ ਸਾਹਿਬ, ਇਹਦੇ ਨਾਲ ਇੱਕ ਸਵਾਲ ਹੋਰ ਛੋਟੇ ਜਿਹਾ ਬਸ ਆਖਰੀ ਮੈਂ ਐਡ ਕਰ ਦੇਣ ਨਾਲ, ਕਿ ਸਾਡਾ ਨੌਜਵਾਨ ਪੰਜਾਬ 'ਚ ਰਹਿਣ ਨੂੰ ਤਿਆਰ ਨਹੀਂ, ਪਿੰਡਾਂ ਦੇ ਪਿੰਡ ਖਾਲੀ ਹੋ ਰਹੇ ਨੇ। ਦੁਆਬੇ ਵਿੱਚ ਤਾਂ ਲਗਭਗ ਸਾਰਾ ਨੌਜਵਾਨ ਇੱਥੋਂ ਪ੍ਰਵਾਸ ਕਰ ਚੁੱਕੇ ਹੈ। ਕਿ ਖੇਤੀ ਫਿਰ ਸੰਭੂਗਾ ਕੌਣ ਤੇ ਕਰੂਗਾ ਕੌਣ? ਪੰਜਾਬ ਦੇ ਪਿੰਡ ਖਾਲੀ ਹੋ ਰਹੇ ਨੇ। ਇਹ ਕੱਲਾ ਦੁਆਬਾ ਨਹੀਂ ਜੀ, ਹੁਣ ਤਾਂ ਦੁਆਬਾ, ਮਾਝਾ, ਮਾਲਵਾ ਇਹ ਸਾਰਾ ਹੀ ਖਾਲੀ ਹੋ ਰਿਹਾ। ਅਸੀਂ ਪਿੰਡ ਖੋਲੇ ਹੀ ਬਣਾ ਲਏ ਨੇ, ਹੈ ਨਾ, ਉਹਨਾਂ ਨੂੰ ਹੋਰ ਖੋਲੇ ਬਣਾਉਣ ਜਾ ਰਹੇ ਹੈਗੇ। ਪ੍ਰਵਾਸ ਬਹੁਤ ਸੁੱਖ ਚੋਂ ਨਹੀਂ ਹੁੰਦਾ, ਇਹ ਬਹੁਤ ਜ਼ਿਆਦਾ ਸੌਖੇ ਤਰੀਕੇ ਨਾਲ ਨਹੀਂ ਹੁੰਦਾ। ਪ੍ਰਵਾਸ ਤਾਂ ਬਹੁਤ ਹੀ ਸਮੱਸਿਆਵਾਂ ਦੀ ਜੜ ਹੁੰਦਾ ਹੈਗਾ, ਮਜਬੂਰੀਆਂ 'ਚ ਹੁੰਦਾ ਹੈ। ਜੇ ਅਸੀਂ ਦੇਸ਼ ਦਾ ਆਰਥਿਕ ਵਿਕਾਸ ਦਾ ਮਾਡਲ ਇਸ ਤਰ੍ਹਾਂ ਬਣਾ ਲਈਏ ਕਿ ਉਹ ਪ੍ਰੋ ਪੀਪਲ ਪ੍ਰੋ ਨੇਚਰ ਹੋ ਜਾਵੇ, ਇਹ ਇੱਥੇ ਲੋਕਾਂ ਨੂੰ ਰੁਜ਼ਗਾਰ ਦੇ ਦਈਏ। ਤੁਸੀਂ ਕੈਨੇਡਾ 'ਚ, ਅਮਰੀਕਾ 'ਚ, ਨਿਊਜ਼ੀਲੈਂਡ 'ਚ, ਆਸਟ੍ਰੇਲੀਆ ਜਾ ਕੇ ਉਹਨਾਂ ਬੱਚਿਆਂ ਦੀ ਹਾਲਤ ਦੇਖੋ। ਉਹਨਾਂ 'ਚੋਂ ਬਹੁਤੇ ਲੋਕ ਭੱਜ ਕੇ ਵਾਪਸ ਆ ਜਾਣਗੇ ਜੇ ਉਹਨਾਂ ਨੂੰ ਸਤਿਕਾਰਯੋਗ ਢੰਗ ਨਾਲ ਇੱਥੇ ਰੁਜ਼ਗਾਰ ਮਿਲ ਜਾਵੇ। ਇਸ ਲਈ ਸਾਨੂੰ ਸਾਰਿਆਂ ਨੂੰ ਰਲ ਕੇ ਆਪਦੇ ਜਿਹੜੇ ਰਾਜਸੀ ਲੋਕ ਆ ਉਹਨਾਂ ਤੇ ਦਬਾਅ ਬਣਾਉਣਾ ਬਣਦਾ ਹੈ। ਜਿਹੜੇ ਸਾਡੇ ਭੈਣ ਭਾਈ ਬਕਾਊ ਹੋ ਕੇ ਸਰਕਾਰੀ ਦਰਬਾਰੀ ਜਗਾੜੀ ਹੋ ਕੇ 2 ਜਮਾ 2 ਨੂੰ 3 ਜਾਂ 5 ਕਰਦੇ ਹੈ, ਇਹ ਉਹਨਾਂ ਨੂੰ ਵੀ ਸਾਨੂੰ ਨੰਗੇ ਕਰਨਾ ਪਊਗਾ ਕਿ ਇਹ ਜਿਹੜਾ ਇੱਕ ਤਾਂ ਜਿਹੜਾ ਹੈਗਾ ਜੂ ਟਰਨ ਹੁੰਦੀ ਹੈ, ਕਨਵੀਨੀਅੰਸ ਜਾਂ ਕਨਵਿਕਸ਼ਨ ਦਾ ਰੌਲਾ ਹੁੰਦਾ ਹੈ। ਜਿਹੜੇ ਆਠਾ ਪੱਟੀ ਵਾਲੇ ਨੇ ਹਰ ਮੌਕੇ ਹੀ ਬਦਲਦੇ ਰਹਿੰਦੇ ਆ, ਉਹਨਾਂ ਤੋਂ ਸਾਨੂੰ ਬਚਣਾ ਹੀ ਪਊਗਾ। ਤੁਹਾਨੂੰ ਕਦੇ ਕਦੇ ਥੋੜੇ ਲੱਗਣ ਲੈਂਦੇ, ਉਹ ਆਪਣੇ ਨਹੀਂ ਹੁੰਦੇ, ਉਹ ਤਾਂ ਹਮੇਸ਼ਾ ਹੀ
ਕਿਸੇ ਹੋਰ ਦੇ ਹੁੰਦੇ ਆ, ਨਿੱਕੇ ਨਿੱਕੇ ਰਹਿਤਾਂ ਲਈ ਵਿਕਣ ਵਾਲੇ ਹੁੰਦੇ ਆ, ਉਹਨਾਂ ਤੋਂ ਵੀ ਖੜਾ ਛਡਾਉਣਾ ਪਊਗਾ। ਇਸ ਲਈ ਪ੍ਰੋ ਪੀਪਲ ਪ੍ਰੋ ਨੇਚਰ ਇਕਨੋਮਿਕ ਮਾਡਲ ਅਪਣਾ ਕੇ ਸਾਨੂੰ ਇੱਥੇ ਹੀ ਰੁਜ਼ਗਾਰ ਦੇ ਮੌਕੇ ਪੈਦਾ ਕਰਨੇ ਪੈਣਗੇ, ਸਾਡਾ ਪ੍ਰਵਾਸ ਰੁਕ ਜਾਊਗਾ। ਜੀ ਜੀ ਡਾਕਟਰ ਸਾਹਿਬ ਮੈਂ ਪੁੱਛਣਾ ਚਾਹਾਂਗੀ ਕਿ ਇੱਕ ਅਸੀਂ ਕਹਿ ਦਿੰਦੇ ਆ ਕਿ ਪੰਜਾਬ ਖੇਤੀ ਪ੍ਰਧਾਨ ਸੂਬਾ ਹੋਣ ਕਰਕੇ ਇੱਥੇ ਖੇਤੀਬਾੜੀ ਯੂਨੀਵਰਸਿਟੀ ਨੇ ਆਪਣਾ ਉਹ ਵਾਲਾ ਬਣਦਾ ਰੋਲ ਨਹੀਂ ਨਿਭਾਇਆ ਔਰ ਉਹ ਅੱਗੇ ਤੱਕ ਨਹੀਂ ਪਹੁੰਚ ਪਾਉਂਦੀ, ਆਮ ਲੋਕਾਂ ਤੱਕ, ਆਮ ਕਿਸਾਨਾਂ ਤੱਕ ਕੋਈ ਉਹ ਨਹੀਂ ਪਹੁੰਚ ਪਾਉਂਦੇ ਹੈਗੇ। ਇਹ ਵੀ ਇੱਕ ਸਮੱਸਿਆ ਹੈਗੀ ਆ। ਤੇ ਇੱਕ ਜਿਹੜਾ ਆਪਾਂ ਕਹਿ ਦਿੰਦੇ ਆ ਕਿ ਇਹਦੇ ਵਿੱਚ ਵੀ ਸਾਨੂੰ ਸਵਾਲ ਆ ਰਿਹਾ ਸੀਗਾ ਕਿ ਕਰਜ਼ਾ ਮੁਆਫੀ ਜਿਹੜੀ ਹੈਗੀ ਆ ਉਹ ਕੀ ਇਸ ਸੰਕਟ ਦਾ ਹੱਲ ਹੈ। ਤੇ ਇੱਕ ਮੈਂ ਹੋਰ ਕਹਾਂਗੀ ਕਿ ਜਦੋਂ ਅਸੀਂ ਬਿਜਲੀ ਸਬਸਿਡੀ ਦਿੱਤੀ ਸੀ ਤਾਂ ਉਹਦੇ ਦੋਨੇ ਪਾਸੇ ਦੇਖਣ ਨੂੰ ਆਏ ਕਿ ਜਿਵੇਂ ਪਿੰਡਾਂ ਦੇ ਵਿੱਚ ਪਾਣੀ ਆਉਂਦਾ ਸੀ, ਫ੍ਰੀ ਆਉਂਦਾ ਆ, ਮਾਲਵੇ ਦੇ ਪਿੰਡਾਂ 'ਚ ਮੈਂ ਦੇਖਿਆ, ਤੇ ਉਹ ਟੂਟੀ ਚੱਲਦੀ ਹੁੰਦੀ ਆ ਹਮੇਸ਼ਾ ਹੀ, ਮਤਲਬ ਟੂਟੀ ਆ ਗਈ ਉਹ ਕਹਿੰਦੇ ਆ ਤੇ ਉਹ ਪਾਣੀ ਉਹਨੇ ਓਵਰਫਲੋ ਹੁੰਦੇ ਰਹਿਣਾ ਜਦੋਂ ਤੱਕ ਉਹਨੂੰ ਬੰਦ ਨਹੀਂ ਕਰਨਾ ਉਹਨਾਂ ਨੇ, ਆਟੋਮੈਟਿਕ ਆ ਗਿਆ ਤੇ ਚਲਾ ਗਿਆ, ਲੋੜ ਅਨੁਸਾਰ ਵਰਤ ਲਿਆ। ਤਾਂ ਜਿਹੜਾ ਇਹ ਇੱਕ ਤਾਂ ਬਿਜਲੀ ਵਾਲੀ ਸਬਸਿਡੀ ਉਹ ਬਹੁਤ ਸਾਰੇ ਅਮੀਰ ਕਿਸਾਨਾਂ ਨੇ ਉਹਦੀ ਵਰਤੋਂ ਕੀਤੀ ਹੈਗੀ ਆ, ਮੈਨੂੰ ਲੱਗਦਾ ਕੋਈ ਚੈੱਕ ਹੀ ਨਹੀਂ ਹੈਗਾ ਸਾਡੇ ਉਹਦੇ ਵਿੱਚ ਕੋਈ ਜਿਹਦੇ ਨਾਲ ਇਸ ਗੱਲ ਦੇ ਉੱਤੇ ਕੋਈ ਚੈੱਕ ਹੋਵੇ ਵੀ ਹਾਂ ਗਲਤ, ਇਹ ਗਲਤ ਆ ਤੇ ਇਹ ਠੀਕ ਆ, ਮਤਲਬ ਕਿਸੇ ਦੀ ਜਵਾਬਦੇਹੀ ਨਹੀਂ ਹੈਗੀ। ਹੁਣ ਰੀਸੈਂਟਲੀ ਆਪਾਂ ਦੇਖਿਆ ਬੀਜਾਂ ਦਾ ਸੰਕਟ ਸੀਗਾ, ਦਵਾਈਆਂ ਦਾ ਪਿੱਛੇ ਜੇ ਬਹੁਤ ਵੱਡਾ ਉਹ ਇਹਨਾਂ ਦਾ ਜਿਵੇਂ ਕਹਿ ਲਓ ਕਿ ਕੀਟਨਾਸ਼ਕ ਸੀਗੇ, ਮਤਲਬ ਅਸੀਂ ਐਡਵਾਂਸ ਕੁਛ ਵੀ ਨਹੀਂ ਸੋਚਦੇ। ਹੁਣ ਹੜ੍ਹ ਆ ਜਾਣਗੇ, ਪਾਣੀ ਆਊਗਾ ਤਾਂ ਉਹਦੇ ਲਈ ਪ੍ਰਸ਼ਾਸਨ, ਮਤਲਬ ਕੁਛ ਵੀ ਜਿਹੜਾ ਸਿਸਟਮ ਹੈ ਨਾ ਉਹ ਬਿਲਕੁਲ ਹੀ ਵਿਗੜਿਆ ਹੋਇਆ। ਤੇ ਕੀ ਕੋਈ ਏਦਾਂ ਦਾ ਸੌਖਾ ਜਿਹਾ ਜਿਵੇਂ ਕਹਿੰਦੇ ਹੁੰਦੇ ਕਿ ਥਿੰਕ ਗਲੋਬਲੀ ਤੇ ਐਕਟ ਲੋਕਲੀ, ਤੇ ਕੋਈ ਸੌਖਾ ਜਿਹਾ ਤਰੀਕਾ ਹੋਵੇ ਜਿਹਦੇ ਨਾਲ ਅਸੀਂ ਕੁਝ ਚੰਗਾ ਕਰ ਸਕੀਏ? ਇਹ ਮੈਡਮ ਪਹਿਲੀ ਗੱਲ ਤਾਂ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਤੁਸੀਂ ਗੱਲ ਕੀਤੀ ਹੈ ਨਾ, ਹਾਂਜੀ, ਇਹ ਜਿਹੜੀ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਆ ਉਹ ਨਹੀਂ, ਪੰਜਾਬ ਦੀਆਂ ਜਿੰਨੀਆਂ ਵੀ ਯੂਨੀਵਰਸਿਟੀਆਂ ਦੀ ਸਟੇਟ ਫੰਡਿੰਗ ਥੋੜੀ ਜਿਹੀ ਹੁੰਦੀ ਹੈ, ਇਹ ਜੇ ਉਹਨਾਂ ਯੂਨੀਵਰਸਿਟੀਆਂ ਨੂੰ ਦੇਖਿਆ ਜਾਵੇ ਉਹਨਾਂ ਦੀ ਗ੍ਰਾਂਟ 95% ਤੋਂ ਘਟਾਉਂਦੇ 18% ਤੇ ਆ ਗਈ। ਸਣੇ ਪੰਜਾਬ ਐਗਰੀਕਲਚਰ ਯੂਨੀਵਰਸਿਟੀ, ਬਹੁਤੀਆਂ ਯੂਨੀਵਰਸਿਟੀਆਂ ਕੋਲ ਆਪਦੇ ਇੰਪਲਾਈਜ਼, ਆਪਦੇ ਪ੍ਰੋਫੈਸਰਾਂ ਨੂੰ ਤਨਖਾਹ ਦੇਣ ਲਈ ਪੈਸੇ ਨਹੀਂ। ਮੈਨੂੰ ਤਾਂ ਅੱਜ ਵੀ ਪਤਾ ਲੱਗਿਆ ਪੰਜਾਬੀ ਯੂਨੀਵਰਸਿਟੀ ਪ੍ਰੋਫੈਸਰ ਆਪਦੀ ਤਨਖਾਹ ਲਈ ਇਸ ਮਹੀਨੇ ਜਿਹੜੀ 1 ਤਰੀਕ ਨੂੰ ਮਿਲਣੀ ਸੀ ਉਹਦੇ ਲਈ ਧਰਨੇ ਤੇ ਬੈਠੇ ਸੀ, ਤੇ ਨਾਨ ਟੀਚਿੰਗ ਦੇ ਇੰਪਲਾਈ ਵੀ ਬੈਠੇ ਸੀ। ਜਦੋਂ ਠੀਕ ਹੈ ਜੀ, ਮੈਂ ਵੀ ਉਹਨਾਂ 'ਚ ਸ਼ਾਮਲ ਹਾਂ ਜਿਨ੍ਹਾਂ ਨੂੰ ਤਨਖਾਹ ਨਹੀਂ ਮਿਲੀ। ਅੱਛਾ, ਜਿਹੜੇ ਪ੍ਰੋਫੈਸਰਾਂ ਨੂੰ ਇਹ ਤਨਖਾਹ ਨਹੀਂ ਮਿਲੂਗੀ, ਜਿਹੜੇ ਰਿਟਾਇਰ ਹੋਏ ਪ੍ਰੋਫੈਸਰਾਂ ਨੂੰ ਪੈਨਸ਼ਨ ਨਹੀਂ ਮਿਲੂਗੀ, ਤਾਂ ਉਹ ਖੋਜ ਦੇ ਕੰਮ ਕਿੱਥੋਂ ਕਰਨਗੇ? ਜਿਹੜਾ ਤੁਸੀਂ ਗੱਲ ਕਿਹਾ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਇਹ ਆਪਦਾ ਰੋਲ ਕਰ ਸਕਦੇ ਜੀ, ਹਾਲਾਂਕਿ ਉਹਦਾ ਰੋਲ ਤੇ ਵੀ ਕਿੰਤੂ ਪ੍ਰੰਤੂ ਹੈਗੇ, ਤੇ ਉਹ ਕਰ ਸਕਦੇ ਜੇ ਉਹਨਾਂ ਲਈ ਫੰਡ ਮਿਲਣ। ਫੰਡ ਤਾਂ ਦੂਜੇ ਪਾਸੇ ਦਿੱਤੇ ਜਾ ਰਹੇ ਨੇ ਤੇ ਉਹਦੇ ਫੰਡ ਘਟਾਏ ਜਾ ਰਹੇ ਨੇ, ਤੇ ਉਹਨਾਂ ਨੂੰ ਉੱਥੋਂ ਕੱਢ ਕੇ ਪ੍ਰਾਈਵੇਟ ਅਦਾਰਿਆਂ ਨੂੰ ਵੇਚਣ ਦੀ ਤਿਆਰੀ ਕੀਤੀ ਜਾ ਰਹੀ ਹੈ, ਜਿਹੜਾ ਕਿਸੇ ਦੇ ਵੀ ਹੱਕ 'ਚ ਨਹੀਂ ਹੋਊਗਾ। ਤੇ ਦੂਜਾ ਸਵਾਲ ਤੁਹਾਡਾ ਮੈਡਮ ਹੈਗਾ ਬਿਜਲੀ ਵਾਲਾ। ਦੇਖ, ਇਹਦੇ ਵਿੱਚ ਇੱਕ ਤਾਂ ਸਮੱਸਿਆ ਹੈਗੀ ਕਿ ਵੱਡੇ ਕਿਸਾਨਾਂ ਨੂੰ ਬਿਜਲੀ ਦੀ ਸਬਸਿਡੀ ਦਾ ਜ਼ਿਆਦਾ ਫਾਇਦਾ ਮਿਲਿਆ, ਛੋਟਿਆਂ ਨੂੰ ਘੱਟ ਮਿਲਿਆ। ਇਹਦੇ ਬਾਰੇ ਕੋਈ ਕਿੰਤੂ ਪ੍ਰੰਤੂ ਨਹੀਂ, ਛੋਟਿਆਂ ਨੂੰ ਵੱਧ ਮਿਲਣਾ ਚਾਹੀਦਾ। ਸਗੋਂ ਜਿਹੜਾ ਇਹ ਇਸ ਤਰ੍ਹਾਂ ਦੇ ਫਾਇਦੇ ਹੁੰਦੇ ਨੇ ਉਹ ਛੋਟਿਆਂ ਨੂੰ ਹੀ ਵੱਧ ਮਿਲਣੇ ਚਾਹੀਦੇ, ਉੱਪਰਲਿਆਂ ਨੂੰ ਘਟਦੇ ਜਾਣੇ ਚਾਹੀਦੇ ਨੇ। ਪਰ ਜੇ ਕੁੱਲ ਮਿਲਾ ਕੇ ਸਬਸਿਡੀ ਦੇਖੀਏ, ਇੱਕ ਟਰਮ ਅਸੀਂ ਇਕਨੋਮਿਕਸ ਵਾਲੇ ਵਰਤਦੇ ਨੇ ਕਿ ਜਿਹੜੀ ਕਿਸਾਨਾਂ ਨੂੰ ਸਬਸਿਡੀ ਮਿਲਦੀ ਹੈ ਉਹ ਨੈਗੇਟਿਵ ਸਬਸਿਡੀ ਹੈ। ਇੰਡੀਆ ਦੇ ਇੱਕ ਕਿਸਾਨ ਨੂੰ $370 ਦੇ ਕਰੀਬ ਸਬਸਿਡੀ ਮਿਲਦੀ ਹੈ। ਅਮਰੀਕਾ 'ਚ $59,000 ਤੋਂ ਵੱਧ ਸਬਸਿਡੀ ਮਿਲਦੀ ਹੈ। ਉਹ ECD ਦੇਸ਼ਾਂ 'ਚ $22,000 ਤੋਂ $25,000 ਦੇ ਵਿਚਕਾਰ ਸਬਸਿਡੀ ਮਿਲਦੀ ਹੈ। ਜਿਹੜੀ ਇਹ ਸਬਸਿਡੀ $370 ਮਿਲਦੀ ਹੈ, ਇਹ ਕਿਸਾਨ ਨੂੰ ਨਹੀਂ ਮਿਲ ਰਹੀ, ਇਹ ਤਾਂ ਅਲਟੀਮੇਟਲੀ ਇਹ ਕਾਰਖਾਨੇਦਾਰਾਂ ਨੂੰ ਜਾਂ ਖਪਤਕਾਰ ਨੂੰ ਮਿਲ ਜਾਂਦੀ ਹੈਗੀ। ਹਾਂ, ਇਹ ਸਬਸਿਡੀ ਜਿੰਨੀ ਕੁ ਜਿਸ ਤਰ੍ਹਾਂ ਦੀ ਵੀ ਦੇਖਣ ਨੂੰ ਮਿਲਦੀ ਹੈ, ਉਹ ਛੋਟੇ ਕਿਸਾਨੀ ਵੱਲ ਨੂੰ ਸਾਨੂੰ ਵਧਾਉਣ ਦੀ ਲੋੜ ਹੈ। ਇਹ ਤਾਂ ਬਹੁਤ ਜ਼ਿਆਦਾ ਹੋਰ ਦੇਣ ਦੀ ਲੋੜ ਹੈ ਕਿ ਜਿਹੜੇ ਹਾਈਲੀ ਡਿਵੈਲਪ ਕੰਟਰੀਜ਼ ਨੇ, ਉੱਥੇ ਸਾਡੇ ਕੇਂਦਰੀ ਮੰਤਰੀ ਨੇ ਨਿਤਨ ਗਡਕਰੀ, ਉਹ ਕਹਿੰਦੀ ਕਿ ਖੇਤੀਬਾੜੀ ਜਿਣਸਾਂ ਦੀਆਂ ਕੀਮਤਾਂ ਇਹ ਡੋਮੈਸਟਿਕ ਤੇ ਇੰਟਰਨੈਸ਼ਨਲ ਮਾਰਕੀਟ 'ਚ ਘੱਟ ਨੇ। ਇੰਟਰਨੈਸ਼ਨਲ ਮਾਰਕੀਟ 'ਚ ਤਾਂ ਇਸ ਲਈ ਘੱਟ ਨੇ ਕਿ ਉੱਥੇ ਸਬਸਿਡੀ $59,000 ਤੱਕ ਵੀ ਦਿੱਤੀ ਜਾਂਦੀ ਹੈ, ਸਾਡੇ $370 ਤੱਕ ਹੈਗੀ। ਇਸ ਲਈ ਜਿਹੜਾ ਸਬਸਿਡੀਆਂ ਵਾਲਾ ਕੰਮ ਹੈ ਇਹਨੂੰ ਰੈਸ਼ਨਲਾਈਜ਼ ਕਰਨ ਦੀ ਲੋੜ ਹੈ। ਸਰਮਾਏਦਾਰਾਂ ਦਾ, ਕਾਰਪੋਰੇਸ਼ਨ ਦਾ ਮੋਹ ਤਿਆਗਦੇ ਹੋਏ ਇਹ ਸਬਸਿਡੀਆਂ ਕਾਮਿਆਂ ਨੂੰ ਦੇਣੀਆਂ ਚਾਹੀਦੀਆਂ ਨੇ, ਜਿਨ੍ਹਾਂ ਨਾਲ ਸਾਨੂੰ ਰੋਟੀ ਮਿਲਦੀ ਰਹੇ। ਤੇ ਜੇ ਕੋਈ ਹੋਰ ਸਵਾਲ ਹੈ ਮੈਂ ਉਹ ਵੀ ਤੁਹਾਡਾ ਆਨਸਰ ਕਰਾਂ। ਜੀ ਜੀ, ਕੋਈ ਦੋਸਤ ਸਵਾਲ ਕਰਨਾ ਚਾਹੁੰਦਾ ਤਾਂ ਪਲੀਜ਼ ਕੋਈ ਵੀ ਦੋਸਤ ਆਪਣਾ। ਜੀ ਹਾਂਜੀ ਮੈਡਮ। ਹਾਂਜੀ ਹਾਂਜੀ, ਇੱਕ ਹੋਰ
ਕਿ ਜਿਵੇਂ ਅਸੀਂ ਮਨਰੇਗਾ ਵਾਲੇ ਜਿਵੇਂ ਮੈਂ ਯੂਨੀਵਰਸਿਟੀ ਕਾਲਜ ਛੁੱਟੀ ਕਲਾ 'ਚ ਪੜ੍ਹਾਉਂਦੀ ਹਾਂ, ਤੇ ਮਨਰੇਗਾ ਦੇ ਬੰਦੇ ਅਸੀਂ ਉਹਨਾਂ ਜਿਵੇਂ ਪੌਦੇ ਵਗੈਰਾ ਲਗਾਏ ਤੇ ਉਹਨਾਂ ਦੀ ਮਦਦ ਲੈ ਲਈਦੀ ਸੀਗੀ। ਤਾਂ ਕੀ ਮਨਰੇਗਾ ਦੇ ਬੰਦੇ ਇੱਕ ਜਿਹੜੇ ਪਿੰਡ ਦੇ ਆ, ਉਹ ਉਹਨਾਂ ਨੂੰ ਮਤਲਬ ਫ੍ਰੀ ਦੇ ਵਿੱਚ ਹੀ ਪੈਸੇ ਉਹਨਾਂ ਦੇ ਦਿਨ ਪੂਰੇ ਕਰਨੇ ਹੁੰਦੇ, ਉਹਨਾਂ ਤੋਂ ਵਗਾਰ ਵੀ ਕਰਾਉਂਦੇ ਆ। ਤੇ ਵੱਡੀ ਗੱਲ ਇਹ ਆ ਕਿ ਜੇ ਪਿੰਡ ਦੇ ਵਿੱਚ ਸਾਂਝੀ ਇੱਕ ਬਣ ਕੇ ਕੋਈ ਸੰਗਠਨ ਬਣ ਕੇ ਉਹਨਾਂ ਤੋਂ ਹੀ ਸਾਂਝੀ ਖੇਤੀ ਹੋ ਜਾਏ ਤੇ ਜ਼ਿਆਦਾ ਚੰਗਾ ਨਹੀਂ ਹੁੰਦਾ? ਇਹ ਮੈਡਮ ਦੇਖੋ, ਜਿਹੜੀ ਸਾਂਝੀ ਖੇਤੀ ਹੈ ਇਹਦਾ ਕਲੈਕਟਿਵ ਫਾਰਮਿੰਗ ਹੈ, ਇਹ ਤਾਂ ਸੋਸ਼ਲਿਸਟ ਕੰਟਰੀ ਦਾ ਮਾਡਲ ਹੈਗਾ। ਅਸੀਂ ਸਹਿਕਾਰੀ ਖੇਤੀ ਦੀ ਗੱਲ ਕਰਨਾ ਚਾਹੁੰਦੇ, ਮੇਰੇ ਖਿਆਲ ਹੈ ਜਿਹੜੀ ਸਹਿਕਾਰੀ ਖੇਤੀ ਹੈ ਇਹ ਉਹਦਾ ਤਾਂ ਕੋਈ ਮੁਕਾਬਲਾ ਨਹੀਂ ਹੋਣ ਵਾਲੇ ਸਿਸਟਮ ਦੇ ਵਿੱਚ, ਉਹਦਾ ਜ਼ਰੂਰ ਹੋਣੀ ਚਾਹੀਦੀ ਹੈਗੀ। ਜਿਹੜੀ MG ਨਰੇਗਾ ਵਾਲੀ ਗੱਲ ਹੈ, ਇਹ ਉਹ ਹੈ ਕਿ ਜੇ ਕਿਸੇ ਬੰਦੇ ਦਾ ਸਿਰ ਦੁਖਦਾ ਹੋਵੇ, ਜੇ ਸਿਰ ਦੁਖਣ ਨਾਲ ਉਹਦਾ ਸਿਰ ਕੱਟ ਕੇ ਉਹਦੀਆਂ ਸਮੱਸਿਆਵਾਂ ਹੱਲ ਨਹੀਂ ਹੁੰਦੀਆਂ। ਜੇ ਸਿਰ ਦੁਖਦਾ, ਉਹ ਸਿਰ ਦੇਖਣ ਦਾ ਕਾਰਨ ਦੇਖਣਾ ਪਊਗਾ, ਉਹਦਾ ਉਸ ਤਰ੍ਹਾਂ ਦਾ ਇਲਾਜ ਕਰਨਾ ਪਊਗਾ। ਜੇ MG ਨਰੇਗਾ ਦੇ ਵਿੱਚ ਕੁਝ ਊਣਤਾਈਆਂ ਨੇ, ਸਰਪੰਚ ਜਾਂ ਪੰਚਾਇਤ ਦੇ ਪੱਧਰ ਤੇ ਨੇ, ਇਹ ਕੰਮ ਕਰਨ ਵਾਲੇ ਕਾਮਿਆਂ ਦੇ ਪੱਧਰ ਤੇ ਨੇ, ਤਾਂ ਉਹਨਾਂ ਨੂੰ ਇਹ ਐਡਮਿਨਿਸਟ੍ਰੇਸ਼ਨ ਦੇ ਤੌਰ ਤੇ, ਭਾਈਚਾਰੇ ਦੇ ਤੌਰ ਤੇ ਅਸੀਂ ਦੂਰ ਕਰੀਏ। ਪਰ MG ਨਰੇਗਾ ਤਾਂ ਦੁਨੀਆ ਦੀ ਸਭ ਤੋਂ ਵੱਡੀ ਇੰਪਲੋਇਮੈਂਟ ਸਕੀਮ ਹੈ, ਇਹਨੂੰ ਤਾਂ ਹੋਰ ਅੱਗੇ ਵਧਾਉਣ ਦੀ ਲੋੜ ਹੈਗੀ। ਇਹਦੇ ਨਾਲ ਹੀ ਉਹਨਾਂ ਦੀ ਦੋ ਡੰਗ ਦੀ ਰੋਟੀ ਮਿਲਦੀ ਰਹੂਗੀ। ਦਲਿਤ ਸਮਾਜ ਦੇ ਘਰਾਂ 'ਚ ਜਾ ਕੇ ਦੇਖੋ, ਉੱਥੇ ਕਿੰਨੀਆਂ ਸਮੱਸਿਆਵਾਂ ਨੇ, ਕਿੰਨੀਆਂ ਉਹਨਾਂ ਨੂੰ ਤੰਗੀਆਂ ਨੇ। ਜੇ MG ਨਰੇਗਾ ਦਾ ਰੁਜ਼ਗਾਰ ਸਾਰਾ ਸਾਲ ਮਿਲਦਾ ਰਹੇ ਤਾਂ ਉਹ ਤੰਗੀਆਂ ਕੁਛ ਤਾਂ ਘਟਣਗੀਆਂ। ਉਸ ਤੋਂ ਬਿਨਾਂ ਹੋਰ ਬਹੁਤ ਜ਼ਿਆਦਾ ਕਰਨ ਦੀ ਸਾਰੇ ਸਮਾਜ ਨੂੰ ਲੋੜ ਹੈ ਕਿ ਉਹ ਸਾਡੇ ਬਰਾਬਰ ਦੇ ਹੱਕਦਾਰ ਹੈ। ਅਸੀਂ ਉਹਨਾਂ ਨੂੰ ਕਿਉਂ ਦਰਕਾਰ ਰਹੇ ਹਾਂ, ਕਿਉਂ ਉਜਾੜ ਰਹੇ? ਜੀ ਜੀ, ਹਾਂਜੀ ਦੋਸਤੋ, ਕੋਈ ਹੋਰ ਸਵਾਲ ਕਿਸੇ ਦੋਸਤ ਦਾ? ਹਾਂਜੀ ਸਰ, ਸਤਿ ਸ਼੍ਰੀ ਅਕਾਲ ਸਰ। ਸਤਿ ਸ਼੍ਰੀ ਅਕਾਲ ਜੀ। ਡਾਕਟਰ ਗੁਰਦਾਸ ਸਿੰਘ ਸੇਖੋ ਫਰਮ DA। ਹਾਂਜੀ ਜੀ, ਸਵਾਗਤ ਹੈ ਤੁਹਾਡਾ। ਹਾਂਜੀ ਸਰ, ਬਹੁਤ ਅੱਛਾ ਲੱਗਾ। ਤੇ ਮੈਂ ਇੱਕ ਗੱਲ ਕਹਿਣੀ ਚਾਹੁੰਦਾ ਹਾਂ ਕਿ ਜੇ ਆਪਾਂ ਦੇਖੀਏ ਪੰਜਾਬ ਦੇ ਵਿੱਚ ਇਹ ਸਾਰੇ ਅੱਜ ਦੇ ਜਿਹੜੇ ਹਾਲਾਤ ਨੇ, ਇਹਨਾਂ ਲਈ ਕਿਸਾਨ ਜ਼ਿੰਮੇਵਾਰ ਹੈ ਕਿ ਸਾਡਾ ਮਾੜਾ ਪ੍ਰਬੰਧਨ ਜ਼ਿੰਮੇਵਾਰ ਹੈ? ਕਿਉਂਕਿ ਕਿਸਾਨਾਂ ਨੇ ਪੰਜਾਬ ਦੇ ਵਿੱਚ, ਮੈਂ ਜਿੱਥੋਂ ਤੱਕ ਦੇਖ ਰਿਹਾ, ਜੋ ਚੀਜ਼ ਸਰਕਾਰ ਨੇ ਕਈ ਪੈਦਾ ਕੀਤੀ, ਅਸੀਂ ਗੰਨਾ ਪੈਦਾ ਕੀਤਾ, ਅਸੀਂ ਸੂਰਜਮੁਖੀ ਪੈਦਾ ਕੀਤੀ, ਅਸੀਂ ਪਾਪੂਲਰ ਪੈਦਾ ਕੀਤਾ, ਅਸੀਂ ਟੋਮੈਟੋ ਪੈਦਾ ਕੀਤਾ, ਲੇਕਿਨ ਮੰਡੀਕਰਨ ਦੇ ਮਾੜੇ ਪ੍ਰਬੰਧਾਂ ਕਾਰਨ ਸਾਨੂੰ ਕਿਤੇ ਵੀ ਜਸਟਿਸ ਨਹੀਂ ਮਿਲਿਆ। ਪ੍ਰੋਫੈਸਰ ਸੇਖੋਂ ਦੀ ਆਬਜ਼ਰਵੇਸ਼ਨ ਬਿਲਕੁਲ ਠੀਕ ਹੈ। ਕਿਸਾਨ, ਖੇਤ ਮਜ਼ਦੂਰ ਤੇ ਪਿੰਡੂ ਕਾਰੀਗਰ, ਉਹਦਾ ਕੰਮ ਇਹ ਨੇ, ਉਹ ਤਾਂ ਜ਼ਿੰਮੇਵਾਰ ਹੋ ਹੀ ਨਹੀਂ ਸਕਦੇ ਹੈਗੇ ਇਹਦੇ ਲਈ ਤਾਂ ਜਿਹੜਾ ਸਾਡਾ ਸੈਂਟਰਲ ਪੂਲ ਆਫ ਫੂਡ ਗ੍ਰੇਨਸ ਹੈ, ਉਹ ਕੇਂਦਰ ਸਰਕਾਰ ਦਾ ਹੈਗਾ। ਮੁੱਖ ਤੌਰ ਤੇ ਕੇਂਦਰ ਸਰਕਾਰ ਜ਼ਿੰਮੇਵਾਰ ਹੈ, ਪਰ ਸੂਬਾ ਸਰਕਾਰਾਂ ਵੀ ਜ਼ਿੰਮੇਵਾਰ ਨੇ, ਹੈਨਾ। ਇਹ ਮੈਡਮ ਸੋਹਲ ਗੱਲ ਕਰ ਰਹੇ ਸੀ ਖੇਤੀਬਾੜੀ ਕਰਜ਼ਿਆਂ ਦੀ। ਜਿਹੜੇ ਖੇਤੀਬਾੜੀ ਦੇ ਕਰਜ਼ੇ ਨੇ, ਉਹਨਾਂ ਲਈ ਜਦੋਂ ਚੋਣਾਂ ਆਉਂਦੀਆਂ ਨੇ, ਹੁਣ ਵਾਲੀ ਸਰਕਾਰ ਨੇ ਵਾਅਦਾ ਕੀਤਾ ਸਾਰੇ ਕਰਜ਼ੇ ਛੱਡਾਂਗੇ, ਪਰ ਉਹ ਵੀ ਆਪਦਾ ਭੱਜ ਗਏ ਉਹ ਤੋਂ ਗੱਲ ਤੋਂ। ਇਹ 4800 ਕਰੋੜ ਦੇ ਨਜ਼ਦੀਕ ਖੜ ਗਏ। 1.5 ਲੱਖ ਕਰੋੜ ਦੇ ਨਜ਼ਦੀਕ ਤਾਂ ਇਕੱਲੇ ਕਿਸਾਨਾਂ ਦਾ ਕਰਜ਼ਾ, ਬਾਕੀ ਖੇਤ ਮਜ਼ਦੂਰਾਂ, ਪਿੰਡੂ ਕਾਰੀਗਰਾਂ ਦੇ ਕਰਜ਼ਾ, ਉਹਨਾਂ ਵਰ ਤਾਂ ਚੁੱਪੇ ਹੋ ਗਏ। ਆਉਂਦੀ ਜਾਂ ਚੋਣ ਆਊਗੀ ਤਾਂ ਨਵੇਂ ਵਾਅਦੇ ਹੋ ਜਾਣਗੇ। ਤੇ ਇਸ ਲਈ ਜਿਹੜੀ ਪ੍ਰੋਫੈਸਰ ਸੇਖੋਂ ਨੇ ਗੱਲ ਕੀਤੀ, ਉੱਥੇ ਦਾ ਮੇਰਾ ਇਹੀ ਕਹਿਣਾ ਹੈ, ਮੁੱਖ ਤੌਰ ਤੇ ਕੇਂਦਰ ਸਰਕਾਰ ਤੇ ਨਾਲ ਸੂਬਾ ਸਰਕਾਰਾਂ ਵੀ ਇਹਨਾਂ ਲਈ ਜ਼ਿੰਮੇਵਾਰ ਨੇ। ਪਰ ਦੋਨਾਂ ਸਰਕਾਰਾਂ ਤੇ ਸਾਨੂੰ, ਸਮਾਜ ਦੇ ਲੋਕਾਂ ਨੂੰ, ਜਿਹੜੇ ਦੋ ਡੰਗ ਦੀ ਰੋਟੀ ਸੌਖੇ ਖਾ ਲੈਂਦੇ ਆ, ਸਾਨੂੰ ਸੋਚਣਾ ਇਹ ਚਾਹੀਦਾ ਹੈ, ਸਾਡਾ ਰੋਟੀ ਬਿਨਾਂ ਜੀਵਨ ਚੱਲਦਾ ਨਹੀਂ ਰਹਿਣਾ। ਜੇ ਅਸੀਂ ਜੀਵਨ ਨੂੰ ਚੰਗੇ ਤਰੀਕੇ ਨਾਲ ਚਲਾਉਣਾ ਹੈ, ਰੋਟੀ ਚੰਗੀ ਖਾਣੀ ਹੈ, ਤਾਂ ਰੋਟੀ ਪੈਦਾ ਕਰਨ ਵਾਲਿਆਂ ਦੀਆਂ ਮੁੱਢਲੀਆਂ 7 ਲੋੜਾਂ, ਰੋਟੀ, ਕੱਪੜਾ, ਮਕਾਨ, ਸਿੱਖਿਆ, ਸਿਹਤ ਸੰਭਾਲ, ਸਾਫ਼ ਵਾਤਾਵਰਨ ਤੇ ਸਮਾਜਿਕ ਸੁਰੱਖਿਆ, ਸਤਿਕਾਰਯੋਗ ਢੰਗ ਨਾਲ ਸਾਨੂੰ ਸਾਰਿਆਂ ਨੂੰ ਰਲ ਮਿਲ ਕੇ ਪੂਰੀਆਂ ਕਰਨੀਆਂ ਚਾਹੀਦੀਆਂ ਨੇ। ਬਿਲਕੁਲ ਠੀਕ ਜੀ, ਹੋਰ ਕੋਈ ਇੱਕ ਸਵਾਲ ਲਾਸਟ ਆਪਾਂ ਲੈ ਸਕਦੇ ਹਾਂ, ਜੋ ਕੋਈ ਦੋਸਤ ਕਰਨਾ ਚਾਹੁੰਦਾ ਤਾਂ? ਸ਼ਸ਼ੀਕਾਂਤ ਜੀ ਡਾਕਟਰ ਜੀ, ਹੈਲੋ। ਹਾਂਜੀ ਆ ਰਹੀ ਆਵਾਜ਼ ਤੁਹਾਡੀ, ਬੋਲੋ ਜੀ ਪਲੀਜ਼। ਹਾਂਜੀ ਜਿਵੇਂ ਤੁਸੀਂ ਗੱਲ ਕੀਤੀ ਹੈ ਕਿ ਅਸਲ 'ਚ ਆਪਾਂ ਵੇਖਿਆ ਕਿ ਕਰੋਨਾ ਦੇ ਬਾਅਦ ਇਹ ਖਾਣਾ ਪੀਣਾ ਹੀ ਸਭ ਤੋਂ ਇੰਪੋਰਟੈਂਟ ਆ, ਬਾਕੀ ਗੱਲਾਂ ਇੰਨੀਆਂ ਇੰਪੋਰਟੈਂਟ ਨਹੀਂ ਹੈਗੀਆਂ। ਤੇ ਜਿਹੜੇ ਆਰਡੀਨੈਂਸ ਹੈ, ਇਹਨਾਂ ਦੀ ਲਾਈਟ 'ਚ ਮੈਨੂੰ ਇਹ ਲੱਗਦਾ ਕਿ ਕਿਸਾਨਾਂ, ਮਜ਼ਦੂਰਾਂ ਨੂੰ ਤਾਂ ਪ੍ਰੋਬਲਮ ਆਉਣੀ ਹੈ, ਜਿਹੜੇ ਆਮ ਭੋਗੀ ਆ ਉਹਨਾਂ ਲਈ ਵੀ ਇਹਨਾਂ ਨੇ ਮਹਿੰਗਾਈ ਬਹੁਤ ਕਰ ਦੇਣੀ ਹੈ। ਤੇ ਉਹਦਾ ਅਸਲੀ ਜਵਾਬ ਸਹਿਕਾਰੀ ਖੇਤੀ 'ਚ ਹੀ ਪਿਆ ਜੀ। ਸਹਿਕਾਰੀ ਖੇਤੀ ਦੀ ਇੰਪੋਰਟੈਂਸ ਸਾਰਿਆਂ ਨੂੰ ਬਹੁਤ ਸਮਝਾਉਣ ਦੀ ਲੋੜ ਹੈ, ਤੇ ਇਹਦੇ ਵਿੱਚ ਅੜਚਨਾਂ ਜਿਹੜੀਆਂ ਆਉਣੀਆਂ ਉਹਨਾਂ ਨੂੰ ਸਮਝਣ ਦੀ ਲੋੜ ਹੈ, ਤਾਂ ਜੋ ਗੱਲ ਨੂੰ ਸਿਰੇ ਠੀਕ ਤਰੀਕੇ ਨਾਲ ਲਾਇਆ ਜਾ ਸਕੇ। ਜੀ ਕਰੀਏ ਅੜਚਨਾਂ। ਪ੍ਰੋਫੈਸਰ ਸ਼ਸ਼ੀਕਾਂਤ ਉਹਨਾਂ ਦੀ ਆਬਜ਼ਰਵੇਸ਼ਨ 101% ਠੀਕ ਹੈ ਜੀ, ਕਿ ਜਿਹੜੀ ਇਹ ਸਾਡਾ ਹੱਲ ਹੈ ਉਹ ਸਹਿਕਾਰੀ ਖੇਤੀ ਹੈ। ਕਾਰਪੋਰੇਟ ਖੇਤੀ ਨਾ ਕਿਸਾਨਾਂ, ਖੇਤ ਮਜ਼ਦੂਰਾਂ, ਪਿੰਡੂ ਕਾਰੀਗਰਾਂ ਦੇ ਹੱਕ 'ਚ ਹੈ, ਨਾ ਸਾਡੇ ਦੇਸ਼ ਦੇ ਹੱਕ 'ਚ ਹੈ। ਮੁੜ ਕੇ ਠੂਠਾ ਫੜਾਂਗੇ, ਸਾਨੂੰ ਤਾਂ ਕਿਤੋਂ ਅਨਾਜ ਵੀ ਨਹੀਂ ਮਿਲਣਾ,
ਜਦੋਂ ਅਸੀਂ ਠੂਠਾ ਫੜ ਕੇ ਅਨਾਜ ਮੰਗਵਾਉਂਦੇ ਸੀ, ਉਸ ਮੌਕੇ ਸਾਡੀ ਜਨਸੰਖਿਆ 44 ਕਰੋੜ ਤੋਂ ਘੱਟ ਸੀ। ਹੁਣ ਤਾਂ ਸਾਡੀ 140 ਕਰੋੜ ਵੱਲ ਜਾ ਰਹੀ ਹੈ। ਇਸ ਲਈ ਸਹਿਕਾਰੀ ਖੇਤੀ, ਉਹਦੇ ਨਾਲ ਨਾਲ ਪ੍ਰੋ ਪੀਪਲ, ਇਹ ਪ੍ਰੋ ਨੇਚਰ ਇਕਨੋਮਿਕ ਮਾਡਲ ਪੂਰੇ ਕੰਟਰੀ 'ਚ ਅਪਣਾਉਣਾ ਪਊਗਾ ਤੇ ਖੇਤੀਬਾੜੀ ਨੂੰ ਸਾਨੂੰ ਸਹਿਕਾਰਤਾ ਵੱਲ ਜਾਣਾ ਪਊਗਾ। ਉਹਦੇ ਨਾਲ ਹੀ ਅਸੀਂ ਸੁਖੀ ਰਹਿ ਸਕਾਂਗੇ, ਸਾਨੂੰ ਰੋਟੀ ਚੱਜ ਦੀ ਮਿਲਦੀ। ਜੀ ਜੀ, ਮੈਨੂੰ ਲੱਗਦਾ ਕਿ ਸਮਾਂ ਸਾਡਾ ਬਹੁਤ ਹੋ ਗਿਆ, ਵਕਤ ਸਾਨੂੰ ਹੋਰ ਇਜਾਜ਼ਤ ਨਹੀਂ ਦਿੰਦਾ। ਮੈਂ ਸੋਹਲ ਮੈਮ ਨੂੰ ਕਹੂੰਗਾ ਕਿ ਧੰਨਵਾਦੀ ਸ਼ਬਦ ਬੋਲਣ ਨਾਲ ਸਾਡੇ ਜਿਹੜੇ ਸਾਡੇ ਨਾਲ ਜੁੜੇ ਹੋਏ ਲੋਕ ਨੇ ਉਹਨਾਂ ਨੂੰ ਵੀ ਇਕਨੋਲੇਜ ਕਰਨਗੇ। ਮੈਡਮ ਸਰਬਜੀਤ ਕੌਰ ਸੋਹਲ ਜੀ। ਜੀ ਬਹੁਤ ਸ਼ੁਕਰੀਆ। ਅੱਜ ਦੀ ਚਰਚਾ ਬਹੁਤ ਹੀ ਵਧੀਆ ਰਹੀ ਔਰ ਬਹੁਤ ਸਾਰੇ ਕਮੈਂਟਸ ਜਿਹੜੇ ਨੇ ਅੱਜ ਸਾਨੂੰ ਮਿਲੇ ਨੇ। ਨਾਲ ਦੇ ਨਾਲ ਮੈਂ ਉਹ ਕਮੈਂਟਸ ਪੜ੍ਹੀ ਵੀ ਗਈ ਹਾਂ ਔਰ ਉਹਦੇ 'ਚ ਇੱਕ ਮੇਨ ਗੱਲ ਜਿਹੜੀ ਆਪਾਂ ਸ਼ਾਇਦ ਆਪਾਂ ਜ਼ਿਕਰ ਨਹੀਂ ਕਰ ਪਾਏ ਕਿ ਜਿਹੜੀ ਸਾਡੀ ਪੰਜਾਬੀਆਂ ਦੀ ਫਿਤਰਤ ਹੈ ਨਾ, ਉਹਦੇ 'ਚ ਵੀ ਬਹੁਤ ਬਦਲਾਵ ਆ ਗਿਆ। ਇੱਕ ਤਾਂ ਨਸ਼ਿਆਂ ਵਾਲਾ ਹੋ ਗਿਆ ਤੇ ਉਹਦੇ ਨਾਲ ਸਾਡੀ ਜਿਹੜੀ ਉਹ ਜਨਨ ਸ਼ਕਤੀ ਉਹ ਵੀ ਘਟੀ ਹੈਗੀ ਆ, ਤੇ ਉਹ ਜਿਹੜੇ ਜੁੱਸੇ ਚੰਗੇ ਜੁੱਸੇ ਵਾਲੇ ਪੰਜਾਬੀ ਹੁੰਦੇ ਸੀ ਉਹ ਵੀ ਨਹੀਂ। ਔਰ ਇੱਕ ਮੈਨੂੰ ਲੱਗਦਾ ਹੁੰਦਾ ਕਿ ਜਿਹੜਾ ਕੰਮ ਕਰਨ ਦੀ ਫਿਤਰਤ ਹੁੰਦੀ ਸੀ ਸਾਡੀ, ਮਿਹਨਤ ਕਰਨ ਵਾਲੀ, ਹੁਣ ਤੁਸੀਂ ਕਿਸੇ ਪਿੰਡ ਦੇ ਅੱਗੋਂ ਦੀ ਲੰਘ ਜਾਓ ਤੇ ਉੱਥੇ ਬਜ਼ੁਰਗ ਜਾਂ ਕੋਈ ਵੀ ਹੋਰ ਮੁੰਡੇ ਵੀ ਨੌਜਵਾਨ ਵੀ ਖੁੰਡਾਂ ਤੇ ਬੈਠੇ ਹੋਣਗੇ, ਚਰਚਾ ਚੱਲ ਰਹੀ ਹੋਊਗੀ ਜਾਂ ਮੋਬਾਈਲ ਹੱਥ 'ਚ ਹੋਣਗੇ। ਸੋ ਜਿਹੜੀ ਅੱਗੇ ਸਾਰਾ ਟੱਬਰ ਰਲ ਕੇ ਮਿਹਨਤ ਕਰਦਾ ਸੀ, ਖੇਤੀ ਕਰਦਾ ਸੀ, ਉਹ ਵੀ ਕਿਤੇ ਨਾ ਕਿਤੇ ਇਹਦੇ ਲਈ ਹੈਗੀ ਆ, ਮਤਲਬ ਅਸਰ ਅੰਦਾਜ਼ ਹੈ। ਸੋ ਅੱਜ ਸਾਡੇ ਨਾਲ ਬਹੁਤ ਸਾਰੇ ਜਾਣੇ ਜਿਹੜੇ ਜੁੜੇ ਨੇ ਜੀ, ਮੈਂ ਸਭ ਦੇ ਨਾਮ ਲੈਣ ਦੀ ਕੋਸ਼ਿਸ਼ ਕਰਾਂਗੀ। ਐਸ ਬਲਵੰਤ ਜੀ, ਡਾਕਟਰ ਗੁਰਪ੍ਰੀਤ ਸਿੱਧੂ, ਜਮਸ਼ੇਦ ਅਲੀ ਖਾਨ ਸਾਡੇ ਪੰਜਾਬੀ ਯੂਨੀਵਰਸਿਟੀ ਦੇ ਸਾਬਕਾ ਡੀਨ, ਰਵਿੰਦਰ ਸਿੰਘ ਸਹਿਰਾ, ਇਕਬਾਲ ਸਿੰਘ ਚਾਨਾ, ਧਰਮ ਕਮਿਆਣਾ, ਰਜਨੀਸ਼ ਬਹਾਦਰ ਸਿੰਘ, ਬਲਬੀਰ ਸੰਘੇੜਾ, ਜਸਪਾਲ ਘਈ, ਰਣਦੀਪ ਸੰਗਤਪੁਰੀਆ, ਬਲਵਿੰਦਰ ਸਿੰਘ ਸੰਧੂ, ਬਲਜਿੰਦਰ ਜੌੜਕੀਆ, ਵੀਨਾ ਅਰੋੜਾ HMV ਜਲੰਧਰ ਤੋਂ, ਡਾਕਟਰ ਰਜਨੀਕਾਂਤ ਸਿਨਹਾ ਚੌਧਰੀ, ਇਹ ਸਾਡੇ ਆਊਟ ਆਫ ਸਟੇਟ ਨੇ ਜਿਹੜੇ ਸਾਡੇ ਨਾਲ ਰੋਜ਼ ਜੁੜਦੇ ਨੇ, ਪਿਆਰਾ ਸਿੰਘ ਗੁਰਨੇ, ਬਲਜੀਤ ਪਾਲ ਸਿੰਘ, ਸਤਿੰਦਰ ਕੌਰ ਕਾਲੋ, ਨਰਿੰਦਰਪਾਲ ਕੰਗ, ਹਰਜੀਤ ਕੌਰ ਬਸਰਾ, ਰਿਪੂ ਦਮਨ ਸ਼ਰਮਾ, ਡਾਕਟਰ ਸਤਨਾਮ ਸਿੰਘ ਸੰਧੂ ਪ੍ਰੋਫੈਸਰ ਪੰਜਾਬੀ ਯੂਨੀਵਰਸਿਟੀ, ਜਸਪ੍ਰੀਤ ਗਿੱਲ ਲੁਧਿਆਣਾ ਤੋਂ, ਬਲਬੀਰ ਸੰਘੇੜਾ, ਕੁਲਵੀਰ ਗੋਜਰਾ ਦਿੱਲੀ ਤੋਂ, ਵਿਜੇ ਵਿਵੇਕ, ਕੋਮਲਦੀਪ ਕੌਰ, ਮੱਖਣ ਮਾਨ, ਇੰਦੂ ਧਵਨ, ਪੁਸ਼ਪਿੰਦਰ ਜੋਸਨ, ਗੁਰਦੀਪ ਸਿੰਘ ਢਿੱਲੋਂ, ਸੁਖਵਿੰਦਰ ਕੌਰ ਔਲਖ, ਚੰਦਨ ਸਿੰਘ ਕਾਲਕਤ, ਜਤਿੰਦਰ ਕੌਰ, ਸੰਤੋਖ ਸਿੰਘ ਸੁਖੀ, ਅਰਵਿੰਦਰ ਕੌਰ ਕਾਕੜਾ, ਸੁਖਦਰਸ਼ਨ ਕੌਰ, ਰਵਿੰਦਰ ਸਿੰਘ, ਸਰਬਜੀਤ ਸੇਖੋਂ, ਜਸਬੀਰ ਸਿੰਘ ਮੰਡ ਨਾਵਲਕਾਰ ਨੇ, ਹਰਜੀਤ ਕੌਰ ਬਸਰਾ, ਪਰਮਿੰਦਰਜੀਤ ਕੌਰ, ਸਰਬਜੀਤ ਸੇਖੋਂ, ਡਾਕਟਰ ਦਵਿੰਦਰ ਸਿੰਘ ਬੋਹਾ, ਅਮਰਜੀਤ ਸਿੰਘ, ਜਗਦੀਸ਼ ਸਚਦੇਵਾ ਨਾਟਕਕਾਰ, ਇਹ ਵੀ ਤਕਰੀਬਨ ਰੋਜ਼ ਸਾਡੇ ਨਾਲ ਜੁੜਦੇ ਨੇ, ਅਵਤਾਰ ਦੋਦੜਾ, ਡਾਕਟਰ ਸੁਖਬੀਰ ਮਾਹਲ ਅੰਮ੍ਰਿਤਸਰ ਤੋਂ, ਕੁਲਵਿੰਦਰ ਮਠਾੜੂ, ਮੀਤਾ ਖੰਨਾ, ਮਨਜਿੰਦਰ ਨੂਰਪੁਰ, ਗੁਰਪ੍ਰੀਤ ਬਛੋਆਣਾ, ਪਰਮਾਨੰਦ ਸ਼ਾਸਤਰੀ, ਬਲਵਿੰਦਰ ਸਿੰਘ, ਨਰਿੰਦਰਪਾਲ ਕੰਗ, ਸਤੀਸ਼ ਗੁਲਾਟੀ, ਦੀਪ ਸੰਧੂ, ਸੋਨੂ ਸੋਢੀ, ਲਖਵਿੰਦਰ ਵਿਰਕ, ਤਜਿੰਦਰ ਕੌਰ ਸ਼ਾਹੀ ਪ੍ਰਿੰਸੀਪਲ ਨੇ, ਦਵਿੰਦਰ ਸੈਫੀ, ਜਸਵਿੰਦਰ ਫਗਵਾੜਾ, ਸ਼ਿਵ ਚਰਨ ਅਰਾਈਆਂ ਵਾਲਾ, GS ਧਾਲੀਵਾਲ, ਚੰਦਨ ਸਿੰਘ ਕਾਲਕਟ, ਬਲਵਿੰਦਰ ਸਿੰਘ ਸੰਧੂ, ਬਲਜੀਤ ਪਾਲ ਸਿੰਘ, ਨਰਿੰਦਰ ਸਿੰਘ, ਰਣਜੀਤ ਕੌਰ ਬਾਜਵਾ, ਸਤਨਾਮ ਚੌਹਾਨ, ਪੁਸ਼ਵਿੰਦਰ ਖੋਖਰ, ਗੁਰਦਾਸ ਸਿੰਘ ਸੇਖੋਂ, ਦਲਜੀਤ ਸਿੰਘ ਸ਼ਾਹੀ, ਅਮਰਪ੍ਰੀਤ ਦੇਹਰ ਸੋਮਲ, ਸੁਸ਼ੀਲ ਆਜ਼ਾਦ, ਪ੍ਰੀਤਮ ਸਿੰਘ ਖੰਗੂੜਾ, ਸਰਨਜੀਤ ਸਿੰਘ ਭਗਤਾ, ਗੁਰਚਰਨ ਕੋਚਰ, ਸ਼ਸ਼ੀਕਾਂਤ, ਤੇ ਇਹਦੇ ਨਾਲ ਨਾਲ ਅੱਜ ਰਾਜਵੰਤ ਬਾਜਵਾ, ਜਗਤਾਰ ਸਿੰਘ, ਦੈਨ ਸੀਮਾ ਜਿੰਦਲ, ਇਹ ਜਿਹੜੇ ਹੁਣੇ ਮੇਰੇ ਕੋਲੇ ਨਾਮ ਪਹੁੰਚੇ ਨੇ। ਤੇ ਇਹਦੇ ਨਾਲ ਦੇ ਨਾਲ 16 ਗਰੁੱਪ ਜਿਹੜੇ ਸੀ ਉਹ ਸਾਡੇ ਇਸ ਸ਼ੋਅ ਨੂੰ ਲਾਈਵ ਅੱਗੋਂ ਸ਼ੇਅਰ ਕਰ ਰਹੇ ਸੀ, ਯਾਨੀ 16 ਗਰੁੱਪਾਂ ਦੇ ਵਿੱਚ। ਔਰ ਨਾਲ ਜਿਹੜੇ ਅਸੀਂ ਜਿਹੜੇ ਕੁਝ ਤਾਂ ਮੈਨੂੰ ਲੱਗਦਾ ਸਿਰਫ ਸੁਣਦੇ ਨੇ, ਕਮੈਂਟਸ ਨਹੀਂ ਦਿੰਦੇ ਜਾਂ ਆਪਣੀ ਗੱਲ ਜਾਂ ਉਹਦੇ ਤੇ ਮੈਸੇਜ ਨਹੀਂ ਲਿਖਦੇ। ਸੋ ਉਹ ਨਾਮ ਉਹਨਾਂ ਦਾ ਵੀ ਮੈਂ ਤਹਿ ਦਿਲੋਂ ਉਹਨਾਂ ਦੀ ਸ਼ੁਕਰਗੁਜ਼ਾਰ ਆ
ਤੇ ਮੈਂ ਜ਼ਰੂਰ ਇੱਕ ਗੱਲ ਕਹਾਂਗੀ ਕਿ ਤੁਹਾਡੇ ਇਹ ਕਮੈਂਟਸ, ਤੁਹਾਡੀ ਇਹ ਸ਼ਮੂਲੀਅਤ ਸਾਨੂੰ ਇਹ ਸਾਡਾ ਹੌਸਲਾ ਅਫਜ਼ਾਈ ਕਰਦੀ ਹੈ ਕਿ ਅਸੀਂ ਹੋਰ ਵਧੀਆ ਪ੍ਰੋਗਰਾਮ ਕਰ ਸਕੀਏ। ਸੋ ਤੁਸੀਂ ਹੋਰ ਵੀ ਜੇਕਰ ਕੋਈ ਤੁਹਾਨੂੰ ਲੱਗਦਾ ਹੈ ਕਿ ਇਹ ਵਿਸ਼ਾ ਜਿਹੜਾ ਅਜੇ ਅਸੀਂ ਨਹੀਂ ਛੋਇਆ, ਤੁਸੀਂ ਉਹਦੇ ਬਾਰੇ ਵੀ ਸਾਨੂੰ ਰਾਏ ਦੇ ਸਕਦੇ ਹੋ। ਸੋ ਇਹਨਾਂ ਸ਼ਬਦਾਂ ਦੇ ਨਾਲ ਮੈਂ ਡਾਕਟਰ ਗਿਆਨ ਸਿੰਘ ਜੀ, ਅਜੇ ਤਾਂ ਬਹੁਤ ਗੱਲਾਂ ਸੀਗੀਆਂ ਪਈਆਂ ਜਿਹੜੀਆਂ ਆਪਾਂ ਕਰਨੀਆਂ ਸੀਗੀਆਂ, ਛੋਟੀਆਂ ਛੋਟੀਆਂ, ਮੈਨੂੰ ਲੱਗਦਾ ਹੁੰਦਾ ਕਿ ਮਸਲਿਆਂ ਦੇ ਹੱਲ ਸ਼ਾਇਦ ਏਦਾਂ ਹੀ ਨਿਕਲ ਆਉਣ। ਸੋ ਆਪਣਾ ਕੁਲਵਿੰਦਰ ਬਛੋਆਣਾ ਜੀ ਔਰ ਡਾਕਟਰ ਗਿਆਨ ਸਿੰਘ ਜੀ, ਤੁਹਾਡਾ ਬਹੁਤ ਧੰਨਵਾਦ। ਡਾਕਟਰ ਕੁਲਦੀਪ ਸਿੰਘ ਦੀਪ ਜੀ ਹੁਣ ਕੱਲ ਦੇ ਪ੍ਰੋਗਰਾਮ ਬਾਰੇ ਚਾਨਣਾ ਪਾਉਣਗੇ। ਧੰਨਵਾਦ ਮੈਡਮ। ਡਾਕਟਰ ਸਾਹਿਬ, ਬਹੁਤ ਸਾਰੇ ਦੋਸਤਾਂ ਨੇ ਫੇਸਬੁੱਕ ਤੇ ਇਕੱਲੇ ਪ੍ਰਸ਼ੰਸਾ ਹੀ ਨਹੀਂ ਕੀਤੀ, ਕੁਝ ਸਵਾਲ ਉੱਥੇ ਵੀ ਆਏ ਨੇ, ਜੇ ਤੁਸੀਂ ਅਸੀਂ ਤੁਹਾਨੂੰ ਪੋਸਟ ਬਾਅਦ ਵਿੱਚ ਭੇਜਾਂਗੇ, ਜੇ ਤੁਸੀਂ ਕੋਈ ਭੇਜੋ, ਮੈਂ ਜਵਾਬ ਦਊਂਗਾ ਸਾਰਿਆਂ ਦੇ। ਕੰਗ ਸਾਦਿਕ ਹੋਰਾਂ ਨੇ, GS ਦੰਦੀਵਾਲ ਹੋਰਾਂ ਨੇ ਕੁਝ ਮਹੱਤਵਪੂਰਨ ਸਵਾਲ ਉੱਥੇ ਵੀ ਖੜੇ ਕੀਤੇ ਨੇ। ਭਾਵੇਂ ਅਸੀਂ ਸਾਰੇ ਸਵਾਲਾਂ ਨੂੰ ਇੱਥੇ ਨਹੀਂ ਲੈ ਸਕਦੇ ਹੈਗੇ, ਪਰ ਆਪਾਂ ਕੋਸ਼ਿਸ਼ ਕਰਾਂਗੇ ਕਿ ਇਹ ਸਵਾਲ ਆਉਣ ਵਾਲੇ ਸਮੇਂ ਤੁਹਾਡੇ ਆਰਟੀਕਲਾਂ ਦੇ ਰੂਪ ਦੇ ਵਿੱਚ ਜਾਂ ਕਿਸੇ ਹੋਰ ਰੂਪ ਦੇ ਵਿੱਚ ਦੁਬਾਰੇ ਸਾਡੇ ਸਾਹਮਣੇ ਆਉਣ ਇਹਨਾਂ ਦੇ ਜਵਾਬ। ਸੋ ਅੱਜ ਦੀ ਇਸ ਚਰਚਾ ਦੇ ਵਿੱਚ ਭਾਗ ਲੈਣ ਲਈ, ਸਵਾਈ ਦੇ ਇਸ ਸਭ ਤੋਂ ਵੱਧ ਪੱਕਵੇਂ ਇਸ਼ੂ ਤੇ ਭਾਗ ਲੈਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ। ਕੁਲਵਿੰਦਰ ਬਛੋਆਣਾ ਜੀ, ਬਹੁਤ ਸੋਹਣੇ ਸ਼ੇਅਰ ਸਾਡੇ ਨਾਲ ਸਾਂਝੇ ਕਰਨ ਲਈ ਤੁਹਾਡਾ ਵੀ ਬਹੁਤ ਸਾਰਾ ਧੰਨਵਾਦ। ਤੇ ਕੱਲ ਅਸੀਂ ਇੱਕ ਹੋਰ ਬਹੁਤ ਮਹੱਤਵਪੂਰਨ ਵਿਸ਼ੇ ਤੇ ਮਹੱਤਵਪੂਰਨ ਸ਼ਖਸੀਅਤ ਨੂੰ ਤੁਹਾਡੇ ਰੂਬਰੂ ਕਰਨ ਜਾ ਰਹੇ ਹਾਂ। ਵਿਸ਼ਾ ਹੈਗਾ ਨੌਜਵਾਨ ਪੀੜ੍ਹੀ ਤੇ ਸਾਡਾ ਦ੍ਰਿਸ਼ ਮਾਧਿਅਮ, ਜਿਹਦੇ ਵਿੱਚ ਗਾਇਕੀ, ਨਾਟਕ, ਜਿਹਦੇ ਵਿੱਚ ਫਿਲਮਾਂ, ਇਹ ਸਾਰਾ ਕੁਝ। ਤੇ ਇਹ ਤੇ ਜਿਹੜੀ ਸ਼ਖਸੀਅਤ ਸਾਡੇ ਨਾਲ ਸਾਂਝੀ ਹੋ ਰਹੀ ਹੈ ਉਹ ਹੈ ਪਾਲੀ ਭੁਪਿੰਦਰ ਸਿੰਘ, ਜਿਹੜੇ ਪੰਜਾਬ ਦੇ ਬਹੁਤ ਚਰਚਿਤ ਇਸ ਵੇਲੇ ਟਿੱਪਣੀਕਾਰ ਨੇ, ਹਰ ਮਸਲੇ ਤੇ ਜਿਹੜੀ ਟਿੱਪਣੀ ਕਰਦੇ ਨੇ। ਤੇ ਸਿਰਜਣਾ ਦੇ ਪਲਾਂ ਦੇ ਵਿੱਚ ਕੱਲ ਅਸੀਂ ਮਿਲਾਂਗੇ ਸਰਬਜੀਤ ਕੌਰ ਜੱਸ, ਜਿਹੜੀ ਸਾਡੀ ਇਸ ਵੇਲੇ ਦੀ ਬਹੁਤ ਅੱਛੀ ਪੋਇਟਸ ਹੈ, ਕਵਿਤਰੀ ਹੈ, ਸ਼ਾਇਰ ਹੈ ਸਾਡੀ। ਸੋ ਕੱਲ ਮਿਲਾਂਗੇ ਆਪਾਂ ਪਾਲੀ ਭੁਪਿੰਦਰ ਸਿੰਘ ਤੇ ਸਰਬਜੀਤ ਕੌਰ ਜੱਸ ਹੋਰਾਂ ਨੂੰ। ਸੋ ਇੱਕ ਵਾਰੀ ਫੇਰ ਤੁਹਾਡਾ ਸਾਰਿਆਂ ਦਾ ਪੰਜਾਬ ਸਾਹਿਤ ਅਕੈਡਮੀ ਵੱਲੋਂ, ਮੈਡਮ ਸਰਬਜੀਤ ਕੌਰ ਸੋਹਲ ਵੱਲੋਂ, ਡਾਕਟਰ ਸਤੀਸ਼ ਕੁਮਾਰ ਵਰਮਾ ਵੱਲੋਂ, ਮੇਰੇ ਵੱਲੋਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਮਿਲਦੇ ਹਾਂ ਇਸੇ ਖਿੜਕੀ ਰਾਹੀਂ ਕੱਲ ਇਸੇ ਵਕਤ। ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਜੀ ਜੀ, ਬਹੁਤ ਸ਼ੁਕਰੀਆ।